स्पैशल प्रोग्राम पक्ष ਦੀਆਂ ਖਬਰਾਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਦਵਿੰਦਰ ਤੂਰ ਤੇ ਤੁਹਾਡੇ ਲੈ ਕੇ ਆਏ ਹਾਂ ਪੱਖ ਦੀਆਂ ਖਬਰਾਂ। ਅੱਜ ਸਾਡੇ ਨਾਲੋਂ ਟੋਰਾਂਟੋ ਤੋਂ ਦੋ ਸਪੈਸ਼ਲ ਗੈਸਟ ਸ਼ਾਮਲ ਹੋਣਗੇ ਇਸ ਖਬਰਾਂ ਦੇ ਸੈਗਮੈਂਟ ਦੇ ਵਿੱਚ, ਜਿਨ੍ਹਾਂ ਦੇ ਵਿੱਚ ਨਵਲ ਬਜਾਜ ਜੋ ਕਿ ਬਰੈਂਪਟਨ ਈਸਟ ਤੋਂ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਕੈਂਡੀਡੇਟ ਨੇ, ਦੂਜੇ ਪਾਸੇ ਕੰਜ਼ਰਵੇਟਿਵ ਸਪੋਰਟਰ ਹਰਜੀਤ ਧਾਲੀਵਾਲ ਜੀ। ਸਭ ਤੋਂ ਪਹਿਲਾਂ ਤਾਂ ਧਾਲੀਵਾਲ ਸਾਹਿਬ ਤੇ ਬਜਾਜ ਸਾਹਿਬ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦਾ ਬਹੁਤ-ਬਹੁਤ ਸਵਾਗਤ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ, ਸਾਨੂੰ ਇੱਥੇ ਲੈ ਕੇ ਆਉਣ। ਗੱਲਬਾਤ ਸ਼ੁਰੂ ਕਰਦੇ ਹਾਂ ਬਜਾਜ ਸਾਹਿਬ ਤੋਂ। ਬਜਾਜ ਸਾਹਿਬ, ਪਿਛਲੇ ਕੁਝ ਦਿਨਾਂ ਤੋਂ ਜਿਹੜੇ ਐਗਜ਼ਿਟ ਪੋਲ ਆ ਰਹੇ ਨੇ ਉਹਦੇ ਵਿੱਚ 3-ਵੇ ਰੇਸ ਤੋਂ 2-ਵੇ ਰੇਸ ਬਣਦੀ ਜਾ ਰਹੀ ਆ। ਕੀ ਜਿਹੜੇ ਪੋਲ ਆ ਰਹੇ ਨੇ ਤੁਸੀਂ ਉਸ ਗੱਲ ਨਾਲ ਸਹਿਮਤ ਹੋ ਕਿ ਕਿਤੇ ਨਾ ਕਿਤੇ NDP ਪਾਰਟੀ ਜਿਹੜੀ ਆ ਉਹ ਰੇਸ ਤੋਂ ਬਾਹਰ ਹੋ ਜਾ ਰਹੀ ਆ? वो बात सही है कि NDP रेस से बाहर हो रही है। इनफैक्ट as a conservative government, from the day one we think that we are good in the race, we are good and strong on the polls. और जो conservative government ने especially the Harper government ने last 10 साल में काम किया है, the Canadians, the people of Canada are recognizing how important the conservative government is, how important the Harper government is for the upcoming 4 years. जो अपना इतना tough time था economy में, then also under the Liberal leadership of the Prime Minister, we were able to do well. Low taxes, balanced budgets, at the same time focusing on the family. So एक चीज I always believe and I always say that Conservative Party is for family. Conservative government is, especially under the leadership of the Prime Minister Harper, is for families. और यहाँ families की बात आती है, there people are recognizing that, and that's the reason you see a steady increase on the Conservative government, Conservative Party vote. ਧਾਲੀਵਾਲ ਸਾਹਿਬ, ਜੇ ਗੱਲ ਕੀਤੀ ਜਾਵੇ ਕਿ ਦੋ ਮੁੱਦੇ ਜਿਹੜੇ ਸਪੈਸ਼ਲ ਐਥਨਿਕ ਕਮਿਊਨਿਟੀ ਦੇ ਵਿੱਚ ਚਿੰਤਾ ਦਾ ਕਾਰਨ ਸੀ ਕੰਜ਼ਰਵੇਟਿਵ ਪਾਰਟੀ ਦੇ ਲਈ, ਬਿੱਲ C-51 ਤੇ ਬਿੱਲ C-24, ਹਾਲਾਂਕਿ ਕੈਨੇਡੀਅਨ ਕਮਿਊਨਿਟੀਜ਼ ਦੇ ਵਿੱਚ ਜੇ ਓਵਰਆਲ ਦੇਖਿਆ ਜਾਵੇ ਕਾਫੀ ਸਪੋਰਟ ਮਿਲ ਰਹੀ ਸੀ ਇਹਨਾਂ ਬਿੱਲਾਂ ਦੇ ਬਾਰੇ। ਤੁਹਾਨੂੰ ਲੱਗਦਾ ਕਿ ਇਲੈਕਸ਼ਨ ਦੇ ਹੁਣ ਜਿਹੜੇ ਪਿਛਲੇ 2 ਹਫ਼ਤੇ ਬਚੇ ਨੇ ਉਸ ਦਾ ਫਾਇਦਾ ਕੰਜ਼ਰਵੇਟਿਵ ਪਾਰਟੀ ਨੂੰ ਹੋਊਗਾ? ਦੇਖੋ ਜੀ, ਜਿਹੜੇ ਮੁੱਦੇ ਹੁੰਦੇ ਨਾ, ਤੁਸੀਂ ਇਹ ਸੋਚ ਕੇ ਮੁੱਦਾ ਨਹੀਂ ਲੈ ਕੇ ਆਉਂਦੇ ਵੀ ਇਹਦਾ ਪਾਰਟੀ ਨੂੰ ਫਾਇਦਾ ਨਹੀਂ ਫਾਇਦਾ। ਤੁਸੀਂ ਮੁੱਦਾ ਇਸ ਕਰਕੇ ਲੈ ਕੇ ਆਉਂਦੇ ਵੀ ਇਸ ਮੁੱਦੇ ਦਾ ਲੋਕਾਂ ਨੂੰ ਇਹਦਾ ਫਾਇਦਾ ਨਹੀਂ। ਮੈਂ ਇਹ ਮਹਿਸੂਸ ਕਰਦਾ ਕਿ ਜਿਹੜੇ ਇਹ ਜਿਹੇ ਮੁੱਦੇ ਨੇ, ਤੁਸੀਂ C-24 ਦਾ ਲਾ ਲਓ, C-51 ਦਾ ਲਾ ਲਓ, ਇਹ ਐਕਚੁਅਲੀ ਕੰਜ਼ਰਵੇਟਿਵ ਪਾਰਟੀ ਦੇ ਮੁੱਦੇ ਸੀ। ਇਹ ਮੁੱਦਾ ਬਣ ਗਿਆ ਇਸ ਕਰਕੇ ਕਿਉਂਕਿ ਜਿਹੜੀ NDP ਵਾਲੇ ਜਾਂ ਲਿਬਰਲ ਵਾਲੇ ਇਸ ਨੂੰ ਇਸ ਤਰੀਕੇ ਨਾਲ ਤੋੜ ਮਰੋੜ ਕੇ ਤੇ ਉਹਨੂੰ ਮਿਸ ਇਨਫੋਰਮੇਸ਼ਨ ਲੋਕਾਂ ਨੂੰ ਉਹ ਦੇ ਰਹੇ ਸੀ, ਤਾਂ ਉਹ ਅਸੀਂ ਉਸ ਨੂੰ ਸਿਰਫ ਇਨਫੋਰਮੇਸ਼ਨ ਨੂੰ ਕਲੈਰੀਫਾਈ ਅਸੀਂ ਕਰਦੇ ਸੀਗੇ। ਇਸ ਕਰਕੇ ਉਹ ਤੁਹਾਨੂੰ ਇਹ ਲੱਗਦਾ ਵੀ ਮੁੱਦਾ, ਅਦਰਵਾਈਜ਼ ਸਾਡੇ ਪੱਖੋਂ ਤਾਂ ਇੱਕ ਮੁੱਦਾ ਨਹੀਂ। ਅਸੀਂ ਇਹ ਜਿਹੜੇ C-51 ਤੇ 24 ਆ, ਇਹ ਕੈਨੇਡੀਅਨ ਜਿਹੜੀ ਪਾਪੂਲੇਸ਼ਨ ਵਾਸਤੇ ਬਣੇ ਨੇ, ਉਹਨਾਂ ਨੂੰ ਸਿਕਿਉਰ ਕਰਨ ਵਾਸਤੇ ਬਣੇ ਨੇ, ਉਹਨਾਂ ਦੀ ਸੇਫਟੀ ਵਾਸਤੇ ਬਣੇ ਨੇ। ਕੋਈ ਵੀ ਜਿਹੜੀ ਉਹਦੇ ਵਿੱਚ ਚੀਜ਼ ਹੈ, ਕੋਈ ਐਸੀ, ਦੇਖੋ ਮੈਂ ਤਾਂ ਇਹ ਬੜਾ ਹੈਰਾਨ ਹੈ ਜਿਹੜੇ ਇਲੈਕਟਡ ਜਿਹੜੇ ਬੰਦੇ ਨੇ, ਜਿਹੜੇ ਉਹ ਇਸ ਤਰ੍ਹਾਂ ਬੋਲਦੇ ਆ, ਝੂਠ ਬਿਲਕੁਲ ਬੋਲਦੇ ਆ ਵੀ ਸੈਕੰਡ ਕਲਾਸ ਸਿਟੀਜ਼ਨ ਹੈ। ਸੈਕੰਡ ਕਲਾਸ ਸਿਟੀਜ਼ਨ ਸਾਰਾ ਐਕਟ ਪੜ੍ਹ ਕੇ ਦੇਖ ਲਓ, ਉਹਦੇ ਵਿੱਚ ਮੈਂ ਕਲਾ ਅੱਖਰ ਪੜ੍ਹਿਆ, ਕਿਤੇ ਨਹੀਂ ਲਿਖਿਆ ਵੀ ਕੋਈ ਬੰਦਾ ਉਹ ਸੈਕੰਡ ਕਲਾਸ ਹੈ। ਪਰ ਇਹ ਜਿਹੜੀ ਮਿਸ ਇਨਫੋਰਮੇਸ਼ਨ ਹੈ ਉਹਨੂੰ ਅਸੀਂ ਜਦੋਂ ਲੋਕਾਂ ਨੂੰ ਦੇਣ ਨਾਲ ਚਾਹਿਆ ਤਾਂ ਉਹਨਾਂ ਨੂੰ ਐਂ ਲੱਗਣ ਲੱਗ ਗਿਆ ਲੋਕਾਂ ਨੂੰ ਕੋਈ ਇਹੀ ਮੁੱਦਾ ਸਾਡੇ ਕੋਲ ਦਾ ਇਹ ਮੁੱਦਾ ਨਹੀਂ, ਸਾਡੇ ਕੋਲ ਦਾ ਤਾਂ ਲੋਕਾਂ ਦਾ ਮੁੱਦਾ ਹੈ। ਲੋਕਾਂ ਨੂੰ ਜੌਬ ਕਿਵੇਂ ਮਿਲਣੀ ਚਾਹੀਦੀ ਹੈ, ਲੋਕਾਂ ਦੀ ਇਕੋਨਮੀ ਕਿਵੇਂ ਅਸੀਂ ਰੱਖੀਏ, ਉਹਦੀ ਸਿਕਿਉਰਿਟੀ ਤੇ ਸੇਫਟੀ ਵਾਸਤੇ ਹੁਣ ਜਿਹੜਾ TPP ਰਹੇਗਾ, ਇਹ ਹੈ ਦੇਖੋ ਇਹ ਐਕਚੁਅਲੀ ਇਸ ਵਕਤ ਜਿਹੜਾ ਮੁੱਦਾ ਸਭ ਤੋਂ ਵਧੀਆ ਹੈ। ਤੁਹਾਨੂੰ ਕਿਹੜਾ ਕਹੂਗਾ ਜਿਹਦੀ ਕਿ ਇਕੋਨਮੀ ਐਕਸਪੋਰਟ ਉੱਤੇ ਬੇਸ ਹੋਵੇ ਤੇ ਉਹਨੂੰ 800 ਮਿਲੀਅਨ ਹੋਰ ਨਵੇਂ ਕਲਾਇੰਟ ਮਿਲੇ ਹੋਣ ਕਿ ਤੁਹਾਨੂੰ $700 ਬਿਲੀਅਨ ਦੀ ਤੁਹਾਡੀ ਜਿਹੜੀ ਇਕੋਨਮੀ ਆ ਉਹ TPP ਦੇ ਜਿਹੜੇ ਕੰਟਰੀ ਉਹਨਾਂ ਦੇ ਵਿੱਚ ਥੋੜੀ ਜਾਂਦੀ ਹੋਵੇ, ਜਿਹੜੀ ਕਿ ਉਹ ਆਪਣੀ ਟੋਟਲ GDP ਦੇ ਆਲਮੋਸਟ ਤਕਰੀਬਨ 40% ਹੈ। ਸੋ ਇਹ ਅਸਲੀ ਮੁੱਦਾ ਹੈਗਾ। ਬਾਕੀ ਇਹ ਮੁੱਦੇ ਨੇ ਇਹ ਬਣਾਏ ਗਏ ਨੇ, ਇਹ ਫੇਕ ਮੁੱਦੇ ਨੇ ਜਿਹੜੇ ਸਟੂਡੈਂਟ ਜਿਹੜੇ ਇਹ ਐਵੇਂ ਪ੍ਰਚਾਰ ਕੀਤਾ ਗਿਆ ਉਹਨੂੰ ਅਸੀਂ ਰਿਐਕਟ ਕਰਕੇ ਤਾਂ ਲੋਕਾਂ ਨੂੰ ਲੱਗਣਾ ਸਾਡੇ ਵਾਸਤੇ ਇਹ ਬਿਲਕੁਲ ਮੁੱਦਾ ਨਹੀਂ। ਸਾਡਾ ਮੁੱਦਾ ਤਾਂ ਇਕੋਨਮੀ, ਸੇਫਟੀ ਤੇ ਲੋਕਾਂ ਦੀ ਜਿਹੜੀ ਉਹਨਾਂ ਨੂੰ ਜੌਬ ਲਿਆਵੇ। ਪਰ ਜੇ ਗੱਲਬਾਤ ਸਿਕਿਉਰਿਟੀ ਦੀ ਕੀਤੀ ਜਾਵੇ, ਕਿਤੇ ਨਾ ਕਿਤੇ ਇਹਨਾਂ ਬਿੱਲਾਂ ਦੇ ਦੁਆਰਾ ਕੈਨੇਡੀਅਨਜ਼ ਨੂੰ ਸਿਕਿਉਰਿਟੀ ਤੇ ਸੇਫਟੀ ਦੇਣ ਦੀ ਗੱਲ ਕੀਤੀ ਗਈ ਆ। ਲੀਡਰਸ਼ਿਪ ਤੇ ਸੇਫਟੀ ਦੇ ਜਿਹੜੇ ਅੰਡਰ ਬੈਨਰ ਹੀ ਕੰਜ਼ਰਵੇਟਿਵ ਪਾਰਟੀ ਲੜ ਰਹੀ ਆ। ਪਰ ਜਿਵੇਂ ਤੁਸੀਂ ਕਿਹਾ ਕਿ ਕੋਈ ਵੀ ਸੈਕੰਡ ਕਲਾਸ ਸਿਟੀਜ਼ਨ ਇਸ ਦੇ ਵਿੱਚ ਨਹੀਂ ਬਣੂਗਾ, ਪਰ ਕਿਤੇ ਨਾ ਕਿਤੇ ਬਿੱਲ ਦੇ ਵਿੱਚ ਇਹ ਤਾਂ ਜ਼ਰੂਰ ਆ
कि certain citizens can be deported and certain citizens cannot be deported. Will you agree with me on that or not, Bajaj sir? So, yeah, no, that's not true. As Dhaliwal sir mentioned that there is nothing like second class citizen. ये तो एक जो Canadians को गुमराह let's don't say second class citizen, but two classes of citizenship. No. This is exactly, you are doing exactly the same thing which everybody else is doing. There are not two classes of citizens. So ਤੁਸੀਂ ਹੁਣ ਮੈਂ ਕਰਦਾ ਜਿਹੜਾ ਬੰਦਾ ਕੋਈ ਡਿਊਲ ਸਿਟੀਜ਼ਨਸ਼ਿਪ ਜਿਹਦੇ ਕੋਲ ਹੈਗੀ ਹੈ, ਜਦੋਂ ਉਹਨੇ ਆਪਣੇ ਐਕਸ਼ਨ ਦੇ ਨਾਲ ਆਪਣੀ ਇੱਥੋਂ ਦੀ ਸਿਟੀਜ਼ਨਸ਼ਿਪ ਨੂੰ ਉਹਨੇ ਡਿਨਾਊਂਸ ਕਰਤਾ, ਉਹਨੂੰ ਰਿਨਾਊਂਸ ਕਰਤਾ, ਤਾਂ ਉਹਦੇ ਕੋਲੇ ਇੱਕ ਹੋਰ ਕਿਸੇ ਮੁਲਕ ਦੀ ਸਿਟੀਜ਼ਨਸ਼ਿਪ ਹੈਗੀ ਹੈ ਤੇ ਉਹਦੇ ਨਾਲ ਉਹਦੀ ਲੋਇਲਟੀ ਸ਼ੋ ਕਰ ਰਿਹਾ। ਸਾਡੇ ਨਾਲ ਤੁਸੀਂ ਸਹੁੰ ਚੁੱਕਦੇ ਹੋ, ਮੈਂ ਫੋਰਮਰ ਸਿਟੀਜ਼ਨਸ਼ਿਪ ਜੱਜ ਹੈ, ਮੇਰੇ ਕੋਲ ਜਿਹੜਾ ਬੰਦਾ ਮੂਹਰੇ ਆਉਂਦਾ ਆਪਣੇ ਹੱਥ ਚੱਕ ਕੇ ਬੋਲ ਕੇ ਸਹੁੰ ਚੁੱਕਦਾ, ਆਪਣਾ ਫੇਸ ਦਿਖਾ ਕੇ ਮੈਨੂੰ ਅੱਖਾਂ ਦੇ ਇੰਪ੍ਰੈਸ਼ਨ, ਉਹਦੇ ਮੂੰਹ ਦੇ ਇੰਪ੍ਰੈਸ਼ਨ ਸਾਰੇ ਮੈਨੂੰ ਦਿਖਦੇ ਨੇ, ਉਹ ਇਸ ਮੁਲਕ ਦੇ ਨਾਲ ਆਪਣੀ ਇਲੀਜੈਂਸ ਉਸ ਨੂੰ ਪ੍ਰਗਟਾਉਂਦਾ। ਜਦੋਂ ਉਹ ਉਸ ਇਸ ਮੁਲਕ ਦੇ ਨਾਲ ਧਾਲੀਵਾਲ ਸਾਹਿਬ ਤਾਂ ਉਹਦੀ ਸਿਟੀਜ਼ਨਸ਼ਿਪ ਕੈਂਸਲ ਹੋਈ ਕਿਉਂਕਿ ਉਹਦੇ ਕੋਲ ਦੂਜੇ ਮੁਲਕ ਦੀ ਸਿਟੀਜ਼ਨਸ਼ਿਪ ਹੈਗੀ ਹੈ। ਪਰ ਧਾਲੀਵਾਲ ਸਾਹਿਬ ਜੱਜ ਨੇ ਤਾਂ ਇਹ ਤੁਹਾਡੀ ਗੱਲ ਮੰਨੀ ਨਹੀਂ, ਕਿਉਂਕਿ ਨਕਾਬ ਤੇ ਲੱਗਿਆ ਹੋਇਆ ਬੈਨ ਤੇ ਸਿਟੀਜ਼ਨਸ਼ਿਪਸ ਦੀ ਸੈਰੀਮਨੀਜ਼ ਦੇ ਵਿੱਚ ਜੱਜ ਨੇ ਤਾਂ ਉਹ ਡਿਸੀਜਨ ਕਰ ਲਿਆ। ਇਸੇ ਕਰਕੇ ਇਹ ਜ਼ਰੂਰੀ ਹੈ, ਕੰਜ਼ਰਵੇਟਿਵ ਜਿਹੜੀ ਗਵਰਨਮੈਂਟ ਹੈ ਇਹਨਾਂ ਦੀ ਮੈਜੋਰਿਟੀ ਆਉਣੀ ਬਹੁਤ ਜ਼ਰੂਰੀ ਹੈ, ਤਾਂ ਕਿ ਅਗਲੀ ਵਾਰੀ ਜਦੋਂ ਅਸੀਂ ਆਵਾਂਗੇ ਪ੍ਰਾਈਮ ਮਿਨਿਸਟਰ ਨੇ ਕਹਿ ਦਿੱਤਾ ਅਸੀਂ ਜੱਜਿਸ ਲੈ ਕੇ ਆਵਾਂਗੇ। ਜੱਜਿਸ ਜਿਹੜੇ ਨੇ, ਜਿਹੜਾ ਆਲਰੇਡੀ ਕੰਸਟੀਟਿਊਸ਼ਨ ਬਣਿਆ ਹੋਇਆ, ਐਕਟ ਬਣਿਆ ਹੋਇਆ, ਉਸ ਨੂੰ ਵਿਦਹੋਲਡ ਕਰਨ ਵਾਸਤੇ, ਉਹਨੂੰ ਹੋਲਡ ਕਰਨ ਵਾਸਤੇ ਹੀ ਫੈਸਲਾ ਦਿੱਤਾ ਹੁੰਦਾ। ਜਿਹੜਾ ਇਹ ਡਾਇਰੈਕਟਿਵ ਇਸ਼ੂ ਕੀਤਾ ਹੋਇਆ ਲੈਜਿਸਲੇਸ਼ਨ ਨਹੀਂ ਹੈ। ਜਦੋਂ ਸਾਡੀ ਗਵਰਨਮੈਂਟ ਆ ਗਈ ਇਹ ਅਸੀਂ ਲੈਜਿਸਲੇਸ਼ਨ ਲਾਵਾਂਗੇ ਤਾਂ ਤੁਸੀਂ ਦੇਖਿਓ ਇਹੀ ਜਿਹੜੇ ਜੱਜਿਸ ਨੇ ਫਿਰ ਇਹਦੇ ਨਾਲ ਖੜਨਗੇ ਕਾਨੂੰਨ ਦੇ। ਇਸ ਵਕਤ ਉਹ ਜਿਹੜਾ ਕਾਨੂੰਨ ਕੰਸਟੀਟਿਊਸ਼ਨ ਦੇ ਵਿੱਚ ਨਹੀਂ ਹੈਗਾ, ਇਸ ਕਰਕੇ। ਦੇਖੋ ਹੋਰ ਗੱਲ ਹੈ, ਤੁਹਾਡੇ ਕੋਲ ਜੇ 2015 ਦੀ ਕਾਰ ਹੈ, ਤੁਹਾਡੇ ਕੋਲ 1970 ਦੇ ਟੂਲ ਨੇ, ਉਹਦੇ ਨਾਲ ਜੇ ਕੋਈ 2015 ਦੀ ਕਾਰ ਹੈ ਉਹ ਤੁਸੀਂ ਕਿਵੇਂ ਨੂੰ ਫਿਕਸ ਕਰ ਦੋਗੇ? ਜਿਹੜਾ ਸਿਟੀਜ਼ਨਸ਼ਿਪ ਐਕਟ ਹੈ ਇਹ 1977 ਤੋਂ ਬਾਅਦ ਹੁਣ ਇਹ ਐਕਟ ਦੁਆਰਾ ਇਹਦੀ ਸਟੈਂਡਰਿੰਗ ਹੋਈ ਹੈ। ਇਹਦੇ ਵਿੱਚ ਜਿਹੜੀਆਂ ਇਹ ਜਿਹੀ ਚੀਜ਼ਾਂ ਨੇ ਉਹ ਦੁਬਾਰਾ ਹੌਲੀ ਫਿਕਸ ਹੋਣਗੀਆਂ। ਫਿਕਸ ਹੋਣ ਤੋਂ ਬਾਅਦ ਨੋ ਪ੍ਰੋਬਲਮ ਆਏਗਾ। ਓਕੇ ਧਾਲੀਵਾਲ ਸਾਹਿਬ, ਜੇ ਮੈਂ ਸਹੀ ਸਮਝਦਾ ਹੋਵਾਂ ਤਾਂ ਤੁਸੀਂ ਕਹਿ ਰਹੇ ਹੋ ਕਿ ਜੋ ਜੱਜ ਨੇ ਫੈਸਲਾ ਨਕਾਬ ਬਾਰੇ ਦਿੱਤਾ ਤੁਹਾਡੀ ਪਾਰਟੀ ਨੂੰ ਹਜੇ ਵੀ ਕਬੂਲ ਨਹੀਂ। ਜੇ ਤੁਸੀਂ ਗਵਰਨਮੈਂਟ ਬਣਾਉਂਦੇ ਹੋ ਤੁਸੀਂ ਐਕਟ ਦੇ ਅਧੀਨ ਵਿੱਚ ਕਿਤੇ ਨਾ ਕਿਤੇ ਨਕਾਬ ਬਾਰੇ ਗੱਲਬਾਤ ਫਿਰ ਅੱਗੇ ਲੈ ਕੇ ਆਓਗੇ। ਅੱਗੇ ਲੈ ਕੇ ਨਹੀਂ ਜੀ, ਅਸੀਂ ਤਾਂ ਇਹ ਲੈਜਿਸਲੇਸ਼ਨ ਲੈ ਕੇ ਆਵਾਂਗੇ ਜਿਹੜੇ ਤਾਂ ਹੀ ਅਸੀਂ ਮੈਜੋਰਟੀ ਮੰਗਦੇ ਹਾਂ, ਤਾਂ ਕਿ ਜਿਹੜਾ ਇਸ ਧਰਤੀ ਦੀ ਸਿਕਿਉਰਿਟੀ ਵਾਸਤੇ ਇਹ ਜਿਹੜਾ ਲੈਜਿਸਲੇਸ਼ਨ ਲੈ ਕੇ ਆਵਾਂਗੇ। ਜਦੋਂ ਲੈਜਿਸਲੇਸ਼ਨ ਦੇ ਐਕਟ ਦੇ ਵਿੱਚ ਲਿਖਿਆ ਹੋਇਆ ਫਿਰ ਜਿਹੜੇ ਜੱਜਿਸ ਨੇ ਉਹ ਕਾਨੂੰਨ ਪੜ੍ਹ ਕੇ ਉਹਨਾਂ ਦੇ ਕੰਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਫਿਰ ਇਹ ਫੈਸਲੇ ਨਹੀਂ ਦੇਣਗੇ। ਇਹ ਦੇਖੋ ਜਿਹੜੇ ਜੱਜਿਸ ਹੈ ਨਾ, ਇਹ ਜੱਜਿਸ ਦੇ ਨਾਲ ਕੰਟਰੀ ਚੱਲਣ ਲੱਗ ਗਈ ਤਾਂ ਐਮਪੀਆਂ ਦੀ ਕੋਈ ਲੋੜ ਨਹੀਂ ਹੈ, ਫਿਰ ਲੋਕਾਂ ਨੂੰ ਵੋਟਾਂ ਪਾਉਣ ਦੀ ਕੋਈ ਲੋੜ ਨਹੀਂ ਹੈ ਕਿ ਇਹ ਜਿਹੜੇ ਜੱਜਿਸ ਇਸ ਕੰਟਰੀ ਨੂੰ ਨਹੀਂ ਰਨ ਕਰਦੇ। ਜੱਜਿਸ ਤਾਂ ਜਿਹੜੇ ਐਮਪੀਜ਼ ਦੇ ਜਿਹੜੀ ਗਵਰਨਮੈਂਟ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਕਾਨੂੰਨ ਬਣਾਏ ਹੋਏ ਆ ਉਹਨਾਂ ਦੀ ਪਾਲਣਾ ਕਰਨ ਵਾਸਤੇ ਹੱਲ ਕਰਦੇ। But Bajaj Saab, let me ask you very straightforward. Taliwal says saying कि judges ਦੀ ਇੰਨੀ ਲੋੜ ਨਹੀਂ ਹੈ, ਪਾਰਲੀਮੈਂਟ ਦਾ ਆਪਣਾ ਹੀ ਰੋਲ ਹੁੰਦਾ। No, you just said ਕਿ ਜੱਜਾਂ ਦੀ ਲੋੜ ਨਹੀਂ ਹੈਗੀ। Absolutely not. Did you say that or no? Absolutely, I did not say that. Don't put that word in my mouth. Okay. ਜੱਜਾਂ ਨੂੰ ਫੈਸਲੇ ਲੈਣੇ ਚਾਹੀਦੇ। ਜੱਜਿਸ ਕੰਟਰੀ ਨੂੰ ਰਨ ਨਹੀਂ ਕਰਦੇ। ਜੱਜਿਸ ਤਾਂ ਜਿਹੜੇ ਕੰਟਰੀ ਨੂੰ ਰਨ ਕਰਦੇ ਨੇ ਐਮਪੀ ਨੇ, ਉਹਨਾਂ ਦੇ ਕਾਨੂੰਨ ਬਣਾਏ ਹੋਏ ਨੇ, ਉਹਨਾਂ ਨੂੰ ਹੋਲਡ ਕਰਦੇ ਨੇ, ਉਹਨਾਂ ਉੱਤੇ ਐਕਟ ਕਰਦੇ। ਪਰ ਧਾਲੀਵਾਲ ਸਾਹਿਬ ਤੁਹਾਡੇ ਬਣਾਏ ਹੋਏ ਬਿੱਲ ਸੁਪਰੀਮ ਕੋਰਟ ਦੇ ਵਿੱਚੋਂ ਕਿੰਨੇ ਬਿੱਲ ਵਾਪਸ ਕੰਜ਼ਰਵੇਟਿਵ ਪਾਰਟੀ ਨੂੰ ਪਿਛਲੇ ਹੁਕਮਰਾਨ ਜਿਹੜੀ ਗਵਰਨਮੈਂਟ ਸੀ ਭੇਜ ਦਿੱਤੇ ਗਏ। ਰਿਫਿਊਜੀ ਹੈਲਥ ਕੇਅਰ ਦੀ ਗੱਲ ਕੀਤੀ ਜਾਵੇ, ਅਬੋਰਸ਼ਨ ਦੀ ਗੱਲ ਕੀਤੀ ਜਾਵੇ, ਅਸਿਸਟਡ ਸੁਸਾਈਡ ਦੀ ਗੱਲ ਕੀਤੀ ਜਾਵੇ, ਐਬੋਰੀਜਨਲ ਭਾਈਚਾਰੇ ਦੀ ਗੱਲ ਕੀਤੀ ਜਾਵੇ। ਹੈਲਥ ਕੇਅਰ ਦਾ ਇਹ ਕੋਈ ਕੰਸਟੀਟਿਊਸ਼ਨ ਵਿੱਚ ਲਿਖਿਆ ਹੋਇਆ ਕਿਤੇ? Well, they brought the bill and Supreme Court sent it back. ਦੇਖੋ ਜਿਹੜਾ ਇਹ ਕੰਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਦੋ ਦਾ ਡਾਇਰੈਕਟਿਵ, ਉਹ ਦੇਖੋ ਜਿਹੜਾ ਇੱਕ ਬੰਦਾ ਬੋਗਸ ਰਿਫਿਊਜੀ ਹੈ, ਜਿਹੜਾ ਉਹ ਕਲੀਅਰ ਹੋ ਗਿਆ ਕੋਰਟ ਦੇ ਵਿੱਚੋਂ, ਰਿਫਿਊਜੀ ਬੋਰਡ ਦੇ ਵਿੱਚੋਂ ਬੋਗਸ ਰਿਫਿਊਜੀ ਹੈ, why should we pay for his health care and better than the other people who are working here and paying the taxes in this country? It makes total sense to me. I think you were saying absolutely right. No, why not? I'm asking you as a Canadian that ਜਦੋਂ ਜੱਜ ਨੇ ਤੁਹਾਨੂੰ ਸੁਪਰੀਮ ਕੋਰਟ ਦੇ ਨੇ ਕਹਿਤਾ ਕਿ you cannot do that. Like for example, conservative party is asking to abolish the Senate, and you know legally we can't do it. We have to go to the provinces. We need a unanimous support. We need a province support from 7 provinces. No.
ਪੁੱਛੋ ਟਾਮ ਐਨੀਮਲ ਕੇਅਰ ਨੂੰ ਪੁੱਛੋ ਉਹਨਾਂ ਨੇ ਕਿਹਾ ਅਬੋਲਿਸ਼ ਕਰਨਾ ਅਸੀਂ ਤਾਂ ਹੁਣ ਐਸਾ ਉਹ ਕਹਿੰਦੇ ਨਹੀਂ ਕਿ ਅਸੀਂ ਕਿਹਾ So what do you want to do with the Senate? ਸੁਪਰੀਮ ਕੋਰਟ ਨੂੰ ਅਸੀਂ ਪੁੱਛਿਆ ਸੁਪਰੀਮ ਕੋਰਟ ਨੇ ਕਹਿੰਦੇ ਵੀ ਤੁਸੀਂ ਨਹੀਂ ਇਹਨੂੰ ਕਰ ਸਕਦੇ ਇਸ ਕਰਕੇ ਉਹਨਾਂ ਨੇ ਉਹ ਬੰਦਾ ਬਿੱਲ ਬੰਦ ਕਰਤਾ Then why is still part of your policy that you want to abolish the senator and This is still? not the part of the policy. I think you should go back and read those policies. As of here, we are saying that So we why- want to appoint more senators. Okay, so why Stephen Harper is refusing to appoint the senators anymore? And Stephen Harper already said that he's not going to appoint any more senators. yeah, so ਇਸ ਕਰਕੇ ਜਿਹੜੀ ਸੈਨੇਟ ਦੇ ਵਿੱਚ ਦੇਖੋ ਜਿਹੜੀ ਐਨਡੀਪੀ ਦੀ ਪੋਜੀਸ਼ਨ ਸੀ ਵੀ ਅਸੀਂ ਅਬੋਲਿਸ਼ ਕਰਾਂਗੇ ਤੇ ਜਿਹੜੀ ਲਿਬਰਲ ਦੀ ਬੇਸਿਕਲੀ ਵੀ ਉਹਨਾਂ ਨੇ ਆਪਣੇ ਸੈਨੇਟਰ ਸਾਰੇ ਰਿਲੀਜ਼ ਕਰਤੇ ਨੇ ਤੇ ਅਸੀਂ ਸਾਡੀ ਉਹਦੇ ਉੱਤੇ ਜੇ ਸਾਡੀ ਇਹ ਪੋਜੀਸ਼ਨ ਹੈ ਵੀ ਅਸੀਂ ਅਪਾਇੰਟ ਨਹੀਂ ਕਰਨੇ ਠੀਕ ਨਹੀਂ ਉਹ ਜਿਹੜਾ ਹੁਣ ਕੰਸਟੀਟਿਊਸ਼ਨ ਸੈਨੇਟ ਚਲਾਉਣੀ ਕਿਵੇਂ ਆ ਜਦੋਂ ਕੰਸਟੀਟਿਊਸ਼ਨ ਡਿਮਾਂਡ ਕਰੂਗਾ ਉਹਦੇ ਹਿਸਾਬ ਨਾਲ ਜਿਹੜੀਆਂ ਚੇਂਜਸ ਆਉਣਗੀਆਂ ਦੇਖੋ ਇਹ ਜਿਹੜੀ ਗਵਰਨਮੈਂਟ ਚੱਲਣੀ ਹੈ ਇਹ ਕੋਈ ਐਸਾ ਨਹੀਂ ਹੈ ਵੀ ਇੱਕ ਸਾਲ ਪਾਣੀ ਖੜ ਗਿਆ ਤੇ ਇਹਨੂੰ ਕੋਈ ਚੱਲਣਾ ਨਹੀਂ ਹੈ ਇਹ ਸਮੇਂ ਦੇ ਹਿਸਾਬ ਨਾਲ ਚੇਂਜਸ ਵਿੱਚ ਆਉਂਦੀਆਂ ਰਹਿਣਗੀਆਂ ਜੇ ਸਪੋਜ਼ ਕਰ ਲਓ ਕੋਈ ਸੈਨੇਟ ਦੇ ਵਿੱਚ ਐਸੀ ਪ੍ਰੋਬਲਮ ਆਉਂਦੀ ਉਹਨਾਂ ਕੋਲ ਸਿਰਫ 40% ਰਹਿ ਜਾਂਦੇ ਨੇ ਜਿਹੜਾ ਉਹਨਾਂ ਨੇ ਕੰਮ ਕਰਨਾ ਜਿਹੜੇ ਬਿੱਲ ਉਹਨਾਂ ਨੇ ਪੜ੍ਹਨੇ ਨੇ ਰੀਡਿੰਗ ਕਰਨੀ ਹੈ ਉਹ ਉਹਨੂੰ ਕੰਡਕਟ ਨਹੀਂ ਕਰ ਸਕਦੇ ਤਾਂ ਹੌਲੀ ਹੌਲੀ ਜਦੋਂ ਬੇਸਿਕਲੀ ਇਟ ਡਜ਼ਨਟ ਮੈਟਰ ਇਫ ਗਵਰਨਮੈਂਟ ਇਜ਼ ਉਹਦਾ ਬਿੱਲ ਉਹਨਾਂ ਚਿਰ ਬਿੱਲ ਨਹੀਂ ਬਣ ਸਕਦਾ ਉਹਨਾਂ ਚਿਰ ਉਹ ਲਾ ਹੀ ਨਹੀਂ ਬਣ ਸਕਦਾ ਜਦੋਂ ਸਾਈਨ ਨਹੀਂ ਕਰਦੇ ਜੇ ਉਹਨਾਂ ਕੋਲ ਬੰਦੇ ਨਹੀਂ ਹੋਣਗੇ ਕਿੱਥੋਂ ਕਰਨਗੇ ਇਸ ਕਰਕੇ ਇਹ ਬੜੀ ਕੰਸਟੀਟਿਊਸ਼ਨਲ ਬੜਾ ਪੇਚੀਦਾ ਇਹ ਇਸ਼ੂ ਹੈ ਇਹ ਪੂਰੀ ਇਸ ਤਰ੍ਹਾਂ ਇੱਕ ਸਟੇਟਮੈਂਟ ਦੇ ਨਾਲ ਹੱਲ ਹੋਣ ਵਾਲੀ ਗੱਲ ਨਹੀਂ ਹੈ ਇਹ ਜਦੋਂ ਕੋਈ ਗਾਂ ਇਹ ਜੀ ਕੋਈ ਹੋਰ ਇਹ ਜੀ ਪ੍ਰੋਬਲਮ ਆਉਣਗੀਆਂ ਇਹ ਸਾਰਾ ਕੰਟਰੀ ਨੂੰ ਇਹਦੇ ਵਿੱਚ ਡਿਬੇਟ ਕਰਕੇ ਤੇ ਕਿਵੇਂ ਉਸ ਹਿਸਾਬ ਨਾਲ ਚੇਂਜਸ ਆਉਣਗੀਆਂ ਆਪਣੀ ਆਪਣੀ ਪਾਰਟੀ ਦੀ ਜਿਹੜੀ ਪੋਜੀਸ਼ਨ ਇਸ ਵਕਤ ਸਾਡੀ ਪੋਜੀਸ਼ਨ ਇਹ ਹੈ ਵੀ ਅਸੀਂ ਹੋਰ ਸੈਂਟਰ ਨਹੀਂ ਅਪਾਇੰਟ ਕਰਾਂਗੇ ਫਿਰ ਸੈਨੇਟ ਚੱਲੂਗੀ ਕਿਵੇਂ ਬਜਾਜ ਸਾਹਿਬ ਇਹ ਤਾਂ ਦੱਸੋ I think Senate is working now also, and Senate will keep on doing that till whatever the next steps are taken. So Senate is going on. So you think you won't appoint any more Duffys or other senators who were part of the scandals? No, the thing is that the Prime Minister holds people accountable when it comes to his notice, and that's what the leader's part is. That's what the leader's role is. Whether it's a government, whether it's a business, whether it's a corporate house, the leader's job is to hold people accountable if they're not doing their job properly. So last year when he decided he's going to appoint more than 58 senators, it is his own wish, and now he decided that he's not going to appoint any more senators. मेरा क्वेश्चन धालीवाल साहब से रही है कि ये स्टीवन हार्पर ने डिसाइड करना कोर्ट्स ने डिसाइड करना या कैनेडियंस ने डिसाइड करना कि सैनेटर पिछली टर्म ਦੇ ਵਿੱਚ 58 अपॉइंट ਕੀਤੇ ਸੀ 22 ਤੋਂ ਵੱਧ ਵੈਕੈਂਸੀਆਂ ਹੋਣ ਨੇ ਸਟੀਵਨ ਹਾਰਪਰ ਕਹਿੰਦੇ ਨੇ ਮੈਂ ਅਪਾਇੰਟ ਨਹੀਂ ਕਰਨਾ ਯੂ ਥਿੰਕ ਐਜ਼ ਅ ਪ੍ਰਾਈਮ ਮਿਨਿਸਟਰ ਹੀ ਸ਼ੁੱਡ ਡਿਸਾਈਡ that or let the judiciary decide it? ਨਹੀਂ ਜਿਹੜੀ ਜੁਡੀਸ਼ਰੀ ਦਾ ਇਹ ਉਹਨਾਂ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ ਵੀ ਤੁਸੀਂ ਸੈਨੇਟ ਨੂੰ ਅਬੋਲਿਸ਼ ਨਹੀਂ ਕਰ ਸਕਦੇ ਬਿਲਕੁਲ ਸੈਨੇਟ ਚੱਲਣੀ ਪਊਗੀ ਤੇ ਉਹ ਹੁਣ ਜਦੋਂ ਤਿੰਨਾਂ ਪਾਰਟੀਆਂ ਦੀਆਂ ਪੋਜੀਸ਼ਨ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੇ ਪੋਜੀਸ਼ਨ ਜਿਹੜੀ ਐਨਡੀਪੀ ਦੀ ਪੋਜੀਸ਼ਨ ਅਸੀਂ ਉਹਨਾਂ ਦੀ ਹਲੇ ਵੀ ਹੈ ਉਹ ਸੁਪਰੀਮ ਕੋਰਟ ਦਾ ਫੈਸਲਾ ਸੁਣਨ ਤੋਂ ਬਾਅਦ ਵੀ ਕਹਿੰਦੇ ਨੇ ਵੀ ਹਾਂ ਅਸੀਂ ਅਬੋਲਿਸ਼ ਕਰਨੀ ਹੈ ਉਹਨਾਂ ਨੂੰ ਕਦੇ ਕਿਸੇ ਨੇ ਕੋਈ ਕੁਐਸਚਨ ਨਹੀਂ ਪੁੱਛਿਆ ਹੈ ਨਾ ਤੋ ਜਿਹੜਾ ਠੀਕ ਹੈ ਜਿਹੜੇ ਟਰੂਡੋ ਉਹਨਾਂ ਨੇ ਪੋਜੀਸ਼ਨ ਲੈ ਲਈ ਹੈ ਉਹਨਾਂ ਨੇ ਆਪਣੇ ਸੈਨੇਟਰ ਸਾਰੇ ਰਿਲੀਜ਼ ਕਰਤੇ ਇਹਨਾਂ ਦੇ ਪੋਜੀਸ਼ਨ ਲੈ ਵੀ ਮੈਂ ਹਾਲੇ ਕੋਈ ਸੈਨੇਟਰ ਅਪਾਇੰਟ ਨਹੀਂ ਕਰਨਾ ਠੀਕ ਨਹੀਂ ਇਹ ਹੁਣ ਸੈਨੇਟਰ ਜਦੋਂ ਜਿਹੜਾ ਟਾਈਮ ਵਿਲ ਡਿਮਾਂਡ ਜਦੋਂ ਹੁਣ ਸੈਨੇਟਰ ਨੇ ਉਹ ਪਹਿਲੇ ਇਹ ਗੱਲ ਦੇਖਣੀ ਹੈ ਸੈਨੇਟਰ ਜਿਹੜੇ ਕਿ 75 ਤੇ ਏਜ ਦੇ ਨੇੜੇ ਨੇ ਉਹਨਾਂ ਨੇ ਰਿਟਾਇਰ ਹੋ ਜਾਣਾ ਕਿ ਇਹਦੀ ਹੈਲਥ ਖਰਾਬ ਹੋਈ ਕਿਵੇਂ ਜੇ ਉੱਥੇ ਸੈਨੇਟਰ ਹੀ ਛੋੜ ਰਿਹਾ ਕਿ ਉਹ ਜਿਹੜਾ ਕਮੇਟੀ ਵਰਕ ਨਹੀਂ ਹੋ ਸਕਦਾ then I am sure as a volunteer ਮੈਂ ਕੋਈ ਗੱਲ ਕਰਦਾ ਮੈਂ ਐਜ਼ ਕੋਈ ਪ੍ਰਾਈਮ ਮਿਨਿਸਟਰ ਕੋਈ ਗੱਲ ਨਹੀਂ ਕਰਦਾ ਐਜ਼ ਅ ਕੈਂਡੀਡੇਟ ਨਹੀਂ ਕਰਦਾ ਮੇਰਾ ਖਿਆਲ ਹੈ ਕਿ ਸਿਚੁਏਸ਼ਨ ਐਸੀ ਆ ਸਕਦੀ ਹੈ ਕਿ ਦੇ ਹੈਵ ਟੂ ਪੁਆਇੰਟ ਕਿ ਜਿਹੜੀ ਸੈਨੇਟ ਦਾ ਕੰਮ ਹੈ ਜਿਹੜਾ ਜਿਓਗ੍ਰਾਫਿਕਲੀ ਜਿਹੜੀ ਕੈਨੇਡਾ ਦੀ ਜਿਹੜੀ ਪਾਵਰ ਹੈ ਉਸ ਨੂੰ ਬੈਲੈਂਸ ਕਰਨਾ ਜਿਵੇਂ ਅੰਟੈਰੀਓ 'ਚ 24 ਨੇ ਕਿਵੈਕ 'ਚ 24 ਨੇ ਤੁਹਾਡੇ ਵਾਲਾ ਜਿਹੜਾ ਇਹਦੇ ਹਿੱਸਾ ਕੈਲਗਰੀ ਆਪਣੇ ਇੱਧਰ 24 ਨੇ ਪਰਲੇ ਪਾਸੇ 24 ਨੇ ਥੋੜੇ ਜਿਹੇ ਚਾਹੀਏ ਉਹ ਜਿਹੜਾ ਉਹਨੂੰ ਬੈਲੈਂਸ ਕਰਨ ਵਾਸਤੇ ਜਦੋਂ ਉੱਥੇ ਪਾਵਰ ਦਾ ਇੰਬੈਲੈਂਸ ਹੋ ਗਿਆ ਮੇਰੀ ਆਪਣੀ ਫੀਲਿੰਗ ਹੈ ਕਿ there will be a situation that they have to appoint more senate it doesn't matter government ਕਿਹੜੀ ਹੁੰਦੀ ਹੈ ਕਿਹੜੀ ਨਹੀਂ ਉਸ ਤੋਂ ਬਗੈਰ ਇਹ ਪਾਰਲੀਮੈਂਟਰੀ ਸਿਸਟਮ ਜਿਹੜਾ ਚੱਲ ਸਕਦਾ ਹੈ ਆਪਣੇ ਇੰਡੀਆ ਵਿੱਚ ਵੀ ਇਦਾਂ ਹੀ ਰਾਜ ਸਭਾ ਦਾ ਤੇ ਹਾਊਸ ਆਫ ਲੋਰਡ ਦਾ ਆਪਣੇ ਇੰਗਲੈਂਡ ਵੀ ਇਸ ਤਰ੍ਹਾਂ ਹੀ ਯੂਐਸ ਜਿਹੜਾ ਸਿਸਟਮ ਹੈ ਇਹ ਸੈਨੇਟ ਦੀ ਜ਼ਰੂਰੀ ਹੈ ਇਹ ਬੜਾ ਇੱਕ ਪਚੀਦਾ ਕੰਸਟੀਟਿਊਸ਼ਨਲ ਗੁੰਝਲ ਹੈ ਇਹ ਕੰਟਰੀ ਕਿਸੇ ਨੇ ਸੋਲਵ ਕਰ ਦਿੱਤਾ ਇੱਕ ਬੰਦੇ ਦੇ ਕਹਿਣ ਨਾਲ ਨਹੀਂ ਹੋਣੀ
ਓਕੇ, ਇੱਕ ਸਟੇਟ ਕੁਐਸਚਨ ਐਜ਼ ਅ ਕੈਨੇਡੀਅਨ ਪੁੱਛ ਰਿਹਾ ਕਿ ਜਦੋਂ ਪਿਛਲੀ ਇਲੈਕਸ਼ਨਸ ਹੋਈਆਂ ਸੀ ਤੇ ਸਟੀਵਨ ਹਾਰਪਰ ਨੇ ਪ੍ਰੋਮਿਸ ਕੀਤਾ ਸੀ ਕਿ ਜੇ ਉਹ ਸਰਕਾਰ ਬਣਾਉਂਦੇ ਨੇ ਤਾਂ ਉਹ ਕਿਸੇ ਸੈਨੇਟਰ ਨੂੰ ਅਪੁਆਇੰਟ ਨਹੀਂ ਕਰਨਗੇ, ਇਲੈਕਟਿਡ ਸੈਨੇਟਰ ਹੀ ਸੈਨੇਟ ਦੇ ਵਿੱਚ ਆਉਣਗੇ, ਜਿਸ ਦਾ ਐਗਜ਼ਾਮਪਲ ਅਲਬਰਟਾ ਨੇ ਦਿੱਤਾ। ਅਲਬਰਟਾ ਦੀਆਂ ਨਹੀਂ ਸੁਣੋ, ਨਹੀਂ ਧਾਲੀਵਾਲ ਸਾਹਿਬ, ਮੇਰਾ ਕੁਐਸਚਨ ਸੁਣ ਲਓ ਪਹਿਲਾਂ ਇੱਕ ਮਿੰਟ। ਪਿਛਲੀ ਵਾਰ ਜਦੋਂ ਅਲਬਰਟਾ ਦੀਆਂ ਪ੍ਰੋਵਿੰਸ਼ੀਅਲ ਇਲੈਕਸ਼ਨਸ ਹੋਈਆਂ ਸੀ ਤੇ 3 ਸੈਨੇਟਰ ਉੱਥੋਂ ਜਿਹੜੇ ਇਲੈਕਸ਼ਨ ਲਈ ਉਹਨਾਂ ਨੇ ਕਰਨੇ, ਜਿਹੜੇ ਟੌਪ 3 ਸੀਗੇ, ਉਹਨਾਂ ਦੇ ਵਿੱਚੋਂ 2 ਉਹਨਾਂ ਨੇ ਅਪੁਆਇੰਟ ਵੀ ਕੀਤੇ। ਦੇ ਵਨ ਥਰੂ ਦਾ ਇਲੈਕਸ਼ਨਸ ਬਾਈ ਬੀਇੰਗ ਰਨ ਇਨ ਦਾ ਅਲਬਰਟਾ ਇਲੈਕਸ਼ਨਸ। ਉਹ ਬੜੀ ਗੱਲ ਵਧੀਆ ਸੀ ਕਿ 2 ਸੈਨੇਟਰ ਜਿਹੜੇ ਅਪੁਆਇੰਟ ਹੋਏ ਨੇ ਥਰੂ ਇਲੈਕਸ਼ਨਸ ਆਏ ਨੇ, ਪਰ ਜਿਹੜੇ ਦੂਜੇ 56 ਜਾਂ 57 ਸੈਨੇਟਰ ਸੀ ਉਹ ਥਰੂ ਅਪੁਆਇੰਟਮੈਂਟ ਆਏ ਸੀ। ਜਦੋਂ ਉਹ ਆਪਣੇ ਵਾਅਦੇ ਤੋਂ ਉਦੋਂ ਮੁੱਕਰ ਗਏ ਸੀ ਕਿ ਇਸ ਵਾਰੀ ਸਟੀਵਨ ਹਾਰਪਰ ਦੇ ਉਸ ਵਾਅਦੇ ਤੇ ਜੇ ਇਕੱਲੀ ਹਾਰਪਰ ਦੇ ਵਕਤ ਦੀ ਗੱਲ ਹੋਵੇ, ਉਹ ਹੁਣ ਤੱਕ ਜਿਹੜੀਆਂ ਗੱਲਾਂ ਕਹਿੰਦੀਆਂ ਸੀ ਸਾਰੀਆਂ ਕਰ ਸਕਦੇ ਸੀ, ਪਰ ਇਹ ਉਹਨਾਂ ਨੇ ਕਹਤੇ ਜਿੰਨਾ ਚਿਰ ਇੰਟੈਰੀਓ ਦੀ ਗਵਰਨਮੈਂਟ ਇੰਟੈਰੀਓ ਦੇ ਪ੍ਰੀਮੀਅਰ ਉਹਦੇ ਨਾਲ ਐਗਰੀ ਨਹੀਂ ਕਰਦੇ ਤਾਂ ਉਹਨਾਂ ਚਿਰ ਉਹ ਇੰਟੈਰੀਓ ਵਿੱਚੋਂ ਇਲੈਕਟਡ ਸੈਨੇਟ ਨਹੀਂ ਕਰ ਸਕਦੇ। ਤੁਸੀਂ ਉਹੀ ਗੱਲ ਦੇਖੋ, ਹੁਣ ਆਪਾਂ ਕੀ ਹੈ ਜਿਹੜਾ ਤੁਸੀਂ ਪਹਿਲਾਂ ਮੈਨੂੰ ਕਹਿੰਦੇ ਸੀ ਕਿ ਕਿਹੜਾ ਮੁੱਦਾ ਸੀ, ਹੁਣ ਇਹ ਮੁੱਦਾ ਮੇਰਾ ਗੱਲ, ਮੈਂ ਡੋਰ ਨਾਕਿੰਗ ਹਰ ਵਕਤ ਕਰਦਾ ਹੈਗਾ ਕਿਸੇ ਨਾ ਕਿਸੇ ਦੇ ਨਾਲ, ਕਦੇ ਕਿਸੇ ਨੇ ਕੁਐਸਚਨ ਨਹੀਂ ਪੁੱਛਿਆ ਹੈ ਨਾ, ਤੁਸੀਂ ਆਪਣਾ ਆਪਣਾ ਕੀਮਤੀ ਟਾਈਮ ਜਿਹੜਾ ਲੋਕਾਂ ਨੂੰ ਐਜੂਕੇਟ ਕਰੀਏ, ਇਹ ਕਰੀਏ। well I'm not going to ask the question ਜਿਹੜੇ ਤੁਸੀਂ ਮੈਂ ਉਹ ਕਰਨਾ, ਤੁਸੀਂ ਗੱਲ ਕੀਤੀ ਜਿਹੜੇ ਲੋਕਾਂ ਨੂੰ ਜਿਹੜੇ ਦੇਖੋ ਤੁਹਾਡੇ ਐਜ਼ ਮੀਡੀਆ ਵੀ ਦੇਖੋ, ਮੈਂ ਜਿਹੜਾ ਇਹ ਗੱਲ ਕਰਦਾ ਵੀ ਜਿਹੜੀ ਇਹ ਸੈਨੇਟ ਵਾਸਤੇ why should we have talked so much about it? I think we talking about well we should leave it. No, so Senate on the I think just on the Dhaliwal sahab point, मैं तो अभी डोर नॉकिंग करके आया, अभी विल बी गोइंग बैक टू no one ever asked and last on the day the election is declared and before that also कि जो डोर नॉकिंग में है उसमें जो मुद्दे हैं वो आज के दिन कैनेडियंस के लिए है, you know, they are very much concerned about economy, their livelihoods. Okay, let's start about economy then. Yeah, that's what I want to come. Okay, you know, they are very appreciative कि जो लो टैक्सेस है, जो बैलेंस बजट है और जो सपोर्ट वापस से कंट्रीब्यूटिव गवर्नमेंट प्रोवाइडेड टू द फैमिली, कि हाउ दे आर अपफ्रंट कमिंग एंड सेइंग, यू नो व्हाट, वी रियली अप्रिशिएट कि आप लोगों ने लो टैक्सेस रखे। अब आप बात करोगे या नॉट, यू नो, प्राइम मिनिस्टर वाज, you know, he is not, this leader is not reactive, he is proactive, because before anything comes he is so proactive कि उन्होंने अनाउंस कर दिया लास्ट फ्राइडे को कि we will not increase the tax law, so no tax increase for the next 4 years. On the top of that, a payroll tax reduction by 21%. At $88 we pay for $100 instead of that $41. Again a good saving to an Canadian family. So you know, they are important. They are 1.3 million jobs. आज कल agreement sign हुआ. I knocked the door yesterday evening and today. People are so appreciative about this, you know, TPP. This is the best thing which can happen for the Canadian economy. Prime Minister came up with not only on the economical side but 1.3 million जो job create करने के लिए 2020 तक बात की. However, if I add up this TPP, we are looking for huge increase, and I will let me speak specifically about Brampton because I am representing Brampton, specifically a Brampton East. जो manufacturing sector, जो आज 800 million customers we are looking more who are going to have access. 800 million. We are looking at, we are going to be with a $40 trillion economy throughout the world, and that's what is known as the achievement. That's what people are interested to hear about. Let me ask you a straight question, sir. We had the agreement with Korea. We had the agreement with the European Union. How much the trade deficit we had it last year? Why we didn't bring our trade deficit to zero, or maybe have a trade surplus? No, our export, when we speak about export, अगर आप oil sector को निकाल दो, तो our exports are up by 10%. You know. Well, no, we still have a trade deficit. No, we have to understand one thing, that when we speak about anything, we have to look at the entire world economy. And Canada is not fragile to the world economy. And if you compare us, is that one we still the top country in the G7? Well, we will be part of a G7. We were a part of a G7. But Taliban sir, je gal ਕੀਤੀ ਜਾਵੇ. Not only part of G7, I'm saying we are the top country in G7.
And we are the Well, only country in G7 who has our customer base. We have access to GDP of probably 66% of the whole world. But is this true, Taliban Saab, that we were the only country in G7 who were in recession? You know, ਜਿਹੜੀ Is it true or not? ਜਿਹੜੀ ਫੈਸ਼ਨ ਦੀ ਜਿਹੜੀ ਨਿਊਜ਼ ਹੈ ਇਹ ਪੁਰਾਣੀ ਹੋ ਗਈ ਕਿ ਜਿਹੜੀਆਂ ਦੋ ਜਿਹੜੇ ਆਪਕੇ ਕਾਗੇ ਜਿਹੜੀਆਂ ਆਪੋਜ਼ਿਟ ਪਾਰਟੀਆਂ ਵਾਲੇ ਵੀ ਕਹਿਣ ਲੱਗੇ ਹੁਣ ਤਾਂ ਹੈ ਨਹੀਂ ਹੈਗਾ ਫੈਸ਼ਨ ਨਹੀਂ ਹੈਗਾ ਤੁਸੀਂ ਨਾ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਇੱਕ ਮੈਨੂੰ ਦੱਸੋ ਜਿਹੜੀ ਹੈ ਗਵਰਨਮੈਂਟ ਨੇ ਹਾਲ ਤੱਕ ਜਿਹੜੀ ਗੱਲ ਕਿਹੜੀ ਅਚੀਵ ਕੀਤੀ ਹੈ Well, we had so many ਜਿਹੜੇ ਤੁਸੀਂ ਅੱਜ ਕਹਿ ਰਹੇ ਹੋ ਕਿ ਅਸੀਂ ਬਜਟ ਬੈਲੈਂਸ ਕਰਾਂਗੇ ਪਰ ਜੇ ਪਿਛਲਾ ਰੈਕੋਰਡ ਦੇਖਿਆ ਜਾਵੇ ਪਿਛਲੇ 6 ਸਾਲਾਂ ਜਿਹੜੇ ਇੱਕ ਬਜਟ ਆਲਰੇਡੀ ਬੈਲੈਂਸ ਹੋ ਗਿਆ ਦੂਸਰਾ ਬਜਟ ਵੀ ਬੈਲੈਂਸ ਹੋਣ ਬਿਲਕੁਲ ਤਿਆਰ ਹੈ ਉਹਨੂੰ ਹਿਸਾਬ ਨਾਲ ਜਾ ਰਿਹਾ ਤੇ ਜਦੋਂ ਬਜਟ ਨਹੀਂ ਬੈਲੈਂਸ ਸੀ ਉਹ ਵੀ ਜਦੋਂ ਮਾਈਨੋਰਿਟੀ ਗਵਰਨਮੈਂਟ ਸੀਗੀ ਉਦੋਂ $50 ਬਿਲੀਅਨ ਦਾ ਜਿਹੜਾ ਸਟਿਮੂਲਸ ਸੀਗਾ ਉਹ ਸੀ ਉਦੋਂ ਵੀ 10 ਬਿਲੀਅਨ ਐਕਚੁਅਲੀ ਪੋਜ਼ਿਟਿਵ ਸੀ ਸਰਪਲਸ ਸੀਗਾ ਤੁਸੀਂ ਮੇਰੀ ਇਹ ਗੱਲ ਸੁਣ ਲਓ ਸਰਪਲਸ ਜਿਹੜਾ ਹੁੰਦਾ ਇਹ ਕੋਈ ਐਸੀ ਕੋਈ ਚੈਰਿਟੀ ਵਾਲਾ ਨਹੀਂ ਹੁੰਦਾ ਜੋ ਵੀ ਲੋਕਾਂ ਦੇ ਪੈਸੇ ਹੁੰਦੇ ਨੇ ਉਹਦਾ ਸਰਪਲਸ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਲੋਕਾਂ ਨੂੰ ਟੈਕਸ ਜ਼ਿਆਦਾ ਲਾਤਾ ਹੈਲੋ ਅਸੀਂ ਐਕਚੁਅਲੀ ਇਹ ਬੈਲੈਂਸ ਜਿਹੜਾ ਕੀਤਾ ਹੈਗਾ ਉਹ ਟੈਕਸ ਘਟਾ ਕੇ ਕੀਤਾ ਹੈਗਾ ਦਿਸ ਇਜ਼ ਦ ਨਿਊਜ਼ ਇਸ ਤਰ੍ਹਾਂ ਦੇ ਨਿਊਜ਼ ਵੀ ਉਹ ਤੁਸੀਂ ਡੈਫਿਸਿਟ ਸੀ ਉਸ ਡੈਫਿਸਿਟ 50 ਬਿਲੀਅਨ ਦੇ ਵਿੱਚੋਂ ਨਿਕਲ ਕੇ ਆ ਕੇ ਤੁਸੀਂ ਪਲੱਸ ਦੇ ਵਿੱਚ ਆ ਗਏ ਤੇ ਇਸ ਕਰਕੇ ਇਹ ਇੰਪੋਰਟੈਂਟ ਨਹੀਂ ਜਿਹੜੀ ਗਵਰਨਮੈਂਟ ਨੇ ਕੀਤੀ ਹੈ ਯੂ ਹੈਵ ਟੂ ਆਈ ਥਿੰਕ ਐਪਰੀਸ਼ੀਏਟ ਦੈਟ ਐਂਡ ਲੋਕੀ ਹੋਰ ਐਪਰੀਸ਼ੀਏਟ ਕਰਦੇ ਨੇ And last year 1.9 billion and this year so far surplus of having surplus 1.9 and now having a surplus so far for the 5 billion we are looking at we are going ahead ਦੇਖੋ ਮੈਨੂੰ ਹੁਣ ਤੁਸੀਂ ਹੁਣ ਅਲਬਰਟਾ ਵਿੱਚੋਂ ਕਰ ਰਹੇ ਹੋ ਅਲਬਰਟਾ ਦੇ ਵਿੱਚੋਂ ਮੈਂ ਕੱਲ ਸੁਣ ਰਿਹਾ ਸੀ ਰੇਡੀਓ ਦੇ ਉੱਤੇ ਜਿਹੜੇ ਉਹਨਾਂ ਦੇ ਕੈਟਲਮੈਨ ਐਸੋਸੀਏਸ਼ਨ ਵਗੈਰਾ ਜਿਹੜੀ ਹੈਗੀ ਆ ਉਹ ਕਹਿੰਦੇ ਵੀ ਜਿਹੜਾ ਤੁਹਾਡੀ ਡੀਪ ਦੀ ਐਕਸਪੋਰਟ ਹੈ ਆਲਮੋਸਟ 3 ਟਾਈਮ ਹੋ ਸਕਦੀ ਹੈ ਮਨੀ ਵਾਈਜ਼ ਕੁਆਂਟੀਟੀ ਵਾਈਜ਼ ਕਦੇ ਨਾ ਹੋਵੇ ਕਿਉਂਕਿ ਤੁਹਾਡੇ ਕੋਲ ਐਕਸੈਸ ਜਿਹੜੀ ਆ 800 ਮਿਲੀਅਨ ਬੰਦੇ ਨੂੰ ਹੋਰ ਵੱਧ ਗਈ ਹੈ ਉਹਨਾਂ ਨੇ ਟੈਰਿਫ ਆਪਣੇ ਜਾਪਾਨ ਦੇ ਵਿੱਚ ਟੈਰਿਫ ਇੱਕਦਮ ਨੇ ਘਟਾ ਦੇਣੇ ਨੇ ਹਾਲਾਂਕਿ ਸਾਡਾ ਬੀਫ ਦਾ ਕੰਪੀਟੀਸ਼ਨ ਆਸਟ੍ਰੇਲੀਆ ਦੇ ਨਾਲ ਵੀ ਹੈਗਾ ਪਰ ਜਿਹੜਾ ਤੁਹਾਡਾ ਅਲਬਰਟਾ ਦਾ ਬੀਫ ਹੈ ਉਹ ਦੁਨੀਆ ਵਿੱਚ ਸਭ ਤੋਂ ਚੰਗਾ ਮੰਨਿਆ ਜਾਂਦਾ ਕਿਉਂਕਿ ਇਹ ਗ੍ਰੇਨ ਫੈਡ ਹੈ ਗ੍ਰੇਨ ਫੈਡ ਜਿਹੜੀ ਸਟੇਕ ਹੈ ਉਹ ਜਾਪਾਨ ਵਾਲੇ ਜ਼ਿਆਦਾ ਪਸੰਦ ਕਰਦੇ ਨੇ ਗ੍ਰਾਸ ਫੈਡ ਜਿਹੜੇ ਹੈਗੇ ਬੀਫ ਉਹਦੇ ਨਾਲ ਤੇ ਜਿਹੜੀ ਜਿਵੇਂ ਹੁਣ ਦੱਸਿਆ ਸੀ ਵੀ ਇਹ ਸਾਡੇ ਕੋਲ ਕਿਉਂਕਿ ਜਿਹੜੀ ਸਾਡਾ ਕਸਟਮਰ ਬੇਸ ਵੱਧ ਕੇ ਉਹਦੇ ਨਾਲ ਕੀ ਹੋਇਆ ਜਿਹੜਾ ਪਰ ਕੈਟਲ ਹੈ ਉਹਨਾਂ ਨੂੰ ਪ੍ਰਾਈਸ ਵੀ ਜ਼ਿਆਦਾ ਮਿਲਣੀ ਹੈ ਕਿਉਂਕਿ ਅੱਗੇ ਹੁੰਦਾ ਸੀ ਕਿ ਜਿਵੇਂ ਜਿਹੜੀ ਟੰਗ ਹੈਗੀ ਹੈ ਟੰਗ ਹੈ ਉਹ ਸਿਰਫ 50 ਸੈਂਟ ਦੇ ਉੱਤੇ ਹੁੰਦੀ ਹੈ ਪਰ ਕਈ ਐਸੇ ਜਿਹੜੇ ਕਲਚਰ ਨੇ ਕਿ ਉਹ ਟੰਗ ਹੋਇਆ ਟੇਲ ਹੋਇਆ ਉਹਨਾਂ ਦੇ ਜਿਹੜੇ ਫੁੱਲ ਹੋ ਗਏ ਉਹਨਾਂ ਨੂੰ ਖਾਂਦੇ ਨੇ ਉਹ ਐਕਚੁਅਲੀ ਅਸੀਂ ਉੱਥੇ ਮਹਿੰਗੀਆਂ ਚੀਜ਼ਾਂ ਵੇਚ ਸਕਦੇ ਹਾਂ ਈਵਨ ਜਿਹੜੀ ਪਰ ਕੈਟਲ ਦੀ ਜਿਹੜੀ ਪ੍ਰਾਈਸ ਜ਼ਿਆਦਾ ਵਧਣੀ ਹੈ ਇਹ ਚੀਜ਼ਾਂ ਜਿਹੜੀਆਂ ਪੋਜ਼ਿਟਿਵ ਨੇ ਤੁਹਾਡੇ ਜਿਹੜਾ ਇਹ ਅਲਬਰਟਾ ਵਿੱਚ ਚੀਜ਼ਾਂ ਬਹੁਤ ਜ਼ਿਆਦਾ ਪੈਦਾ ਹੋਣਾ 3 ਗੁਣਾ ਜ਼ਿਆਦਾ ਹੋ ਜਾਣਾ those are the important things that we need to talk about that. Not only that, in today I was when I was knocking the door Brampton Eastman, it was good interaction because today I had the people who own the trucking industry. But I totally agree with you. I totally agree with you ਪਰ ਮੇਰਾ ਕੁਐਸਚਨ ਆ ਕਿ ਜਦੋਂ ਵੀ ਅਸੀਂ ਟ੍ਰੇਡ ਦੇ ਵਿੱਚ ਕੋਈ ਸਮਝੌਤਾ ਕਰਦੇ ਹਾਂ ਖਾਸ ਕਰਕੇ ਐਡਾ ਵੱਡਾ ਸਮਝੌਤਾ 12 ਮੁਲਕਾਂ ਦੇ ਵਿੱਚ ਸਮਝੌਤਾ ਹੋਇਆ 12 ਮੁਲਕਾਂ ਦੇ ਵਿੱਚ ਜਿਵੇਂ ਤੁਸੀਂ ਕਿਹਾ 800 ਮਿਲੀਅਨ ਲੋਕ ਇਹਦੇ ਨਾਲ ਜਿਹੜੇ ਕਲਾਇੰਟ ਸਾਨੂੰ ਐਕਸਪੋਜ਼ ਹੋਣੇ ਨੇ ਉਸ ਤੋਂ ਬਾਅਦ 40% ਵਰਲਡ ਦੀ ਇਕਨੋਮੀ ਇਹਨਾਂ ਦੇਸ਼ਾਂ ਤੇ ਨਿਰਭਰ ਕਰਦੀ ਆ ਸੋ ਆਈ ਟੋਟਲੀ ਐਗਰੀ ਕਿ ਦਿਸ ਇਜ਼ ਗੁੱਡ ਫॉर ਕੈਨੇਡਾ ਪਰ ਟ੍ਰੇਡ ਸਮਝੌਤਾ ਕੋਈ ਵੀ ਹੁੰਦਾ ਉਸ ਦੇ ਵਿੱਚ ਬੈਨੀਫਿਟ ਵੀ ਹੁੰਦੇ ਨੇ ਪਰ ਪੇਨਸ ਵੀ ਆਉਂਦੀਆਂ ਨੇ ਪਰ ਕੋਈ ਵੀ ਪਾਰਟੀ ਜਿਹੜੀਆਂ ਪੇਨਸ ਆ ਰਹੀਆਂ ਨੇ ਉਸ ਦੇ ਬਾਰੇ ਕਿਉਂ ਨਹੀਂ ਬੋਲ ਰਹੀ ਆ ਬਜਾਜ ਸਾਹਿਬ ਕਿਹੜੀ ਪੇਨ ਕੈਨੇਡਾ ਨੂੰ ਆ ਸਕਦੀ ਆ ਮੈਂ ਤੁਹਾਨੂੰ ਦੱਸਦਾ ਜਿਹੜਾ ਪੇਨ ਉਹਨਾਂ ਨੂੰ ਸੀਗਾ ਜਿਹੜੇ ਡੇਅਰੀ ਫਾਰਮਰ ਸੀ ਤੁਸੀਂ ਦੇਖਿਆ ਹੋਣਾ ਆਦਵਾ ਐਨਡੀਪੀ ਵਾਲਿਆਂ ਨੇ ਉੱਥੇ ਗਾਈਆਂ ਲਿਆ ਕੇ ਟਰੈਕਟਰ ਲਿਆ ਕੇ ਬੜਾ ਕੱਢਿਆ ਉਹ ਸਾਰਾ ਉਹਨਾਂ ਦਾ ਜਿਹੜਾ ਸਾਰਾ ਫੇਲ ਹੋ ਗਿਆ ਕਿਉਂਕਿ ਉਹਨਾਂ ਨੇ ਜਿਹੜਾ 3.25 ਜਿਹੜੀ ਮਾਰਕੀਟ ਤੱਕ ਓਪਨ ਕੀਤੀ ਹੈ ਡੈਰੀ ਦੇ ਵਿੱਚ 2.3% ਜਿਹੜੀ ਮਾਰਕੀਟ ਓਪਨ ਕੀਤੀ ਹੈ ਐਗਸ ਦੇ ਵਿੱਚ 2.1% ਉਹਨਾਂ ਨੇ ਮਾਰਕੀਟ ਓਪਨ ਕੀਤੀ ਹੈਗੀ ਹੈ ਪੋਲਟਰੀ ਦੇ ਵਿੱਚ 1.5% ਮਾਰਕੀਟ ਉਹਨਾਂ ਨੇ ਓਪਨ ਕੀਤੀ ਹੈ ਹੈਚਿੰਗ ਦੇ ਵਿੱਚ ਫਿਰ ਉਹਨਾਂ ਨੂੰ ਰਾਈਟ ਵੇ ਯੂ ਹੈਵ ਟੂ ਅੰਡਰਸਟੈਂਡ ਦੈਟ ਰਾਈਟ ਵੇ $4.3 ਬਿਲੀਅਨ ਫॉर ਨੈਕਸਟ 5 ਈਅਰ ਉਹਨਾਂ ਨੇ ਸਾਈਡ ਤੇ ਰੱਖ ਲਿਆ ਵੀ ਉਹਨਾਂ ਜਿੰਨੀ ਉਹਨਾਂ ਦੀ ਇਨਕਮ ਘਟੂਗੀ ਜਿੰਨਾ ਉਹਨਾਂ ਨੇ ਹੋਲ ਉਹਨਾਂ ਨੂੰ ਉਹ ਬਿਲਕੁਲ 100% ਉਹਨਾਂ ਦੀ ਰੱਖਣੀ ਉਹਨਾਂ ਨੂੰ ਬਿਲਕੁਲ ਨਹੀਂ ਕਰਨਾ 15 ਸਾਲ ਤੱਕ ਯੂ ਹੈਵ ਟੂ ਅੰਡਰਸਟੈਂਡ ਦ ਵਿਜ਼ਨ ਆਫ ਦਿਸ ਪਾਰਟੀ ਬੇਟੀ ਕਿਹੜੇ ਤਰੀਕੇ ਨਾਲ ਦੇਖੋ ਜਿਹੜੇ TPP ਦੇ ਜਿਹੜੇ ਕੰਟਰੀ ਨੇ ਨਾ ਉਹਨਾਂ ਦੇ ਨਾਲ ਸਾਡਾ $700 ਬਿਲੀਅਨ ਦਾ ਆਲਰੇਡੀ ਬਿਜ਼ਨਸ ਹੈਗਾ ਹੈ ਨਾ ਸੋ ਯੂ ਹੈਵ ਟੂ ਅੰਡਰਸਟੈਂਡ ਜਿਹੜਾ ਉਹ ਅਸੀਂ ਜਿਹੜਾ
ਸਾਡਾ ਇੱਕ ਤੁਹਾਨੂੰ ਇਹ ਵੀ ਜਿਹੜੀ TPP ਇਹ ਨਹੀਂ ਹੈ ਵੀ ਅੱਜ ਰਾਤ ਨੂੰ ਉੱਥੇ ਤੇ ਸਵੇਰੇ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ। TPP ਦੇ ਵਿੱਚ 2008 ਤੋਂ ਸਟਾਰਟ ਹੋਈ ਹੈ। ਪਹਿਲਾਂ ਅਸੀਂ 2010 ਦੇ ਵਿੱਚ ਉਹਦੇ ਵਿੱਚ ਐਜ਼ ਏ ਅਬਜ਼ਰਵਰ ਉਸ ਟੇਬਲ ਦੇ ਉੱਤੇ ਜਾ ਕੇ ਅਸੀਂ ਬੈਠੇ ਹਾਂ। ਫਿਰ 2010 ਦੇ ਵਿੱਚ ਅਸੀਂ ਉਹਦੇ ਵਿੱਚ ਜਾ ਕੇ ਉਹਦੇ ਮੈਂਬਰ ਬਣੇ ਹਾਂ। ਫਿਰ ਅਸੀਂ ਆਪਣਾ ਜਿਹੜਾ ਕੰਮ ਸ਼ੁਰੂ ਕੀਤਾ। ਅਸੀਂ ਬਹੁਤ ਧਿਆਨ ਦੇ ਨਾਲ ਉਹਦੇ ਐਂਟਰ ਹੋਏ ਹਾਂ ਵੀ ਸਾਨੂੰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਫਿਰ ਇਹ ਗੱਲ ਹੈ ਕਿ ਇੱਕ ਬੜੀ ਇੰਗਲਿਸ਼ ਦੀ ਸੇਇੰਗ ਹੈ, if you don't have a seat on the table, you become a menu. ਜੇ ਤੁਸੀਂ ਉੱਥੇ ਨਾ ਹੁੰਦੇ ਤਾਂ ਜਿਵੇਂ NDP ਵਾਲੇ ਕਹਿੰਦੇ ਵੀ ਸਾਨੂੰ ਜਾਣ ਦੀ ਲੋੜ ਨਹੀਂ ਸੀ ਇਲੈਕਸ਼ਨ ਅਸੀਂ ਇਹ ਇਲੈਕਸ਼ਨ ਇਹ ਸੀ ਨਾ ਵੀ ਇੱਕ ਦਿਨ ਵਾਪਸ ਸ਼ੁਰੂ ਹੋਇਆ। They have complete misunderstanding of the whole. They have no skills to negotiate with deals like that. ਜਿਹੜੇ ਸਪੈਸ਼ਲੀ ਮਲਕੀਅਤ ਦਾ ਇੰਨਾ ਕਸੂਤਾ ਫਸਿਆ ਹੋਇਆ ਇਸ ਕਰਕੇ ਕਿਉਂਕਿ ਨਿਕਾਬ ਦੇ ਇਸ਼ੂ ਨੇ ਉਹਨਾਂ ਦੇ ਕੁਬੈਕ ਦੀਆਂ ਵੋਟਾਂ ਸਾਰੀਆਂ ਖਰਾਬ ਕਰਤੀਆਂ। ਹੁਣ ਉਹ ਆਹ ਜਿਹੜਾ ਇਸ਼ੂ ਆ ਇਹਦੇ ਨਾਲ ਉਹ ਬਿਲਕੁਲ ਸਹਿਮਤੀ ਪ੍ਰਗਟ ਨਹੀਂ ਕਰ ਸਕਦਾ ਕਿਉਂਕਿ ਜਿਹੜਾ ਆਟੋ ਯੂਨੀਅਨ ਹੈ ਉਹ ਇਹਦੇ ਅਗੇਂਸਟ ਹੈ। ਉਹ ਆਟੋ ਯੂਨੀਅਨ ਵਾਲੇ ਨੇ ਹੀ ਇਜ਼ ਵੈਰੀ ਸਟਕ। ਉਧਰ ਪਾਸੇ ਜਿਹੜੇ ਜਸਟਨ ਨੇ ਜਸਟਨ ਹੈ ਦੇਖੋ ਜਿਹੜੀ ਲਿਬਰਲ ਪਾਰਟੀ ਦਾ ਇੱਕੋ ਹੀ ਮੁੱਦਾ ਉਹਨਾਂ ਦਾ the only stand they have is no stand. They have no stand in anything. ਉਹ ਨਾਲੇ ਤਾਂ ਇਹਦੀ ਸਿਫਤ ਕਰੀ ਜਾਂਦੇ ਆ ਨਾਲੇ ਵੀ ਨਿੰਦਾ ਕਰੀ ਜਾਂਦੇ ਆ। ਇਸੇ ਤਰ੍ਹਾਂ ਹੀ ਫਿਰ TPP ਵਾਲੇ ਅੰਦਰ ਜਾ ਕੇ ਉਹਦੀ ਕਹਿੰਦੇ ਵੀ ਮੈਂ ਬਾਹਰ ਜਾ ਕੇ ਅਸੀਂ ਇਹਦੇ ਹੱਕ ਨਹੀਂ ਹੈ। So I think Conservative Party is the only party which is not playing the politics with the emotions of the people. They are not playing politics with the issues of the people. They are not playing politics with the religion of the people. The Liberal Party, they are so well trained in articulating the differences in the people. Even Trudeau, MDA Jamaat International hui, he was actually, people are talking about his love and care and pyar and united. He is actually seeing the differences in the people. He finds there's a strength in the country to articulate the differences. We need to stop talking about the differences. We need to start talking about the positive, ਜਿਹੜੀਆਂ ਕਾਮਨ ਥਿੰਗਸ ਵੀ ਸਾਡੇ ਵਿੱਚ ਹੈਗੀਆਂ। ਅਸੀਂ ਇੱਥੇ ਆਪਣੀ ਲਾਈਫ ਦੀ ਸਿਕਿਉਰਿਟੀ ਵਾਸਤੇ ਆਏ ਹਾਂ, ਅਸੀਂ ਆਪਣੇ ਬੱਚਿਆਂ ਦੇ ਫਿਊਚਰ ਵਾਸਤੇ ਆਏ ਹਾਂ, ਅਸੀਂ ਇੱਥੋਂ ਚੰਗੀ ਜਿਹੜੀਆਂ ਜੌਬ ਦੀ ਅਪਰਚੁਨਿਟੀ ਨੇ ਉਹਨਾਂ ਵਾਸਤੇ ਆਏ ਹਾਂ। ਅਸੀਂ ਇੱਥੇ ਜਿਹੜੀਆਂ ਆਪਣੇ ਆਪ ਨੂੰ ਇਹ ਨਹੀਂ ਤੁਸੀਂ ਗੋਰਾ ਜਾਂ ਕਾਲਾ, ਤੁਸੀਂ ਹਿੰਦੂ ਆ ਜਾਂ ਸਿੱਖ ਹੋ, ਤੁਸੀਂ ਚੰਗੇ ਹੋ ਤੁਸੀਂ ਮਾੜੇ ਹੋ, ਇਹ ਇਹਨਾਂ ਦੀ ਪਾਲਿਸੀ ਹੈ, ਇਹ ਬਿਲਕੁਲ ਫੇਲ ਹੋ ਗਈਆਂ। That's why you will see ਜਿਹੜੀ more and more ethnic people will be attracted towards the Conservative Party in the future because I don't not feel that I am belong to any other community when I am participating in the Conservative Party. And normally ਜਿਹੜਾ Liberal ਦੇ ਵਿੱਚ ਉਹਨਾਂ ਦਾ ਰੱਖਿਆ ਹੁੰਦਾ ਵੀ ਆਹ ਇੱਕ ਫਲਾਣਾ ਕੈਂਡੀਡੇਟ ਹੈ, ਇਹਨੇ ਬੰਦੇ ਚਾਹੀਦੇ, ਇਹਨੇ ਲੇਡੀ ਚਾਹੀਦੇ, ਇਹਨੇ ਹਿੰਦੂ ਚਾਹੀਦੇ, ਇਹਨੇ ਸਿੱਖ ਚਾਹੀਦੇ। We don't actually believe in that. ਬਜਾਜ ਸਾਹਿਬ ਇੱਕ ਮੈਂ ਕੁਝ ਰਲਦਾ ਮਿਲਦਾ ਕੁਐਸਚਨ ਪੁੱਛ ਰਿਹਾ। ਧਾਲੀਵਾਲ ਸਾਹਿਬ ਨੇ ਬਹੁਤ ਵਧੀਆ ਐਲੈਬੋਰੇਟ ਕੀਤਾ ਕਿ ਕੰਜ਼ਰਵੇਟਿਵ ਤੇ ਲਿਬਰਲ ਪਾਲਿਸੀਜ਼ ਦੇ ਵਿੱਚ ਕਿੰਨਾ ਕੁ ਡਿਫਰੈਂਸ ਆ, ਪਰ ਸਾਰੀਆਂ ਪਾਲਿਸੀਆਂ ਚੰਗੀਆਂ ਵੀ ਨਹੀਂ ਹੁੰਦੀਆਂ, ਸਾਰੀਆਂ ਮਾੜੀਆਂ ਵੀ ਨਹੀਂ ਹੁੰਦੀਆਂ। ਜੇ ਲਿਬਰਲ ਪਾਲਿਸੀਜ਼ ਦੀ ਕਈ ਗੱਲ ਕੀਤੀ ਜਾਵੇ ਐਜ਼ ਏ ਐਥਨਿਕ ਕੈਂਡੀਡੇਟ ਜਾਂ ਐਜ਼ ਏ ਐਥਨਿਕ ਸਪੋਰਟਰ, ਜਿੱਥੇ ਫੈਮਿਲੀ ਰੀਯੂਨੀਫਿਕੇਸ਼ਨ ਦੀ ਗੱਲ ਆਉਂਦੀ ਆ, 5000 ਦੇ ਕੈਪ ਨੂੰ ਵਧਾ ਕੇ 10,000 ਵਧਾਉਣ ਦੀ ਗੱਲ ਕੀਤੀ ਹੈ ਲਿਬਰਲ ਪਾਰਟੀ ਨੇ। Won't you support that? We still oppose it or not? Very fast. No. What is at the same time, Trudeau said, he's going to scrap the super visa. Aaj ke din, in the family reunification. I'm not talking about super visa. I'm talking about the cap on family reunification. No. Let me first finish. See, today, aaj ke din 35,000 parents और grandparents आ रहे हैं. Okay. Trudeau जी बोल रहे हैं जिसमें सुपर वीजा इंक्लूडेड है, आई अंडरस्टैंड दैट, पर वो बोल रहे हैं 5,000 से 10,000 कर देंगे। तो 35 minus 10, 25,000 पेरेंट्स और ग्रैंड पेरेंट्स कम आएंगे। आई जस्ट थिंक व्हाट टॉर्चर ही इज गोइंग टू पुट टू द फैमिली। वो फैमिली रियूनिफिकेशन नहीं कर रहे, वो तो फैमिली डिवाइड कर रहे हैं। दैट्स व्हाट एग्जैक्टली धालीवाल साहब सेड, दैट लिबरल हैव नो स्टैंड, दे हैव नो पॉलिसी, दे डोंट नो, समटाइम्स आई डोंट अंडरस्टैंड what they are talking about. आप 5 से 10 की बात कर रहे हैं, ये नहीं बोल रहे हैं हम 35 से 10 कर रहे हैं। नहीं, actually I can answer that question very easily. Actually the only thing which I love to talk about is immigration, because on immigration we can beat the Liberal Party on every year, no problem. देखो ਇਹਨਾਂ ਨੇ ਕੀ ਕੀਤਾ, ਜਿਹੜੇ ਕਿ ਆਪਣੇ ਉਹਨੂੰ ਪ੍ਰੋ ਇਮੀਗ੍ਰੈਂਟ ਦੇ ਰੀਯੂਨੀਫਿਕੇਸ਼ਨ ਦੇ ਮਾਸਟਰ ਮੰਨਦੇ। ਪਹਿਲੀ ਗੱਲ ਤਾਂ ਰੀਯੂਨੀਫਿਕੇਸ਼ਨ ਹੈ ਬ੍ਰਾਇਨ ਮਰੂਨ ਨੇ ਸਟਾਰਟ ਕੀਤੀ, ਇਹਨਾਂ ਨੇ ਸਟਾਰਟ ਕੀਤੀ। ਦੂਸਰੀ ਗੱਲ ਹੈ ਇਹਨਾਂ ਨੇ 1,10,000 ਪੇਰੈਂਟਸ ਦੀਆਂ ਐਪਲੀਕੇਸ਼ਨ ਦਾ ਬੈਕਲੌਗ ਕ੍ਰੀਏਟ ਕੀਤਾ, ਕਿਉਂਕਿ ਇਹਨਾਂ ਨੇ ਕਦੇ ਵੀ 10, 11, 12, 13,000 ਤੋਂ ਜ਼ਿਆਦਾ ਪ੍ਰੋਸੈਸ ਨਹੀਂ ਕੀਤੀਆਂ, ਪਰ 25, 30 ਹਜ਼ਾਰ ਐਪਲੀਕੇਸ਼ਨ ਲੈਂਦੇ ਰਹੇ। ਇਹਨਾਂ ਨੇ ਉਹ 84 ਮਹੀਨਿਆਂ ਦਾ ਬੈਕਲੌਗ ਪੈਦਾ ਕਰਤਾ।
ਅਸੀਂ ਕੀ Okay. ਕੀਤਾ ਅਸੀਂ ਇਹਨਾਂ ਦੇ ਆਉਣ ਤੋਂ ਬਾਅਦ ਅਸੀਂ ਉਹ ਕੈਪ ਕਰਤਾ ਕਿਉਂਕਿ ਜਿਹੜਾ 5000 ਸੀ ਕਿ ਵੀ ਐਪਲੀਕੇਸ਼ਨ ਲੈਣੀ ਹੈ ਕਿ 5000 ਤਾਂ ਅਸੀਂ ਉਹ ਕਰਦੇ ਹਾਂ ਪ੍ਰੋਸੈਸ ਫਿਰ ਜਿਹੜੀਆਂ 10-15,000 ਸੀ ਜਿਹੜੀਆਂ ਅਸੀਂ ਆਲਰੇਡੀ 10,000 ਤੋਂ ਜ਼ਿਆਦਾ ਐਵਰੀ ਈਅਰ ਵੀ ਡੂ ਇਟ ਐਨੀਵੇ ਸੋ ਉਹਨਾਂ ਨੇ ਤਾਂ ਸਿਰਫ ਉਹ 5,000 ਤੋਂ 10,000 ਐਪਲੀਕੇਸ਼ਨ ਲੈਣ ਦੀ ਗੱਲ ਕੀਤੀ ਹੈ ਅਸੀਂ ਪ੍ਰੋਸੈਸ ਕਰਨ ਦੀ ਗੱਲ ਕਰਦੇ ਇਹਨਾਂ ਨੇ ਤਾਂ ਐਕਚੁਅਲੀ ਦੇ 93 ਤੋਂ ਲੈ ਕੇ 98 ਤੱਕ ਦੇ ਗਟਡ ਦ ਸਿਸਟਮ ਦੇ ਰਿਡਿਊਸ ਦ ਫੈਮਿਲੀ ਯੂਨੀਫਿਕੇਸ਼ਨ ਆਲਮੋਸਟ 50% ਤੇ ਇਹਨਾਂ ਨੇ ਜਿਹੜਾ ਤੁਹਾਨੂੰ ਅਸੀਂ 2011 ਜਦੋਂ ਸਾਡੀ ਮੈਜੋਰਟੀ ਗਵਰਨਮੈਂਟ ਆਈ ਹੈ ਮੈਂ ਉਦੋਂ ਜੱਜ ਵੀ ਸੀਗਾ ਜੱਜ ਦੇ ਤੌਰ ਤੇ ਮੈਂ ਦੇਖਿਆ ਸੀ ਕਿਵੇਂ ਇਮੀਗ੍ਰੇਸ਼ਨ ਸਿਸਟਮ ਨੂੰ ਕਿੰਨੀ ਮਿਹਨਤ ਕਰਕੇ ਸਾਫ਼ ਕੀਤਾ 2014 ਦੇ ਵਿੱਚ ਅਸੀਂ 2,62,000 ਬੰਦੇ ਨੂੰ ਸਿਟੀਜ਼ਨਸ਼ਿਪ ਦਿੱਤੀ ਹੈ ਇਹਨਾਂ ਦਾ ਰੈਕੋਰਡ ਹੈ ਕਿ ਇਹਨਾਂ ਨੇ ਕਦੇ ਵੀ ਕਿਸੇ ਨੂੰ 1,80,000 ਤੋਂ ਵੱਧ ਨਹੀਂ ਦਿੱਤੀ ਇਸ ਕਰਕੇ ਯੂ ਹੈਵ ਟੂ ਅੰਡਰਸਟੈਂਡ ਜਿਹੜੀ ਇਮੀਗ੍ਰੇਸ਼ਨ ਹੈ ਆਈ ਲਵ ਟੂ ਡਿਬੇਟ anybody, even Trudeau, on immigration on any stage, anywhere. ਧਾਲੀਵਾਲ ਸਾਹਿਬ ਆਈ ਐਮ ਸਟਿਲ ਲੁਕਿੰਗ ਫॉर ਮਾਈ ਆਨਸਰ ਪਰ ਮੇਰਾ ਆਨਸਰ ਹਜੇ ਵੀ ਨਹੀਂ ਮੈਨੂੰ ਮਿਲਿਆ ਕਿ ਜਿਹੜਾ ਕੈਪ ਆ 5,000 ਦਾ ਮੈਂ ਤਾਂ ਚਾਹੁੰਦਾ ਜੇ ਕੈਪ ਬੰਦ ਹੀ ਕਰ ਦਿੱਤਾ ਜਾਵੇ ਕੈਪ ਖੋਲ ਦੇਣਾ ਚਾਹੀਦਾ ਪਰ ਕੰਜ਼ਰਵੇਟਿਵ ਪਾਰਟੀ ਕਹਿੰਦੇ ਨਹੀਂ ਸੁਣੋ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਦਾ ਜਵਾਬ ਦਿਓ ਪਲੀਜ਼ 5,000 ਦੇ ਕੈਪ ਨੂੰ ਵਧਾ ਕੇ 10,000 ਕਰ ਦਿੱਤਾ ਇਸ ਪਾਲਿਸੀ ਦੀ ਸਪੋਰਟ ਕਰੋਗੇ ਜਾਂ ਨਹੀਂ Absolutely not. Because ਉਹ 5,000 ਕਰਨਾ Why don't you support? ਮੈਂ ਦੱਸਦਾ ਤੁਹਾਨੂੰ ਉਹ ਜਿਹੜਾ ਕੈਪ ਹੈ ਉਹ ਟੈਂਪਰੇਰੀ ਕੈਪ ਹੈ ਜਦੋਂ ਸਾਡੇ ਕੋਲੇ ਬੈਕਲੌਗ ਇੰਨਾ ਰਹਿ ਗਿਆ ਕਿ we can process the file without torturing people for 10 years ਅਸੀਂ ਉਹ 2 ਸਾਲਾਂ ਵਿੱਚ 3 ਸਾਲ ਵਿੱਚ ਜਿਹੜੀ ਐਸ ਵਕਤ ਜਿਹੜੀ ਫਾਈਲ ਆ ਜੇ ਪ੍ਰੋਸੈਸ ਕਰਦੇ ਅਸੀਂ ਕਹਿੰਦੇ ਵੀ ਇਹ 18 ਮਹੀਨੇ ਹੋਣੀ ਚਾਹੀਦੀ ਹੈ ਜਦੋਂ ਸਾਡੇ ਕੋਲੇ ਇੰਨਾ ਰਹਿ ਗਿਆ ਉਦੋਂ ਅਸੀਂ ਇਹ ਹੋਰ ਖੋਲ ਦਿਆਂਗੇ ਉਹਨਾਂ ਖੋਲਾਂਗੇ ਜਿੰਨਾ ਅਸੀਂ ਪ੍ਰੋਸੈਸ ਕਰ ਸਕਦੇ ਹਾਂ ਅਸੀਂ ਆਲਰੇਡੀ 10,000 ਤੋਂ ਜ਼ਿਆਦਾ ਤਾਂ ਪ੍ਰੋਸੈਸ ਕਰਦੇ ਹਾਂ ਤਾਂ ਹੀ ਤਾਂ ਉਹ ਜਿਹੜੀਆਂ 1,10,000 ਫਾਈਲਾਂ ਨੇ ਉਹਨਾਂ ਦਾ 84 ਮਹੀਨੇ ਤੋਂ ਕੱਟ ਕੇ ਇਸ ਵਕਤ ਉਹ ਤਕਰੀਬਨ 40 ਮਹੀਨੇ ਦੇ ਆ ਗਿਆ ਇਸ ਕਰਕੇ ਅਸੀਂ ਪਰ ਧਾਲੀਵਾਲ ਸਾਹਿਬ ਮੈਨੂੰ ਇਹ ਗੱਲ ਸਮਝ ਤਾਂ ਨਹੀਂ ਆ ਰਹੀ ਤੁਸੀਂ ਕਹਿੰਦੇ ਹੋ ਅਸੀਂ ਐਪਲੀਕੇਸ਼ਨ 5,000 ਲੈਂਦੇ ਹਾਂ ਪਰ ਪ੍ਰੋਸੈਸ 10,000 ਕਰਦੇ ਹਾਂ ਇਸ ਦੇ 1,10,000 ਜਿਹੜੀਆਂ ਪਿਛਲੀਆਂ 1,10,000 ਦੀ ਐਪਲੀਕੇਸ਼ਨ ਪਈਆਂ ਨੇ ਉਹ ਉਹਨਾਂ ਦਾ ਬੈਕਲੌਗ ਹੈ ਨਾ ਉਹ ਬੈਕਲੌਗ ਕਲੀਅਰ ਹੋਣ ਤੋਂ ਬਾਅਦ ਤੁਸੀਂ ਦੇਖੋ ਜੇ ਤੁਸੀਂ ਐਪਲੀਕੇਸ਼ਨ ਜਿੰਨੀਆਂ ਪ੍ਰੋਸੈਸ ਨਹੀਂ ਕਰਦੇ ਉਦੋਂ ਜ਼ਿਆਦਾ ਹੋਰ ਲਈ ਜਾਂਦੇ ਹੋ ਤਾਂ ਜੇ ਉਨੀਆਂ ਹੀ ਲਈ ਜਾਂਦੇ ਹੋ ਸਪੋਜ਼ ਕਰੋ ਜੇ ਅਸੀਂ 20,000 ਐਪਲੀਕੇਸ਼ਨ ਕਰਦੇ ਹਾਂ 20,000 ਅਸੀਂ ਹੋਰ ਲਈ ਜਾਂਦੇ ਹਾਂ ਉਹ ਬੈਕਲੌਗ ਕੌਣ ਰਹਿ ਗਿਆ ਠੀਕ ਹੈ ਨੀ reduce the backlog cap should be there right ਐਬਸੋਲੂਟਲੀ ਤੁਸੀਂ ਮੇਰੀ ਗੱਲ ਹੈ ਜਦੋਂ ਮੈਂ 에ਅਰਪੋਰਟ ਤੇ ਤੁਸੀਂ ਜਾਣਾ ਹੈ ਤੁਹਾਨੂੰ ਅਨਾਉਂਸਮੈਂਟ ਆ ਗਈ ਉਹਦੀ 100 ਸੀਟਾਂ ਨੇ ਉੱਥੇ ਮੈਂ 20,000 ਬੰਦਾ ਬੁਲਾ ਲਾਂ ਮੇਰੇ ਕੋਲ ਸੀਟਾਂ ਤਾਂ 100 ਹੀ ਹੈ ਨਾ Okay, Dhaliwal साहब, ਤੁਸੀਂ immigration में expert हो. Okay, immigration की बात करते हैं तो every year under the conservative government, more total in the last 10 years, 400,000, 4 lakh ज़्यादा immigrants, नए immigrants, were brought to Canada. 40,000 every year more, which is 15% increase. जैसे धलीवाल साहब ने कहा कि आप immigration की बात करो, every sector you speak about the overall permanent resident immigration. 4 lakh ज़्यादा. You speak about the family reunification, 10% more. You speak about the parents, grandparents, 300% more. 12,000 से लेके 35,000. You speak about any of them immigration. Conservative government has a proven track record that it's a party, it's a government which is very pro-immigrant and which has proven by the numbers, not by just speaking. And it's a shame on on the when it comes to the liberal party also when they make the false statement. पर जो आज स्टैट्स आए ने काफी सरप्राइजिंग ने कि 46% Canadians are not pro-immigrants. They are not supporting bringing more immigrants. ਤੁਹਾਨੂੰ ਲੱਗਦਾ ਕਿ ਫਿਊਚਰ ਦੇ ਵਿੱਚ ਕੈਨੇਡਾ ਦੀ ਸਰਕਾਰ ਇਸ ਸਟੈਟਸ ਤੇ ਜਾਂ ਉਹਨਾਂ ਕੈਨੇਡੀਅਨਸ ਨੂੰ ਸੁਣੂਗੀ ਜਿਹੜੇ ਇਮੀਗ੍ਰੇਸ਼ਨ ਦੇ ਵਿਰੁੱਧ ਨੇ ਨਹੀਂ ਦੇਖੋ ਮੈਂ ਤੁਸੀਂ ਲੈਟ ਅਸ ਗੋ ਬੈਕ ਟੂ ਜਿਹੜਾ ਇੱਕ ਇਸ਼ੂ ਸੀ ਨਾ ਆਪਣਾ ਜਦੋਂ ਆਰਪੀਐਨਜੀ ਦਾ ਕਰਦਨ ਦਾ ਇਸ਼ੂ ਸੀਗਾ ਠੀਕ ਹੈ ਉਦੋਂ ਆਲਮੋਸਟ 90% ਮੌਜੂਦ ਸੀਗੇ ਪਰ ਜਿਹੜੀ ਚੀਜ਼ ਹਿਸਟੋਰੀਕਲੀ ਤੁਸੀਂ ਪ੍ਰੂਵ ਕਰ ਸਕਦੇ ਇਸ ਮੁਲਕ ਵਾਸਤੇ ਚੰਗੀ ਹੈ ਇਹ ਸੋਸਾਇਟੀ ਹੈ ਬੜੀ ਸਿਵਲਾਈਜ਼ਡ ਸੋਸਾਇਟੀ ਹੈ ਜੇ ਇਹਨਾਂ ਨੂੰ ਤੁਸੀਂ ਕਨਫਿਊਜ਼ ਨਾ ਕਰੋ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਾਓ ਤਾਂ ਮੇਰਾ ਖਿਆਲ ਹੈ ਵੀ ਥੀਸ ਪੀਪਲ ਆਰ ਵੈਰੀ ਓਪਨ ਮਾਈਂਡਡ ਪੀਪਲ ਐਂਡ ਇਹ ਸਿਰਫ ਜਿਹੜੀਆਂ ਆਪਾਂ ਅਫਵਾਹਾਂ ਫੈਲਾ ਦਿੰਦੇ ਆ ਉਹਨਾਂ ਕਰਕੇ ਲੋਕੀ ਜਦੋਂ ਮਿਸਇਨਫੋਰਮ ਹੁੰਦੇ ਨੇ ਉਦੋਂ ਮੈਂ ਐਕਚੁਅਲੀ ਆਈ ਰਿਮੈਂਬਰ ਟਾਕਿੰਗ ਟੂ ਪ੍ਰੈਸਟਨ ਮੈਨਿੰਗ ਐਟ ਦ ਰਿਫਾਰਮ ਪਾਰਟੀ ਦੇ ਡੇਜ਼ ਜਦੋਂ ਸੀਗੇ people used to hate Trudeau.
कि ਅਸੀਂ ਤਾਂ ਇਹ ਉਸ ਤੋਂ ਬਾਅਦ I now associate with lot of people. They actually ਜਦੋਂ ਮੈਂ ਜੱਜ ਸੀਗਾ ਉਹ ਮੈਂ ਪੱਗ ਬੰਨ੍ਹ ਕੇ ਆਪਣੀ ਜੱਜਸ਼ਿਪ ਵੀ ਕੀਤੀ ਹੈ, ਬਾਹਰ ਵੀ ਜਾਂਦੇ ਰਹੇ ਛੋਟੇ ਛੋਟੇ ਟਾਊਨ। People love it even they know about the history. It is our job, it's the job of the people and the politicians not to confuse people or to educate them। ਉਹ ਫਿਰ ਜਿਹੜੇ immigrants ਨੂੰ ਜਿਹੜੇ ਅੱਛੀ ਤਰ੍ਹਾਂ ਦੇਖਣ ਲੱਗੇ ਜਾਣਗੇ, ਉਹਨਾਂ ਨੂੰ ਇਸ ਤੋਂ ਪ੍ਰੋਬਲਮ ਨਹੀਂ ਹੈ। ਇਹ ਸਾਰੀਆਂ ਜਿਹੜੀ ਤੁਸੀਂ ਕਹਿੰਦੇ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਉਹ ਕਿਸੇ ਪਾਰਟੀ ਨਾਲ ਰਿਲੇਟਡ ਨਹੀਂ ਹੈ, ਇਹ ਇੱਕ ਹਿਊਮਨ ਨੇਚਰ ਹੈ ਨਾ। ਹੁਣ ਮੈਂ ਇੱਥੇ ਟੇਬਲ ਤੇ ਮੈਨੂੰ ਪਤਾ ਮੇਰਾ ਕਾਫੀ ਦਾ ਕੱਪ ਪਿਆ, ਮੈਂ ਕਾਫੀ ਚੱਕ ਕੇ ਪੀਣੀ ਹੈ, ਮੈਂ ਜਦੋਂ ਪੇਪਰ ਚੱਕ ਕੇ ਉਹਨੂੰ ਨਹੀਂ ਲਾਉਣਾ ਕਿਉਂਕਿ ਆਈ ਹੈਵ ਐਬਿਲਿਟੀ ਟੂ ਡਿਸਕ੍ਰਿਮੀਨੇਟ। ਉਹ ਜਦੋਂ ਜ਼ਿਆਦਾ ਤੁਸੀਂ ਇਹ ਜਿਹੜਾ ਐਸੈਟ ਹੈ ਉਹ ਇੱਕ ਕਿਸਮ ਦੀ ਲਾਇਬਿਲਿਟੀ ਬਣ ਜਾਂਦਾ ਜਦੋਂ ਤੁਸੀਂ ਗਲਤ ਤਰੀਕੇ ਨਾਲ ਇਸਤੇਮਾਲ ਕਰ ਲੱਗਦੇ ਹੋ। ਪਰ ਇਹ ਹੌਲੀ ਹੌਲੀ ਜਿਹੜੇ ਇਹ ਜਿਹੀ ਚੀਜ਼ਾਂ ਨੇ ਜੇ ਅਸੀਂ ਲੋਕਾਂ ਨੂੰ ਐਜੂਕੇਟ ਕਰਦੇ ਹਾਂ, ਐਜੂਕੇਟ ਕਰਕੇ ਇਹ ਸੁਸਾਇਟੀ ਦੇ ਵਿੱਚ ਮੈਂ 36 ਸਾਲਾਂ ਵਿੱਚ ਦੇਖਿਆ ਤੁਹਾਨੂੰ ਜ਼ਰੂਰ ਬੰਦੇ ਮਿਲਣਗੇ ਜਿਹੜੇ ਕਿ ਉੱਥੇ ਵੀ ਹੈਗੇ ਨੇ, ਇੰਡੀਆ 'ਚ ਵੀ ਹੈਗੇ ਨੇ, ਸਾਰੇ ਥਾਵਾਂ 'ਤੇ ਨੇ। ਮੇਰਾ ਖਿਆਲ ਆਪਾਂ ਤਾਂ ਡਿਸਕ੍ਰਿਮੀਨੇਸ਼ਨ ਦੇ ਮਾਸਟਰ ਆ, ਆਪਣੀ ਤੇ PhD ਕੀਤੀ ਹੋਈ ਹੈ। ਇਹ ਤਾਂ ਹਾਲੇ ਬੰਦੇ ਬਹੁਤ ਹੀ ਇੱਥੋਂ ਵਾਲੇ ਜਿਹੜੇ ਸਿਵਲਾਈਜ਼ ਬੰਦੇ ਨੇ ਉਹ ਆਪਣੀ ਗੱਲ ਸੁਣ ਕੇ ਉਹਨੂੰ ਮੰਨ ਕੇ ਅਤੇ ਅੱਛੀ ਤਰ੍ਹਾਂ ਮੰਨ ਕੇ ਅਤੇ ਉਹ ਇਹ ਜਿਹੀ ਗੱਲ ਜਿਹੜੀ ਕਿ 46% ਵਾਲੀ ਗੱਲ ਆ, ਮੈਨੂੰ ਲੱਗਦਾ ਵੀ ਜਿਹੜੇ GTA ਆ, ਜਿਹੜੇ ਵੱਡੇ ਵੱਡੇ ਸ਼ਹਿਰ ਆ, ਇਹਨਾਂ 'ਚ ਹਾਈ ਪਰਸੈਂਟੇਜ ਨਹੀਂ ਹੋ ਸਕਦੀ। ਇਹ ਸਿਰਫ ਜਿਹੜੇ ਪਿੰਡਾਂ ਵਾਲੇ ਬੰਦੇ ਨੇ ਜਿਹੜੇ ਕਿ ਇਹਨਾਂ ਦਾ ਐਕਸਪੋਜ਼ਰ ਨਹੀਂ ਹੋਇਆ। ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਇੱਥੋਂ ਦੇ ਜਿਹੜੇ ਮੁਲਕ ਦੇ ਜਿਹੜੇ ਛੋਟੇ ਪਿੰਡ ਆ ਉੱਥੇ ਵੀ ਜਾਈਏ, ਉੱਥੇ ਜਿਹੜੇ ਫੰਕਸ਼ਨਾਂ ਦੇ ਅਟੈਂਡ ਕਰ, ਉੱਥੇ ਦੇ ਮੇਲਿਆਂ ਨੂੰ ਅਟੈਂਡ ਕਰੀਏ। ਜਿਹੜੇ ਸਾਡੇ ਆਫਿਸਰ ਨੇ ਜਾਂ MP ਨੇ ਉਹਨਾਂ ਜਾ ਕੇ ਆਪਣੇ ਧਰਮ ਬਾਰੇ, ਆਪਣੇ ਕਲਚਰ ਬਾਰੇ ਚੀਜ਼ਾਂ ਸ਼ੇਅਰ ਕਰਨੀ ਚਾਹੀਦੀਆਂ। ਇਸ ਤਰ੍ਹਾਂ ਹੌਲੀ ਹੌਲੀ ਜਿਹੜਾ ਆਪਣਾ ਜਿਹੜਾ ਓਪੀਨੀਅਨ ਹੈ ਲੋਕਾਂ ਦਾ ਆਪਣੇ ਇਮੀਗ੍ਰੈਂਟ ਵਾਸਤੇ ਚੇਂਜ ਹੁੰਦਾ ਜਾਏਗਾ। ਇਹ ਲਾਈਫ ਜਿਹੜੀ ਅੱਛੀ ਹੈ, ਇਹ ਕੋਈ ਛੱਪੜ ਨਹੀਂ ਹੈ, ਇਹ ਤਾਂ ਦਰਿਆ ਇੱਕ ਸਟਰੀਮ ਹੈ। ਲੋਕਾਂ ਦੀ ਜਿਹੜੀ ਸੋਚ ਵੀ ਹੈ, ਮੇਰੀ ਸੋਚ ਹੈ ਜਦੋਂ ਮੈਂ 36 ਸਾਲ ਪਹਿਲਾਂ ਆਇਆ ਉਤਰਿਆ ਬਿਲਕੁਲ ਹੋਰ ਸੀ। ਐਂਡ ਵਟ ਆਈ ਵਾਜ਼ ਥਿੰਕਿੰਗ ਅਬਾਊਟ ਕਾਲੇ ਗੋਰੇ ਕਿਵੇਂ ਇਹ ਚੀਜ਼ਾਂ, ਹੁਣ ਉਹ ਚੀਜ਼ਾਂ ਬਿਲਕੁਲ ਹੀ ਖਤਮ ਨੇ। ਸੋ ਇਸ ਕਰਕੇ ਇਹ ਆਪਾਂ ਹੌਲੀ ਹੌਲੀ ਸੁਸਾਇਟੀ ਦੇ ਵਿੱਚ ਇਹੋ ਜਿਹਾ ਮਾਹੌਲ ਪੈਦਾ ਕਰਕੇ ਅਸੀਂ ਸਾਰੇ ਇੱਕ ਦੂਜੇ ਨਾਲ ਪਿਆਰ ਅਤੇ ਸਤਿਕਾਰ ਨਾਲ ਰਹੀਏ, ਇੱਕ ਦੂਜੇ ਦੀ ਗੱਲ ਸੁਣੀਏ, ਇੱਕ ਦੂਜੇ ਦੀ ਹਿਸਟਰੀ ਜਾਣੀਏ ਅਤੇ ਆਪਾਂ ਇਹਨੂੰ ਇੰਪਰੂਵ ਕਰ ਸਕਦੇ ਹਾਂ। ਮੈਂ ਆਪਣੀ ਜੱਜਸ਼ਿਪ ਦੇ ਵਿੱਚ ਇਹੀ ਕੰਮ ਕੀਤਾ। ਕੀਬੋਰਡ ਸਪੀਕਿੰਗ ਕਰਦਾ ਰਿਹਾ ਜਿਹੜੇ ਛੋਟੇ ਛੋਟੇ ਸ਼ਹਿਰਾਂ ਵਿੱਚ ਜਾ ਕੇ ਸਮਾਂ, ਅਤੇ ਮੈਂ ਜਾਣ ਕੇ ਉੱਥੇ ਪੱਗ ਬੰਨ੍ਹ ਕੇ ਜਾਂਦਾ ਸੀ। ਲੋਕੀ ਮੇਰੇ 'ਤੇ ਕੁਐਸਚਨ ਕਰਨ ਅਤੇ ਮੈਂ ਪੱਗ ਦੀ ਹਿਸਟਰੀ ਉਹਨਾਂ ਨੂੰ ਦੱਸਾਂਗੇ ਅਸੀਂ ਕਿਉਂ ਉਹਦੀ ਪੱਗ ਬੰਨ੍ਹੀ ਹੋਈ ਹੈ। ਜਦੋਂ ਗੱਲ ਇਸ਼ੂਜ਼ ਦੀ ਕਰਦੇ ਹਾਂ, ਜਦੋਂ ਇਲੈਕਸ਼ਨ ਕੈਂਪੇਨ ਸ਼ੁਰੂ ਹੋਇਆ ਸੀ ਤਾਂ ਡਿਫਰੈਂਟ ਇਸ਼ੂ ਸੀ, ਪਰ ਇੱਕ ਗੱਲ ਤਾਂ ਸੱਚ ਹੈ ਕਿ ਇਕੋਨਮੀ ਵਾਜ਼ ਨੰਬਰ 1 ਇਸ਼ੂ, ਸਟਿਲ ਇਕੋਨਮੀ ਇਜ਼ ਨੰਬਰ 1 ਇਸ਼ੂ। ਦੂਜੇ ਜਿਵੇਂ ਮੁੱਦੇ ਸੀ, ਬਿੱਲ C-24, ਬਿੱਲ C-51 ਜਾਂ ਉਸ ਤੋਂ ਪਹਿਲਾਂ ਸੀਰੀਆ ਦਾ ਰਿਫਿਊਜੀ ਕ੍ਰਾਈਸਿਸ ਵੀ ਆਇਆ, ਨਿਕਾਬ ਦਾ ਇਸ਼ੂ ਵੀ ਆਇਆ, ਉਸ ਤੋਂ ਬਾਅਦ ਹੁਣ TPP ਆਈ। ਪਰ ਜੇ ਗੱਲ ਕੀਤੀ ਜਾਵੇ ਸਪੋਰਟ ਦੀ 3-ਵੇ ਰੇਸਿਸ ਸੀਗੀ, ਹੁਣ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ NDP ਕਿਤੇ ਨਾ ਕਿਤੇ ਪਛੜਦੀ ਨਜ਼ਰ ਆ ਰਹੀ ਆ। ਬਜਾਜ ਸਾਹਿਬ, ਕੀ NDP ਦਾ ਜ਼ਿਆਦਾ ਪਛੜਨਾ कंजर्वेटिव ਲਈ फायदा सिद्ध होगा या नहीं? पक्का ही फायदा सिद्ध होगा, बिकॉज जो भी आप अभी बातें कर रहे हैं उसमें एक बात सबसे इम्पोर्टेंट है जो मैंने पहले भी बोला, अगेन आई रिपीट इट, कि पीपल केयर अबाउट लो टैक्सेस। उनकी आज एवरेज कैनेडियन फैमिलीज आर सेविंग गुड चंक ऑफ मनी। आज जब आप एक एवरेज कैनेडियन फैमिली $7,000 से $8,000 का सेविंग करती है, so they are able to put the quality of their family life, enhance child care benefit, which is helping the families to spend more time with their children. They have a choice what they want to do. जब बात आती है job opportunities, we created 1.3 million jobs, again looking for 1.3 million jobs in the next five years. Balanced budget, it's very important. आज जो balanced budget है, having a surplus in this tough economy, people really are concerned about that this government only can do it, because बाकी जो parties है दोनों liberal and NDP both are talking about deficit. So कहाँ एक government है who is focused on low taxes, who is focused on job creation, who is focused on the trade, who is focused on the business community. पहले 14 से 11% किया small business का, 11 से 9%, and every tax promise or any promise which conservative government did, they made sure that these promises are executed. वही आप लिबरल की कोई भी गवर्नमेंट की पहले की पास में ले लो promises, none of the GST का ले लो, they promise, they don't execute. So people know that this is the government, this is the leader who has a proven track record, and they are going to be good for the Canadians, for the Canadian economy, and that's the reason जो घट रहा है उसका भी फायदा यही है कि conservative people are understanding that conservative government is the right government, and I'm very confident, and this is I'm saying based on not
listening to the news and all that. This is I'm saying based on my door knocking. This is based on the people who are meeting in the constituency, that that we will have a majority government on October 19th, and people will see that, people will vote for the conservative government, a majority conservative government. और जी ਧਾਲੀਵਾਲ ਸਾਹਿਬ ਗੱਲ ਕੀਤੀ ਜਾਵੇ ਕੰਜ਼ਰਵੇਟਿਵ ਪਾਰਟੀ ਦੀ ਪਹਿਲਾਂ ਵੀ ਮੈਜੋਰਟੀ ਗਵਰਨਮੈਂਟ ਸੀ, what difference will it make if they become or make a majority government after October 19th? ਦੇਖੋ ਜੀ, ਜਿਹੜੀ ਮੈਜੋਰਟੀ ਗਵਰਨਮੈਂਟ ਦੇ ਵਿੱਚ ਸਭ ਤੋਂ ਵੱਡਾ ਫਾਇਦਾ ਤਾਂ ਗਵਰਨਮੈਂਟ ਨੂੰ ਇਹੀ ਹੁੰਦਾ ਵੀ ਜਿਹੜਾ ਉਹਨਾਂ ਦਾ ਆਪਣਾ ਜਿਹੜੇ ਕੰਮ ਕਰਨੇ ਹੁੰਦੇ ਨੇ ਉਹ ਕੰਮ ਵਿਦਆਊਟ ਹੈਜ਼ੀਟੇਸ਼ਨ ਉਹ ਕਰ ਸਕਦੇ ਆ, ਉਹਦੇ ਵਿੱਚ ਬਹੁਤਾ ਵਿਘਨ ਨਹੀਂ ਪਾਇਆ ਇਹ ਜਿਹੜਾ ਸਾਡਾ ਜਿਹੜਾ ਹੈਗਾ ਉਹਦਾ ਸੇਮ ਇਕੋਨਮੀ, ਆਹ ਜਿਹੜਾ ਪਹਿਲੀ ਗੱਲ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਆ, ਇਹ ਜਿਹੜਾ TPP ਹੈ ਇਹਨੂੰ ਰੈਕਟੀਫਾਈ ਕਰਨਾ, ਇਹ 2 ਸਾਲ ਲੱਗਣੇ ਆ, ਇਹਨੇ ਵੀ ਇਹਨੂੰ 2 ਸਾਲ ਹਲੇ ਇਹਨੂੰ ਰੈਕਟੀਫਾਈ ਕਰਨਾ, ਸਾਰੇ ਲੋਕਾਂ ਨੇ ਆਪਣੀ ਆਪਣੀ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਣਾ। ਪਰ ਇਹ ਤਾਂ ਸਾਨੂੰ ਹੈਲਪ ਬੜੀ ਹੈ, ਹੈਲਪ ਇਹ ਹੈ ਵੀ ਜਿਹੜੇ ਜਿੰਨੇ ਵੀ ਐਸੋਸੀਏਸ਼ਨ ਨੇ, ਜਿਵੇਂ ਵੈਨਕੂਵਰ ਬੋਰਡ ਆਫ ਟ੍ਰੇਡ ਹੈ, ਕੈਨੇਡੀਅਨ ਜਿਹੜੇ ਵਾਈਨ ਐਸੋਸੀਏਸ਼ਨ ਹੈ, ਸੀਰੀਅਲ ਕੈਨੇਡਾ, ਕੈਨੇਡੀਅਨ ਐਗਰੋ ਫੂਡ ਐਰੋਸਪੇਸ ਇੰਡਸਟਰੀ ਹੈਗੀ ਹੈ, ਡੇਅਰੀ ਫਾਰਮਰ, ਫੋਰੈਸਟ ਪ੍ਰੋਡਕਟ, ਕੈਨੇਡੀਅਨ ਲਾਈਫ ਐਂਡ ਹੈਲਥ ਇੰਸ਼ੋਰੈਂਸ ਐਸੋਸੀਏਸ਼ਨ, ਕਿੰਨੀਆਂ ਇਹ 18 ਐਸੋਸੀਏਸ਼ਨ ਨੇ, ਸਾਰਿਆਂ ਨੇ ਇਹਨਾਂ ਦੀ ਹੈਲਪ ਕੀਤੀ ਹੈ। ਤੇ ਇਹ ਜਿਹੜਾ ਮੈਸੇਜ ਹੈ ਇਹ ਲੋਕਾਂ ਨੂੰ ਜਾਏਗਾ ਥੱਲੇ ਵੀ ਹਾਂ ਵੀ ਜਿਹੜਾ ਵੀ ਆਰ ਔਨ ਦਾ ਰਾਈਟ ਟਰੈਕ। ਤੇ ਮੇਰਾ ਖਿਆਲ ਹੈ ਵੀ ਇਹ ਤੇ ਇਕੋਨਮੀ ਦੇ ਨਾਲ ਰਿਲੇਟਡ ਤੇ ਜਿਹੜੀ ਹੈ ਇਸ ਮੁਲਕ ਦੀ ਸੇਫਟੀ ਤੇ ਸਿਕਿਉਰਿਟੀ ਦੇ ਨਾਲ ਜਿਹੜੇ ਰਿਲੇਟਡ ਹੈ, ਜਿਹੜੇ ਇਹਨਾਂ ਦੇ ਮੁੱਦੇ ਨੇ ਉਹਨਾਂ ਨੂੰ ਅਸੀਂ ਪੁਰਸੂ ਕਰਾਂਗੇ। ਪਰ ਐਟ ਦ ਐਂਡ ਆਫ ਦ ਡੇ ਜਿਹੜੀ ਇੱਥੋਂ ਦੇ ਲੋਕ ਨੇ ਉਹਨਾਂ ਦੀ ਸੇਫਟੀ ਸਿਕਿਉਰਿਟੀ ਤੇ ਉਹਨਾਂ ਦੀ ਪ੍ਰੋਸਪੈਰਿਟੀ ਇਜ਼ ਦ ਮੇਨ ਥਿੰਗ ਜਦ ਵੀ ਹੈਵ। ਲੋਕਾਂ ਦੇ ਅਸੀਂ ਕਿਵੇਂ ਟੈਕਸ ਦੇਖੋ, ਮੈਂ ਵੀ ਜਿਵੇਂ ਨਵਲ ਬਜਾਜ ਸਾਹਿਬ ਨੇ ਕਿਹਾ ਕਿ ਬਿਲਕੁਲ ਇਸੇ ਹੀ ਚੀਜ਼ ਦੇ ਨਾਲ ਮੈਨੂੰ ਨਹੀਂ ਹੈਗਾ ਕੋਈ ਫਰਕ ਵੀ ਇਸੇ ਸਟੀਵਨ ਹਾਰਪਰ ਹੈ ਜਾਂ ਕੋਈ ਡਾਕਟਰ ਮੈਨਿੰਗ ਹੈ, ਕੋਈ ਬੰਦਾ ਆਈ ਐਮ ਨਾਟ ਕਨੈਕਟਡ ਟੂ ਦ ਸਪੇਸਿਸ ਆਫ ਦ ਪੀਪਲ, ਆਈ ਐਮ ਕਨੈਕਟਡ ਟੂ ਦ sentiment, the constitution and the policy and ideology of the party। ideology ਸਾਡੀ ਇਹ ਹੈ ਕਿ ਲੋਕਾਂ ਦੇ ਟੈਕਸ ਕਿਵੇਂ ਘਟਾਏ ਜਾਈਏ, ਕਿੰਨੀ ਛੋਟੀ ਤੋਂ ਛੋਟੀ ਗਵਰਨਮੈਂਟ ਰੱਖੀ ਜਾਵੇ, ਗਵਰਨਮੈਂਟ ਦਾ ਲੋਕਾਂ ਦੀ ਜਿਹੜੀ ਲਾਈਫ ਹੈ ਜਾਂ ਜਿਹੜੀ ਬਿਜ਼ਨਸ ਹੈ ਉਹਨਾਂ ਵਿੱਚ ਘੱਟ ਤੋਂ ਘੱਟ ਇੰਟਰਫੀਰੈਂਸ ਹੋਵੇ, ਠੀਕ ਨਹੀਂ। ਤੇ ਦੈਟ ਇਜ਼ ਮੇਨ ਜਿਹੜਾ ਮੁੱਦਾ ਹੈਗਾ। ਇਹਦੇ ਵਿੱਚ ਇਹ ਪਾਰਟੀ ਹੈ ਇਸੇ ਤਰੀਕੇ ਦੇ ਨਾਲ ਕੰਮ ਕਰਦੀ ਰਹੇ ਤਾਂ ਕਿ ਲੋਕਾਂ ਵਿੱਚ ਇੰਟਰਫੀਅਰ ਥੋੜ੍ਹਾ ਕੀਤਾ ਜਾਵੇ, ਗਵਰਨਮੈਂਟ ਨੂੰ ਘਟਾਇਆ ਜਾਵੇ। ਗਵਰਨਮੈਂਟ ਅਸੀਂ ਆਪਣੇ ਟੈਨਿਓਰ ਦੇ ਵਿੱਚ $12 ਬਿਲੀਅਨ ਗਵਰਨਮੈਂਟ ਦਾ ਜਿਹੜਾ ਖਰਚਾ ਕਰਾਇਆ। ਦੇਖੋ ਸਭ ਤੋਂ ਵੱਡਾ ਸਕੈਂਡਲ ਜਿਹੜੀ ਕੰਜ਼ਰਵੇਟਿਵ ਪਾਰਟੀ ਦੇ ਟਾਈਮ ਵਿੱਚ ਕਿਹੜਾ ਹੈ, $90,000 ਦਾ ਦਸੀ ਦਾ, ਉਹ ਵੀ ਕਿਹਦਾ, ਉਹ ਵੀ ਆਫਟਰ ਟੈਕਸ ਕਿਸੇ ਦਾ ਅਰਨ ਕੀਤਾ ਹੋਇਆ ਮਨੀ ਉਹ ਹੈ, ਠੀਕ ਹੈ। ਉਹ ਜਿਹੜੀ ਉਹਦਾ ਅਗਲੀ ਬੰਦਾ ਕੀ ਹੋਇਆ ਆਫਟਰ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੈ ਉਹਦੀ ਗੱਲ ਤੁਸੀਂ ਛੱਡੋ, 90,000 ਦਾ ਸਭ ਤੋਂ ਵੱਡਾ ਸਕੈਂਡਲ ਹੈ। ਇੱਥੇ ਤੁਹਾਡੇ ਕੋਲੇ ਈਵਨ ਜਿਹੜੇ ਟੌਮ ਮਲਕੇਅਰ ਦੇ ਉੱਤੇ $4.1 ਮਿਲੀਅਨ ਦਾ ਇਹਨਾਂ ਦਾ ਇਲੀਗਲ ਮਨੀ ਜਿਹੜਾ ਪਾਰਟੀ ਵਾਸਤੇ ਯੂਜ਼ ਕੀਤਾ MPs ਦੇ ਫੰਡਾਂ ਦੇ ਵਿੱਚੋਂ, ਜਿਹੜੇ ਉਹਨਾਂ ਨੇ ਆਫਿਸ ਵਾਸਤੇ ਖਰਚ ਕਰਨਾ ਸੀਗਾ, ਉਹਨੂੰ ਤੁਹਾਡੇ ਵਰਗਾ ਕੋਈ ਕੁਐਸਚਨ ਨਹੀਂ ਪੁੱਛਦਾ ਕੈਂਡੀਡੇਟ ਨੂੰ। ਜਿਹੜੇ ਇਹਨਾਂ ਨੇ 95,000 ਜਿਹੜੀ ਇਹਨਾਂ ਤੇ ਜਜਮੈਂਟ ਹੋਈ ਸੀ ਇਹਦੇ ਅਗੇਂਸਟ, ਉਹਨੇ ਆਪਣੇ ਜਦੋਂ ਲਿਬਰਲ ਪਾਰਟੀ ਦਾ ਇਹ ਸੀਗਾ ਉਹਦੇ ਬਾਰੇ ਉਹਨੂੰ ਕੋਈ ਨਹੀਂ ਪੁੱਛਦਾ, ਹੈ ਨਾ। ਜਿਹੜਾ ਇਹਨਾਂ ਨੇ ਐਨਵਲਪ ਸੀਗਾ 17 ਸਾਲ ਜਿਹੜਾ ਪੈਸੇ ਪਾ ਕੇ ਇਹਨੂੰ ਲਿਫਾਫਾ ਦਿੱਤਾ ਸੀ ਇੱਕ ਸ਼ਹਿਰ ਦੇ ਮੇਅਰ ਨੇ, ਉਹ ਇਹਨਾਂ ਦੇ ਨਾਮ ਕਰਕੇ ਉਹ 10 ਸਾਲ ਉਹ ਸ਼ਹਿਰ ਦਾ ਮੇਅਰ ਰਿਹਾ ਕਰਪਟ, ਤੇ ਉਹਦੇ ਬਾਰੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ। ਤੇ ਇਹ ਜਿਹੜੀ ਕੰਜ਼ਰਵੇਟਿਵ ਪਾਰਟੀ ਦਾ ਐਕਚੁਅਲੀ ਐਵੇਂ ਛੋਟੀ ਛੋਟੀਆਂ ਗੱਲਾਂ ਜਿਹੜੀਆਂ ਹੈਗੀਆਂ ਅੱਜ ਤੁਸੀਂ ਵੀ ਇਹਨਾਂ ਦੇ ਜਿਹੜੇ ਫੈਸਲੇ ਆ ਕੋਰਟ ਨੇ ਆਹ ਕਰਤਾ ਉਹ ਕਰਤਾ, ਇਹ ਜਿਹੜੀ ਗੱਲਾਂ ਇੰਨੇ ਕੋਈ ਮੁੱਦੇ ਨਹੀਂ ਹੈ। ਮੁੱਦੇ ਉਹੀ ਨੇ, ਲੋਕਾਂ ਨੂੰ ਆਪਣੀ ਜੌਬ ਦਾ ਫਿਕਰ ਹੈ, ਲੋਕ ਟੈਕਸ ਘੱਟ ਦੇਣਾ ਚਾਹੁੰਦੇ ਨੇ, ਲੋਕ ਕਹਿੰਦੇ ਵੀ ਗਵਰਨਮੈਂਟ ਸਾਡੇ ਵਿੱਚ ਇੰਟਰਫੀਅਰ ਨਾ ਕਰੇ, ਅਸੀਂ ਆਪ ਇੱਥੇ ਸਿਕਿਉਰ ਮਹਿਸੂਸ ਕਰੀਏ। ਇਹਦੇ ਉੱਤੇ ਅਸੀਂ ਕੰਮ ਕਰਦੇ ਰਹਾਂਗੇ ਤੇ ਮੇਰੀ ਪਾਰਟੀ ਨੇ ਪਿਛਲੇ 9.5 ਸਾਲ ਵਿੱਚ ਵੀ ਇਹਦੇ ਉੱਤੇ ਕੰਮ ਕੀਤਾ ਤੇ ਅਸੀਂ ਹੁਣ ਚਾਹੁੰਦੇ ਹਾਂ ਕਿ ਜਿਹੜੇ ਨਵਲ ਬਜਾਜ ਵਰਗੇ ਨੇ ਬਰੈਂਪਟਨ ਦੇ ਵਿੱਚ ਬੜੇ ਵਧੀਆ ਕੈਂਡੀਡੇਟ ਨੇ, ਇਹ ਪਾਰਟੀ ਦੀ ਪਾਲਿਸੀ ਨੂੰ ਅੰਡਰਸਟੈਂਡ ਕਰਦੇ ਨੇ। ਮੈਂ ਇਹ ਚਾਹੁੰਦਾ ਤੇ ਵੀ ਇਹ ਜਿਹੇ ਬੰਦੇ ਜਾਣ ਤੇ ਇਹ ਜਿਹੜਾ ਏਜੰਡਾ ਸਾਡਾ ਇਸ ਨੂੰ ਅਸੀਂ ਹੋਰ ਪਰਸੂ ਕਰੀਏ ਤੇ ਲੋਕਾਂ ਦੀ ਜਿਹੜੀ ਲਾਈਫ ਹੈ ਉਸਨੂੰ ਇੰਪਰੂਵ ਕਰੀਏ। ਪਰ ਜੇ ਗੱਲ ਕੀਤੀ ਜਾਵੇ ਜਿਵੇਂ ਤੁਸੀਂ NDP ਦੀ ਕੀਤੀ ਹੈ, ਚਾਹੇ ਪਾਲਿਸੀਜ਼ ਖਰਾਬ ਹੋਣ ਚਾਹੇ ਮਾੜੀਆਂ ਹੋਣ, ਜਦੋਂ ਵੀ ਕੰਜ਼ਰਵੇਟਿਵ ਪਾਰਟੀ ਨੇ NDP ਤੇ ਅਟੈਕ ਕੀਤਾ, ਜੇ ਉਹਨਾਂ ਦੇ ਨੰਬਰ ਡਾਊਨ ਜਾਂਦੇ ਨੇ, ਦੂਜੀ ਗੱਲ ਦੇਖਣ ਦੇ ਵਿੱਚ ਆਈ ਹੈ ਕਿ ਲਿਬਰਲ ਪਾਰਟੀ ਦੇ ਨੰਬਰ ਓਨੇ ਹੀ ਉੱਪਰ ਜਾ ਰਹੇ ਨੇ। ਕੀ ਕੰਜ਼ਰਵੇਟਿਵ ਪਾਰਟੀ ਨੂੰ ਹੁਣ ਆਪਣੇ ਅਟੈਕ ਲਿਬਰਲ ਪਾਰਟੀ ਤੱਕ ਹੀ ਸੀਮਿਤ ਰੱਖਣੇ ਚਾਹੀਦੇ ਨੇ, ਕਿਉਂਕਿ NDP ਪਾਰਟੀ ਦੇ ਨੰਬਰ ਘਟਣ ਦੇ ਨਾਲ ਨਾਲ ਕੰਜ਼ਰਵੇਟਿਵ ਪਾਰਟੀ ਨੂੰ ਫਾਇਦਾ ਹੁੰਦਾ ਜਾਂ ਨਹੀਂ? ਤੁਸੀਂ ਇਹ ਜਿਹੀਆਂ ਸਟ੍ਰੈਟਜੀ ਦੀ ਗੱਲ ਕਰਦੇ ਹੋ, ਅਸੀਂ ਕੋਈ ਇਸ ਤਰ੍ਹਾਂ ਨਹੀਂ ਹਿਸਾਬ ਤੇ ਗੱਲ ਉਹ ਤਾਂ ਹੈਗੇ ਆ। ਦੇਖੋ ਜਿਹੜੀ ਫਾਈਟ ਹੈ ਨਾ ਇਸ ਵਕਤ ਸਾਡੀ ਲਿਬਰਲ ਦੇ ਨਾਲ ਫਾਈਟ ਹੈ, ਠੀਕ ਹੈ।
That's what I'm asking. Almost out of the road. ਪਰ ਜਿਹੜਾ ਫੈਕਟ ਜਿਹੜੀ ਚੀਜ਼ ਅਸਲੀਅਤ ਹੈਗੀ ਆ, ਮੈਂ ਇਹ ਕੋਈ ਅਟੈਕ ਕਰਕੇ ਨਹੀਂ ਕਰਦਾ, ਜਿਹੜੇ ਫੈਕਟ ਹੈਗੇ ਜਿਹੜੇ ਕਿ ਨੈਸ਼ਨਲ ਪੋਸਟ ਦੇ ਵਿੱਚ ਖਬਰਾਂ ਆਈਆਂ ਹੋਈਆਂ ਨੇ, ਗੱਲਾਂ ਬਾਤਾਂ ਨੇ, ਉਹ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਲੋਕਾਂ ਨੂੰ ਇਸ ਵਕਤ ਕੀ ਹੈ, ਜਿਹੜੇ ਕੰਟਰੀ ਦੇ ਐਸੈਟ ਨੇ ਤੇ ਜਿਹੜੀ ਕੰਟਰੀ ਦੀਆਂ ਪ੍ਰੋਬਲਮ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਤਿੰਨਾਂ ਵਿੱਚੋਂ ਇੱਕ ਲੀਡਰ ਚੁਣਨਾ। ਅਸੀਂ ਇਹ ਦੇਖਣਾ ਵੀ ਕਿਹੜਾ ਲੀਡਰ ਚੰਗਾ। ਮੈਂ ਆਪਣੇ ਲੀਡਰ ਨੂੰ ਪੇਸ਼ ਕਰਦਾ, ਉਹਦੇ ਕੋਲ ਸਕਿੱਲਸ ਨੇ, ਉਹਦੀ ਜਿਹੜੀ ਆਪਣੀ ਪਰਸਨਲ ਜਿਹੜੀ ਲਾਈਫ ਹੈ ਉਹ ਵੀ, ਤੇ ਜਿਹੜਾ ਉਹਦਾ ਕੰਮ ਕੀਤਾ ਹੋਇਆ ਉਹ ਇਸ ਤਰ੍ਹਾਂ ਉਹਨੂੰ ਇਸ ਚੀਜ਼ ਦੇ ਕਾਬਿਲ ਬਣਾਉਂਦਾ ਕਿ ਉਹ ਕੰਟਰੀ ਨੂੰ ਚੰਗੇ ਪਾਸੇ ਲੈ ਕੇ ਜਾ ਸਕਦਾ। ਲਿਬਰਲ ਵਾਲੇ ਜਿਹੜੇ ਦੇਖੋ, ਜਿਹੜਾ ਟਰੂਡੋ ਵੀ ਹੈਗਾ, ਟਰੂਡੋ ਦਾ ਤੁਸੀਂ ਦੇਖ ਲਓ ਕੋਈ ਸਟੈਂਡ ਨਹੀਂ। ਈਵਨ ਪਹਿਲਾਂ ਸੀ ਜਿਹੜਾ ਬਜਟ ਜਿਹੜਾ ਡੈਫਿਸਿਟ ਹੈ ਇਹ ਬੜੀ ਮਾੜੀ ਗੱਲ ਹੈ। ਫਿਰ ਕਹਿੰਦੇ ਵੀ ਡੱਬੇ ਦੇਖੋ ਧਾਲੀਵਾਲ ਸਾਹਿਬ, ਦੇਖੋ ਧਾਲੀਵਾਲ ਨਹੀਂ, ਦੇਖੋ ਧਾਲੀਵਾਲ ਸਾਹਿਬ ਨਹੀਂ, ਧਾਲੀਵਾਲ ਇੱਕ ਮਿੰਟ, ਦੇਖੋ ਧਾਲੀਵਾਲ ਸਾਹਿਬ ਤੁਹਾਡੀ ਮੈਂ ਗੱਲ ਸੁਣ ਰਿਹਾ, ਪਰ ਜੇ ਤੁਸੀਂ ਕਹਿੰਦੇ ਹੋ ਵੀ ਟਰੂਡੋ ਦਾ ਡੈਫਿਸਿਟ ਚੰਗਾ ਨਹੀਂ, ਪਰ ਜਿਹੜਾ ਅਸੀਂ 6-7 ਸਾਲ ਤੋਂ ਕਰ ਰਹੇ ਸੀ ਉਹ ਚੰਗਾ ਸੀ। ਦੇਖੋ ਦੇਖੋ ਅਸੀਂ am I right or not? ਤੁਸੀਂ ਬਿਲਕੁਲ ਰਾਈਟ ਹੋ ਜਿਹੜਾ ਫੈਕਟ ਦੇ ਹਿਸਾਬ ਨਾਲ, ਪਰ ਤੁਸੀਂ ਇਹ ਨਹੀਂ ਲਿਆ ਰਹੇ, ਮੈਨੂੰ ਦੱਸਣ ਦੀ ਕੋਸ਼ਿਸ਼ ਕਰਦੇ ਵੀ 2008 ਦੇ ਵਿੱਚ ਜਦੋਂ ਮਾਰਕੀਟ ਥੱਲੇ ਆਈ ਹੈ ਤਾਂ ਇਹਨਾਂ ਦੀ ਸਾਰਿਆਂ ਦੀ ਸਹਿਮਤੀ ਦੇ ਨਾਲ ਉਹ $50 ਬਿਲੀਅਨ ਦਾ ਡੈਫਿਸਿਟ ਲੈ ਗਿਆ ਸਟਿਮੂਲਸ ਦਾ। ਐਗਜ਼ੈਕਟਲੀ ਯਾਰ, that was the Canada action plan। ਇਹ ਆਲਰੇਡੀ ਸਾਡੇ ਕੋਲ ਇਹ ਵੀ ਨਹੀਂ ਪਤਾ ਕੀ ਹੋਣਾ ਕੀ ਨੇ, ਆਲਰੇਡੀ ਕਹਿ ਰਹੇ ਨੇ ਵੀ ਇੰਨੇ ਸਾਲ ਅਸੀਂ ਰੱਖਾਂਗੇ 2020 ਚ ਅਸੀਂ ਬੈਲੈਂਸ ਕਰਾਂਗੇ। ਅਸੀਂ ਆਲਰੇਡੀ ਹੁਣੇ ਬੈਲੈਂਸ ਕਰੀ ਬੈਠੇ ਹਾਂ। ਤੁਸੀਂ ਦੇਖੋ ਜਿਹੜਾ ਬੰਦਾ ਇਸ ਵਕਤ ਬੈਲੈਂਸ ਕਰੀ ਬੈਠਾ ਤੇ ਉਹ ਟੈਕਸ ਕਹਿੰਦਾ ਮੈਂ ਟੈਕਸ ਨਹੀਂ, ਦੇਖੋ ਅੱਜ ਕੱਲ੍ਹ ਤਾਂ ਫਰਕ ਹੀ ਬੜਾ ਵਧੀਆ ਈਜ਼ੀ ਹੈ। ਹੁਣ ਤਾਂ ਜਿਹੜਾ ਸਪੀਕਰ ਹਾਰਪਰ ਕਹਿ ਰਿਹਾ ਕਿ ਸਾਡਾ ਬੈਲੈਂਸ ਜਿਹੜਾ ਬਜਟ ਰਹੇਗਾ ਤੇ ਅਸੀਂ ਟੈਕਸ ਇਹਦੇ ਵੀ ਘਟਾਵਾਂਗੇ, ਤੇ ਜਿਹੜਾ ਅਸੀਂ ਰੈਵਨਿਊ ਜਿਹੜਾ ਕ੍ਰੀਏਟ ਕਰਨਾ ਉਹ ਲੋਕਾਂ ਨੂੰ ਜਿਹੜੀਆਂ ਇਨਵਾਇਰਮੈਂਟ ਬਿਜ਼ਨਸ ਵਾਸਤੇ ਚੰਗਾ ਕ੍ਰੀਏਟ ਕਰਕੇ ਜਿਹੜੀਆਂ ਆਹ ਡੀਲ ਕੀਤੀਆਂ, ਇਸ ਤਰ੍ਹਾਂ ਅਸੀਂ ਰੈਵਨਿਊ ਵਧਾਵਾਂਗੇ ਤੇ ਲੋਕਾਂ ਦਾ ਸਪੋਰਟ ਖਰਚ ਕਰਾਂਗੇ। ਆਇਲ ਇੰਡਸਟਰੀ ਦਾ ਕੈਨੇਡਾ ਦੀ ਇਕੋਨਮੀ ਦੇ ਵਿੱਚ ਜਾਂ GDP ਦੇ ਵਿੱਚ ਅਬਾਊਟ more than 10% ਕੰਟਰੀਬਿਊਸ਼ਨ ਆ। ਸਾਰੇ ਜਾਣਦੇ ਆ ਕਿ ਆਇਲ ਪ੍ਰਾਈਸ ਰੈਕੋਰਡ ਲੋ ਚੱਲ ਰਹੇ ਨੇ। ਹੁਣ ਜਦੋਂ ਇੰਨੀ ਰੈਕੋਰਡ ਲੋ ਚੱਲ ਰਹੇ ਨੇ ਤੇ ਅਸੀਂ ਪ੍ਰੋਮਿਸ ਕਰ ਰਹੇ ਹਾਂ ਬਜਟ ਬੈਲੈਂਸ ਕਰਨ ਦੇ ਲਈ, ਕਿਤੇ ਨਾ ਕਿਤੇ ਉਹ ਜਿਹਾ ਐਕਸ਼ਨ ਪਲਾਨ ਤਾਂ ਨਹੀਂ, ਪਰ ਕਿਤੇ ਨਾ ਕਿਤੇ ਬਿਜ਼ਨਸ ਨੂੰ ਲੋੜ ਆ ਗਵਰਨਮੈਂਟ ਤੋਂ ਹੈਲਪ ਲੈਣ ਦੀ। ਉਸ ਦੇ ਨਾਲ ਹੋ ਸਕਦਾ ਸਪੈਂਡਿੰਗ ਵਧਾਉਣੀਆਂ ਪੈਣ। ਜੇ ਸਪੈਂਡਿੰਗ ਵਧਣਗੀਆਂ, ਆਈ ਡੋਂਟ ਥਿੰਕ ਕੈਨੇਡੀਅਨ ਸੋਚਦੇ ਹੋਣਗੇ ਕਿ ਬਜਟ ਬੈਲੈਂਸ ਹੁੰਦਾ ਜਾਂ ਬਾਰਡਰ ਲਾਈਨ ਤੇ ਬੈਲੈਂਸ ਹੁੰਦਾ ਜਾਂ ਨਹੀਂ। ਪਰ ਇੱਕ ਪਾਸੇ ਤੁਸੀਂ ਕਹਿੰਦੇ ਜਿਹੜਾ ਅਸੀਂ ਡੈਫਿਸਿਟ ਰਨ ਕੀਤਾ ਸੀ ਉਹ ਲੋਕਾਂ ਦੀ ਹੈਲਪ ਕਰਨ ਲਈ ਕੀਤਾ ਸੀ, ਪਰ ਜੇ ਟਰੂਡੋ ਸਾਹਿਬ ਕਹਿੰਦੇ ਨੇ ਕਿ ਅਸੀਂ ਉਹ ਡੈਫਿਸਿਟ ਰਨ ਲੋਕਾਂ ਦੀ ਹੈਲਪ ਕਰਨ ਲਈ ਕਰਾਂਗੇ, ਅਸੀਂ ਸਿਚੁਏਸ਼ਨ ਨੂੰ ਰਿਐਕਟ ਕੀਤਾ। ਉਸ ਵਕਤ ਉਹ ਜਿਹੜੀ ਮਾਰਕੀਟ ਥੱਲੇ ਆ ਗਈ ਸੀ ਤਾਂ ਉਦੋਂ ਲੋੜ ਸੀ, ਇਹਦਾ ਹਲੇ ਕੁਝ ਹੋਇਆ ਨਹੀਂ ਹੈ। They are planning to have a deficit without even seeing what the situation is going to be. But if you increase your spending, there will be a deficit. ਤੁਹਾਨੂੰ ਇੱਕ ਮੈਂ ਉਹ ਗੱਲ ਦੱਸਦਾ, ਜਿਹੜਾ ਆਹ TPP ਦਾ ਹੋਇਆ ਨਾ, TPP ਦੇ ਵਿੱਚ ਜਿਹੜੀਆਂ ਆਪਣੇ ਆਇਲ, ਜਦੋਂ ਅਸੀਂ ਕਰੂਡ ਵਗੈਰਾ ਆਇਲ ਜਿਹੜਾ ਹੈਗਾ ਜਦੋਂ ਅਸੀਂ ਪਾਈਪਲਾਈਨ ਦੇ ਵਿੱਚ ਭੇਜਦੇ ਹਾਂ ਨਾ, ਉਹਦੇ ਵਿੱਚ ਇੱਕ ਡਿਊਲੈਂਟ ਪੈਂਦਾ ਹੈ। ਡਿਊਲੈਂਟ ਦਾ ਇਸ ਵਕਤ ਜਿਹੜਾ ਜਦੋਂ ਸਾਡਾ ਅਮਰੀਕਾ ਦੇ ਨਾਲ ਜਿਹੜਾ ਸਾਡਾ ਐਗਰੀਮੈਂਟ ਹੈ ਉਹਦੇ ਨਾਲ ਇਹ ਰੱਖਿਆ ਹੈ ਵੀ ਉਹ ਜਿਹੜਾ ਡਿਊਲੈਂਟ ਹੈ ਉਹ ਅਸੀਂ ਅਮਰੀਕਾ ਤੋਂ ਹੀ ਅਸੀਂ ਲੈਣਾ। ਉਹ ਬੜਾ ਮਹਿੰਗਾ, ਉਹ ਪਾਇਆ ਜਾਂਦਾ ਕਰੂਡ ਆਇਲ ਦੇ ਵਿੱਚ। ਉਸ ਨੂੰ ਉਹਦੀ ਵਿਸਕੋਸਿਟੀ ਘਟਾਉਣ ਵਾਸਤੇ ਜਾਂ ਕਿ ਜਿਹੜਾ ਫਲੋ ਹੈਗਾ ਪਾਈਪ ਦੇ ਵਿੱਚ ਉਹ ਠੀਕ ਹੋਵੇ। ਉਹ ਅਸੀਂ ਹੁਣ ਇਹ ਆ ਵੀ ਉਹ ਸਾਡਾ ਬਿਲੀਅਨਸ ਆਫ ਡਾਲਰ ਅਸੀਂ ਉਹਦੇ ਵਿੱਚ ਬਚਾਉਣੇ ਨੇ ਕਿ ਅਸੀਂ ਉਹ 40% ਹੀ ਉਹਨਾਂ ਤੋਂ ਲੈਣਾ, ਅਸੀਂ 60% ਅਸੀਂ ਉਹ ਬਾਹਰੋਂ ਵੀ ਲੈ ਸਕਦੇ ਹਾਂ। ਇਹ ਜਿਹੜੀ ਪਰ ਧਾਲੀਵਾਲ ਸਰ ਇੱਕ ਮਿੰਟ ਮੈਨੂੰ ਸਟਾਪ ਦਿਓ, ਮੈਂ ਤੁਹਾਨੂੰ ਇੰਟਰਪਟ ਨਹੀਂ ਕਰਨਾ ਚਾਹੁੰਦਾ। I think you are right. It's a good speculation, but they are bound to the NAFTA agreement too. ਬਿਲਕੁਲ, ਦੇਖੋ ਜਿਹੜਾ NAFTA ਦਾ ਜਿਹੜਾ ਐਗਰੀਮੈਂਟ ਆਊਗਾ ਉਹ ਪ੍ਰੀਵੇਲ ਕਰੂਗਾ ਜਾਂ TPP? ਹਾਂਜੀ, ਜਿਹੜਾ NAFTA ਦਾ ਐਗਰੀਮੈਂਟ ਆ ਉਹ ਪ੍ਰੀਵੇਲ ਕਰੂਗਾ ਜਾਂ ਨਹੀਂ? Absolutely, they are coexisting. ਜਿਹੜਾ ਇਹ ਜੇ ਤੁਸੀਂ ਉਹਨੂੰ ਜੇ ਧਿਆਨ ਨਾਲ ਪੜ੍ਹਿਆ ਜਾਵੇ, ਜਿਹੜੀ ਇਹਨਾਂ ਦੀ ਨਾ ਆਪਣੇ ਸਾਈਟ ਹੈਗੀ ਆ ਫੋਰਨ ਅਫੇਅਰ ਟ੍ਰੇਡ ਐਂਡ ਡਿਵੈਲਪਮੈਂਟ ਕੈਨੇਡਾ, ਉਹਦੀ ਸਾਈਟ ਤੇ ਜਾ ਕੇ ਤੁਸੀਂ ਦੇਖਿਆ ਜਾਂਦਾ ਇਹ ਦੇ ਵਿੱਚ ਕੋਐਗਜ਼ਿਸਟਿੰਗ ਵਿਦ ਈਚ ਅਦਰ। ਜਿਹੜਾ ਆਪਾਂ ਨੂੰ ਫਾਇਦੇਮੰਦ ਚੀਜ਼ ਹੈ ਉਹ ਲਾਗੂ ਹੋਏਗੀ, ਹੈ ਨਾ। ਜਿਹੜੀਆਂ ਟੈਰਿਫ ਨੇ ਜਿਹਦੇ ਵਿੱਚ ਘੱਟ ਹੋਣਗੀਆਂ, ਜਦੋਂ ਦੋਨਾਂ ਕੰਟਰੀ ਨੂੰ ਰਿਸੀਟ ਮਿਲਦੀ ਹੈ ਤਾਂ ਉਹ ਉੱਥੇ ਉਹ ਓਵਰਟੇਕ ਕਰ ਦੇਗਾ ਉਸਨੂੰ। ਅਦਰਵਾਈਜ਼ you think USA will give up their right to sell this product to Canada? ਹਾਂਜੀ, ਤੁਹਾਨੂੰ ਲੱਗਦਾ ਕਿ USA ਕਿਤੇ ਨਾ ਕਿਤੇ TPP ਦਾ ਜਦੋਂ ਐਗਰੀਮੈਂਟ ਸਾਈਨ ਕੀਤਾ ਕਿ ਜਿਹੜਾ ਪਰਸੈਂਟੇਜ ਆਪਣੀ ਉਹ ਇਹ ਪ੍ਰੋਡਕਟ ਕੈਨੇਡਾ ਦੇ ਵਿੱਚ ਵੇਚ ਰਿਹਾ, ਜਿਹੜਾ ਆਇਲ ਇੰਡਸਟਰੀ ਨੂੰ ਫਾਇਦਾ ਵੀ ਹੋ ਰਿਹਾ ਕਹਿ ਲਓ, ਚਾਹੇ TPP ਦੇ ਵਿੱਚ ਉਸ ਨੂੰ ਪ੍ਰੋਡਕਟ ਦੀ ਜਦੋਂ ਦੂਜੇ ਕੰਟਰੀਜ਼ ਦੇ ਵਿੱਚ ਜਾਊਗਾ ਤਾਂ ਫਾਇਦਾ ਹੋਊਗਾ, ਪਰ ਹਾਊ ਕੈਨ ਆਈ ਬਲੀਵ ਕਿ USA will give it up because we are also bound by NAFTA too? ਜਿਹੜਾ ਦੇਖੋ ਜਦੋਂ ਐਗਰੀਮੈਂਟ ਹੁੰਦਾ ਨਾ, ਤੁਸੀਂ ਜਿਹੜੇ 11-12 ਕੰਟਰੀ ਬਹਿੰਦੇ ਨੇ
तो एग्रीमेंट ये नहीं होंदा भी सारियां गल्लां हुण मेरे हक च होणगीਆਂ पर ਇਹ ਵੀ ਸਾਰੀਆਂ ਗੱਲਾਂ ਜਿਹੜਾ ਲੈਣ ਦੇਣ ਆਦਾਨ ਪ੍ਰਦਾਨ ਹੈ ਉਹ ਬਿਜ਼ਨਸ ਜਿਹੜੀ ਨੈਗੋਸ਼ੀਏਸ਼ਨ ਕੇ ਲਈ ਹੀ ਹੈ ਪਰ ਮੈਂ ਇਹ ਮਹਿਸੂਸ ਕਰਦਾ ਕਿ ਸਾਡੀ ਗਵਰਨਮੈਂਟ ਨੇ ਇਹਦੇ ਵਿੱਚ ਪਾਰਟਿਸਿਪੇਟ ਕਰਕੇ ਉਹੀ ਚੀਜ਼ਾਂ ਨੈਗੋਸ਼ੀਏਟ ਕੀਤੀਆਂ ਜਿਹੜੀਆਂ ਕਿ ਸਾਨੂੰ ਹੈਵ ਟੂ ਹੈ ਅਦਰਵਾਈਜ਼ ਵੀ ਹੈਵ ਰੀਲੀ ਪ੍ਰੋਟੈਕਟਡ ਦ ਇੰਟਰਸਟ ਆਫ ਮੋਸਟ ਆਫ ਦ ਇੰਡਸਟਰੀ ਜਿੱਥੇ ਉਹਨੂੰ ਐਂ ਲੱਗਦਾ ਜਿਵੇਂ ਆਟੋ ਇੰਡਸਟਰੀ ਵੀ ਹੈ ਆਟੋ ਇੰਡਸਟਰੀ ਦਾ ਜੇ ਸਾਨੂੰ ਮਾੜਾ ਮੋਟਾ ਲੱਗਦਾ ਹੈ ਹਾਲਾਂਕਿ ਇਹ ਹੈ ਵੀ ਜਿਹੜੀ ਮੈਨੂਫੈਕਚਰਿੰਗ ਜਿਹੜੀ ਹੈ ਜਿਵੇਂ ਮੈਗਨਾ ਨੇ ਉਹਨਾਂ ਦੇ ਸ਼ੇਅਰ ਅਪ ਚਲੇ ਗਏ ਕਿਉਂ ਉਹ ਆਪਣੀ ਹੁਣ ਉਹ ਜ਼ਿਆਦਾ ਮਾਰਕੀਟ ਉਹਨਾਂ ਕੋਲ ਵੱਡੀ ਹੋ ਗਈ ਹੈ ਅੱਗੇ ਜਿਹੜੀਆਂ ਉਹਨਾਂ ਨੂੰ ਟੈਰਿਫ ਲੱਗਦੀਆਂ ਸੀਗੀਆਂ ਉਹ ਹੁਣ ਦੂਜੇ ਮੁਲਕਾਂ ਦੇ ਵਿੱਚ ਨਹੀਂ ਲੱਗਣਗੀਆਂ ਉਹਨਾਂ ਦੇ ਜੌਬ ਕ੍ਰੀਏਟ ਹੋਣਗੀਆਂ ਹੋ ਸਕਦਾ ਕਿਸੇ ਪਾਸੇ ਮਾੜੀ ਮੋਟੀ ਜਾਣ ਪਰ ਆਲਰੇਡੀ ਗਵਰਨਮੈਂਟ ਨੇ ਕਹਿਦਾ ਵੀ ਜਿਹੜੀਆਂ ਇਹਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੋਣਗੀਆਂ ਅਸੀਂ ਉਹਦੇ ਵਾਸਤੇ ਵੀ ਵਿਲ ਕੀਪ ਦ ਮਨੀ ਅਸਾਈਡ ਵੀ ਵਿਲ ਹੈਲਪ ਦ ਇੰਡਸਟਰੀ ਵੀ ਵਿਲ ਡੂ ਵਟਐਵਰ ਇਟ ਟੇਕਸ ਟੂ ਮੇਕ ਸ਼ੋਰ ਕਿ ਜਿਹੜੀ ਸਪਲਾਈ ਦੀ ਮੈਨੇਜਮੈਂਟ ਹੈ ਉਸ ਨੂੰ ਅਸੀਂ ਰੱਖਣ ਵਾਸਤੇ ਜਿੰਨਾ ਵੀ ਇਹਨਾਂ ਨੂੰ ਕੋਲੇ ਕੋਈ ਇਹਨਾਂ ਨੂੰ ਹੈਲਪ ਕਰਨ ਦੀ ਲੋੜ ਪਈ ਉਹ ਇੰਡਸਟਰੀ ਦੀ ਹੈਲਪ ਕੀਤੀ ਜਾਏਗੀ ਪ੍ਰੋਐਕਟਿਵ ਹੈ। ਹਾਂਜੀ ਬਜਾਜ ਸਾਹਿਬ ਜਦੋਂ ਤੁਸੀਂ ਡੋਰ ਨੌਕਿੰਗ ਤੇ ਜਾਂਦੇ ਹੋ ਜਾਂ ਲੋਕਾਂ ਨਾਲ ਆਮ ਗੱਲਾਂ ਕਰਦੇ ਆ ਅਦਰ ਦੈਨ ਇਕੋਨਮੀ ਕਿਹੜੇ ਇਸ਼ੂਆਂ ਤੇ ਲੋਕੀ ਗੱਲ ਕਰਦੇ ਨੇ ਤੇ ਪਾਰਟੀਆਂ ਨੂੰ ਉਹਨਾਂ ਦੇ ਇਹਨਾਂ ਇਸ਼ੂਆਂ ਵੱਲ ਧਿਆਨ ਦੇਣਾ ਚਾਹੀਦਾ? देखो चीज है कि जब डोर नॉकिंग पे जब आप करते हो तो यू नो people believe about they bring up all the issues. जैसे मैं ब्रैम्पटन की बात करूँ तो ब्रैम्पटन में the first thing you will hear is the right away you will hear about property tax. The second thing you will hear about insurance. The third you will hear about this curriculum which Ontario government has passed. The fourth you will hear about what Ontario government is doing हर चीज के भाव बढ़ा रही है. So then so many times of the property tax का Brampton is very high. We know that insurance is very high. अभी लोगों ने कुछ प्रॉमिस किया हम ये कर देंगे वो कर देंगे. They didn't do anything about it. So people are concerned about those things. But बाद में जब उनको ये at the same time we realize कि अगर ये आज जो टैक्स सेविंग आ रहा है फेडरल गवर्नमेंट से अगर वो आज नहीं आया so what is going to happen? The tax is not, Brampton City is not doing anything about it. Ontario government is not, doing anything on the insurance. So at least there is one government which is understanding the needs of the people and giving them the break on it, putting the money back to the family. And that's where, which is, when they understand this, they realize this, they are becoming more and more appreciative about it. So basically, जो है अब जैसे एजुकेशन वाला इशू है, जो करिकुलम है, वो that's a key issue in Brampton. So some of these things are, but this all things come down. Bajaj sir, but Bajaj sir, before I finish one more thing. जो small businesses की है, ये जो 14 से 11% हो रहा है, 11 से 9% हो रहा है, जो स्मॉल बिजनेस है, जो दोनों चीज कंजर्वेटिव गवर्नमेंट ने एक की और एक प्रॉमिस की है. Brampton needs lot of small businesses, and that's one thing which again is coming up. There's good business happening so that more and more businesses can come to Brampton, so that which will also indirectly help some of the things which I spoke about. ਜਦੋਂ ਧਾਲੀਵਾਲ ਸਾਹਿਬ ਗੱਲ ਕੀਤੀ ਜਾਵੇ ਜਿਹੜੇ ਇਸ਼ੂਜ਼ ਦੀ ਇਹਨਾਂ ਨੇ ਗੱਲ ਕੀਤੀ ਹੈ ਜੇ ਪ੍ਰੋਪਰਟੀ ਟੈਕਸ ਦੀ ਗੱਲ ਕੀਤੀ ਜਾਵੇ ਇੰਸ਼ੋਰੈਂਸ ਦੀ ਕੀਤੀ ਜਾਵੇ ਜਾਂ ਸੈਕਸ ਐਜੂਕੇਸ਼ਨ ਕੁਰਿਕੂਲਮ ਜਿਹੜਾ ਕਿ ਓਨਟਰੀਓ ਦੇ ਵਿੱਚ ਲਿਬਰਲ ਗਵਰਨਮੈਂਟ ਨੇ ਲੈ ਕੇ ਆਂਦਾ I think these are either municipal issues or provincial issue. ਤੁਹਾਨੂੰ ਕੀ ਲੱਗਦਾ ਕਿ ਐਜ਼ ਅ ਫੈਡਰਲ ਰਿਪਰੈਜ਼ੈਂਟੇਟਿਵ ਕੀ ਤੁਸੀਂ ਇਹ ਇਸ਼ੂ ਵਿੱਚ ਉਹਨਾਂ ਦੇ ਡਿਸੀਜਨਸ ਨੂੰ ਇਨਫਲੂਐਂਸ ਕਰ ਸਕਦੇ ਹੋ ਜੇ ਤੁਹਾਡੇ ਜਿਹੜੇ ਵੋਟਰਸ ਦੀ ਇਹ ਮੰਗ ਹੋਵੇ ਕਿ ਇਹਨਾਂ ਇਸ਼ੂ ਤੇ ਫੈਡਰਲ ਕੈਂਡੀਡੇਟ ਨੂੰ ਵੀ ਕੁਝ ਨਾ ਕੁਝ ਕਹਿਣਾ ਚਾਹੀਦਾ? ਦੇਖੋ ਜਿਹੜੇ ਫੈਡਰਲ ਕੈਂਡੀਡੇਟ ਨੇ ਮੈਂ ਐਕਚੁਅਲੀ ਇਸ ਚੀਜ਼ ਬੜਾ ਬਲੀਵ ਕਰਦਾ ਮੈਂ ਨਹੀਂ ਪਸੰਦ ਕਰਦਾ ਜਦੋਂ ਨਾ ਕੋਈ ਐਮਪੀ ਐਕਸਪੋਰਟ ਕਰ ਲਓ ਐਮਪੀ ਕੋਲ ਕੋਈ ਬੰਦਾ ਜਿਹੜਾ ਅਨਸੋਫਿਸਟੀਕੇਟਡ ਬੰਦਾ ਉਹਨੂੰ ਪਤਾ ਨਹੀਂ ਹੈ ਕਿਉਂਕਿ ਐਮਪੀ ਜ਼ਿਆਦਾ ਹਾਈਲਾਈਟਡ ਨੇ ਹਮੇਸ਼ਾ ਉਹਨਾਂ ਦੀ ਅਖਬਾਰ ਦੀ ਖਬਰ ਆਏਗੀ ਰੌਲਾ ਜ਼ਿਆਦਾ ਪੈਂਦਾ ਤੇ ਵੀ ਇਹ ਸਾਡੇ ਏਰੀਆ ਦਾ ਏਰੀਆ ਮੈਂ ਇਹ ਚਾਹੁੰਦਾ ਜੇ ਮੈਂ ਐਮਪੀ ਹੋਵਾਂ ਇਹਨਾਂ ਨੂੰ ਵੀ ਮੈਂ ਇਹੀ ਬੇਨਤੀ ਕਰਾਂਗਾ ਜਿਹੜੇ ਤੁਹਾਡੇ ਆਫਿਸ ਤੋਂ ਬੰਦਾ ਭਾਵੇਂ ਇੰਸ਼ੋਰੈਂਸ ਦਾ ਆਉਂਦਾ ਯਾਨੀ ਤੁਸੀਂ ਉਸ ਨੂੰ ਉਸ ਚੀਜ਼ ਦੀ ਪ੍ਰਸਕ੍ਰਿਪਸ਼ਨ ਦੱਸੋ ਕਿ ਇਹ ਜਿਹੜਾ ਮਸਲਾ ਕਿਹਦਾ ਹੈਗਾ ਕਿਹਦਾ ਨਹੀਂ ਉਹਨੂੰ ਇਹ ਅਕੋਰਡਿੰਗ ਨਾ ਮੰਗੇਗੀ ਕਿਉਂਕਿ ਉਹ ਵੋਟ ਤਾਂ ਉਹਦੀ ਹੈਗੀ ਹੈ ਤੇ ਉਸ ਨੂੰ ਮੇਰਾ ਖਿਆਲ ਹੈ ਵੀ ਹਰੇਕ ਪੋਲੀਟੀਸ਼ੀਅਨ ਦਾ ਇਹ ਫਰਜ਼ ਬਣਦਾ ਹੈ ਕਿ ਭਾਵੇਂ ਉਹ ਮਿਊਨਿਸਪਲ ਇਸ਼ੂ ਹੋਵੇ ਭਾਵੇਂ ਉਹ ਪ੍ਰੋਵਿੰਸ਼ੀਅਲ ਇਸ਼ੂ ਹੋਵੇ ਤੁਸੀਂ ਵੋਟਰ ਨੂੰ ਇਸ ਤਰ੍ਹਾਂ ਜ਼ਰੂਰ ਮਹਿਸੂਸ ਕਰੋ ਕਿ ਮੈਂ ਤੇਰੀ ਗੱਲ ਚੰਗੀ ਤਰ੍ਹਾਂ ਸੁਣ ਰਿਹਾ ਤੇ ਉਦੋਂ ਬਾਅਦ ਜਦੋਂ ਤੁਹਾਡਾ ਪੋਲੀਟੀਕਲ ਜਿਹੜਾ ਇਨਵਾਇਰਮੈਂਟ ਹੈਗਾ ਤੁਸੀਂ ਉਹਦੇ ਵਿੱਚ ਫਿਰਦੇ ਤੁਰਦੇ ਹੋ ਜਿਹੜੇ ਤੁਹਾਡੇ ਮਿਊਨਿਸਪੈਲਿਟੀ ਦੇ ਬੰਦੇ ਨੇ ਉਹਨਾਂ ਨਾਲ ਗੱਲ ਕਰੋ ਜਿਹੜੇ ਐਮਪੀਜ਼ ਨੇ ਉਹਨਾਂ ਦੇ ਨਾਲ ਗੱਲ ਕਰੋ
ਤੁਸੀਂ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਜਿਹੜੇ ਕਈ ਲੋਕ ਮੈਨੂੰ ਇਸ ਤਰ੍ਹਾਂ ਕਹਿਣਗੇ ਵੀ ਅਸੀਂ ਜਦੋਂ ਹੁਣ ਫੈਡਰਲ ਲੈਵਲ ਤੇ ਕਹਿੰਦੇ ਆ ਵੀ 50 ਸਾਲਾਂ ਦੇ ਵਿੱਚ ਇੰਨਾ ਲੋਅਰ ਟੈਕਸ ਨਹੀਂ ਹੋਇਆ ਫੈਡਰਲ ਗਵਰਨਮੈਂਟ ਦਾ, ਹੈ ਨਾ। ਤੇ ਜਿਹੜੇ ਲੋਕੀ ਜਿਹੜੇ ਥੱਲੇ ਵਾਲੇ ਉਹ ਕਹਿੰਦੇ ਵੀ ਸਾਨੂੰ ਮਹਿਸੂਸ ਤਾਂ ਹੁੰਦਾ ਨੀਗਾ, ਹੈ ਨਾ। ਹਾਲਾਂਕਿ $6600 ਸੀ ਪਰ ਫੈਮਿਲੀ ਟੈਕਸ ਘਟਾਇਆ, ਕਿਉਂਕਿ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੈ ਉਹ ਟੈਕਸ ਵਧਾਈ ਜਾਂਦੀਆਂ ਨੇ, ਹੈ ਨਾ। ਤੇ ਇਸ ਕਰਕੇ ਉਹ ਲੋਕਾਂ ਨੂੰ ਜ਼ਿਆਦਾ ਮਹਿਸੂਸ ਨਹੀਂ ਹੁੰਦਾ। ਤੇ ਮੈਂ ਇੰਟੈਰੀਓ ਦੇ ਜਿਹੜੇ ਕਰਦੇ ਨੇ ਉਹਨਾਂ ਨੂੰ ਮੈਂ ਇਹੀ ਮਹਿਸੂਸ ਬੇਨਤੀ ਕਰਾਂਗਾ ਕਿ ਤੁਸੀਂ ਐਸੀ ਜਿਹੜੀ ਕੰਜ਼ਰਵੇਟਿਵ ਗਵਰਨਮੈਂਟ ਨੂੰ ਇੱਥੇ ਲੈ ਕੇ ਆਓ, ਤੇ ਅਗਲੀ ਵਾਰੀ ਜਦੋਂ ਇੱਥੇ ਇੰਟੈਰੀਓ ਦੀਆਂ ਜਦੋਂ ਵੋਟਾਂ ਚੱਲੀਆਂ ਨੇ ਇੱਥੋਂ ਦੀ ਵੀ ਗਵਰਨਮੈਂਟ ਚੇਂਜ ਕਰੋ, ਉਹਦੇ ਨਾਲ ਜਿਹੜਾ ਤੁਹਾਡੀ ਸੈਕਸ ਐਜੂਕੇਸ਼ਨ ਦਾ ਵੀ ਮਸਲਾ ਹੱਲ ਹੋ ਜਾਏਗਾ, ਉਹਦੇ ਨਾਲ ਤੁਹਾਡੇ ਟੈਕਸ ਦਾ ਵੀ ਹੱਲ ਹੋ ਜਾਏਗਾ। ਕਿ ਸਾਡੀ ਗਵਰਨਮੈਂਟ ਤਾਂ ਐਕਚੁਅਲੀ ਨੋਨ ਹੈ, ਅਸੀਂ ਪਿਛਲੇ 9.5 ਸਾਲਾਂ ਵਿੱਚ 180 ਵਾਰੀ ਪਾਰਲੀਮੈਂਟ ਦੇ ਵਿੱਚ ਆਏ ਇਹੋ ਜਿਹੇ ਬਿੱਲ ਲੈ ਕੇ ਆਉਂਦੇ ਨੇ ਜਿਹੜੇ ਕਿ ਟੈਕਸ ਘਟਾਉਣ ਵਾਸਤੇ ਨੇ। ਉਹਨਾਂ 180 ਦੇ ਵਿੱਚੋਂ 180 ਵਾਰੀ ਜਿਹੜੀ ਦੋਨੇ ਪਾਰਟੀਆਂ ਨੇ ਉਹਦੇ ਅਗੇਂਸਟ ਪਾਏ ਨੇ, ਕਿਉਂਕਿ ਉਹਨਾਂ ਨੂੰ ਪ੍ਰੋਬਲਮ ਹੈ। ਉਹ ਕਹਿੰਦੇ ਆ ਵੀ ਜਿਹੜਾ ਪੈਸਾ ਹੈ ਗੌਰਮੈਂਟ ਦੀ ਜੇਬ 'ਚ ਰਵੇ ਵਧੀਆ ਹੈ, ਕਹਿੰਦੇ ਜਦੋਂ ਟੈਕਸ ਪੇਅਰ ਦੀ ਜੇਬ 'ਚ ਜਾਂਦਾ ਵਾਪਸ ਉਹਨਾਂ ਨੂੰ ਅੱਛਾ ਨਹੀਂ ਲੱਗਦਾ। ਉਹਨਾਂ ਨੂੰ ਟੈਕਸ ਲਾ ਕੇ ਐਂ ਲੱਗਦਾ ਵੀ ਅਸੀਂ ਰੈਵਨਿਊ ਕ੍ਰੀਏਟ ਕਰ ਰਹੇ, ਕਿ ਸਾਡੀ ਤਾਂ ਫਿਲਾਸਫੀ ਦਾ ਹੀ ਉਹਨਾਂ ਦੇ ਨਾਲ ਵੱਖਰਾ ਹੈਗਾ। ਮੈਂ ਤਾਂ ਇਹ ਲੋਕਾਂ ਨੂੰ ਇਹ ਕਹਿਣਾ ਧਾਲੀਵਾਲ ਸਾਹਿਬ, ਇਸ ਦਾ ਮਤਲਬ ਤਾਂ ਇਹ ਹੋਇਆ ਕਿ ਜਦੋਂ ਬਜਾਜ ਸਾਹਿਬ ਵੋਟਾਂ ਮੰਗਣ ਜਾਂਦੇ ਨੇ ਤੇ ਸਟੀਵਨ ਹਾਰਪਰ ਲਈ ਜਦੋਂ ਵੋਟਾਂ ਮੰਗਣ ਜਾਂਦੇ ਨੇ ਤੇ ਨਾਲ ਦੀ ਨਾਲ ਪੈਟਰਿਕ ਬਰਾਊਨ ਦਾ ਨਾਮ ਵੀ ਲਿਆ ਕਰਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਪ੍ਰੋਵਿੰਸ਼ੀਅਲ ਗਵਰਨਮੈਂਟ ਵੀ ਹੋਈ ਚਾਹੀਦੀ ਆ। ਬਿਲਕੁਲ ਫਿਰ ਅੱਜ ਲੈਂਦੇ ਆ। ਦੇਖੋ ਆਈ ਥਿੰਕ ਦ ਪੁਆਇੰਟ ਇਜ਼ ਹੀਅਰ, ਜੋ ਮੇਨ ਚੀਜ਼ ਹੈ ਜੈਸੇ ਧਾਲੀਵਾਲ ਸਾਹਿਬ ਨੇ बताया, and the same thing when I on the road react on it, it's very important when you are trying to be going for a public position, when you are going to represent the people, you have to represent them on a wider scale, and that's the reason your member of parliament, this is my belief, and that's the way I look at it in the coming time, that yes, I need to be working on the federal policies, but at the same time, how you become a bridge between all the forms of government, so that makes it easy and that makes it prominent for your constituents. It really can be any, because you are sitting with the, many times you should be sitting with the city government, you should be sitting with the different forms of government and try to make it simple and easy for as much as possible for your constituents. ਪਰ ਬਜਾਜ ਸਾਹਿਬ ਇਹ ਤਾਂ ਗੱਲ ਸਮਝ ਆਉਂਦੀ ਹੈ ਕਿ ਪੈਟਰਿਕ ਬਰਾਊਨ ਦੀ ਮਦਦ ਕਰੋਗੇ, ਪਰ ਜੇ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਟੋਰੀ ਸਾਹਿਬ ਦੀ ਜਾਂ ਰੌਕਫੋਰਡ ਦੀ ਮਦਦ ਕਰਨੀ ਪਈ, ਉਸ ਵਿੱਚੋਂ ਕਿਹਨੂੰ ਚੁਣੋਗੇ? मैं तो ब्रैम्पटन से इलेक्शन लड़ रहा हूँ बराबर। I'm just curious, but anyhow, ਗੱਲਬਾਤ ਆਪਾਂ ਉੱਥੇ ਹੀ ਰੱਖਦੇ ਆ ਕਿ ਜਿਹੜੇ ਇਸ਼ੂ ਆ। ਇੱਕ ਇਸ਼ੂ ਹੋਰ ਪੁੱਛਣਾ ਚਾਹੁੰਦਾ ਕਿ ਇਮੀਗ੍ਰੇਸ਼ਨ ਬਾਰੇ ਲੋਕੀ ਡੋਰਸ ਤੇ ਕੀ ਕਹਿੰਦੇ ਨੇ ਜਦੋਂ ਤੁਸੀਂ ਬਰੈਂਪਟਨ ਦੇ ਡੋਰਸ ਨੌਕ ਕਰਦੇ ਹੋ? Either ethnic communities are satisfied or they have some concerns. No, there are 2 points on this one. One, the ethnic community, which is technically overall, the people who know about the facts and figures and the numbers, they know that the government has done a lot. अब जो बहुत बार ये एक गुमराह किया जाता है and people hear this गुमराह वाला ये चीज बराबर हुई, ये जैसे मैंने आपको एग्जांपल दिया, इससे प्रूवन ट्रैक रिकॉर्ड के 15% इमिग्रेंट ज्यादा आ रहे हैं। अब आपने सुना होगा बहुत बार, मेरे साथ में इमिग्रेशन थे, मेरे बोलते इमिग्रेशन के कम हो गया, इमिग्रेशन नंबर तो जाके देखो। So when people sometimes hear that about false statements from irresponsible people, I will use the word irresponsible, but they are irresponsible. They should check the numbers before they say. Then people sometimes bring up कि क्या हो रहा है, but when you speak to them, you take 2 minutes and you speak to them, see these are the facts and figures, and they understand that no, this is fact. Second thing is very important, that we are all Canadians out here. We need to look at anything which we do. We need to always look at the interest of the Canadian, and that's what we have always done as a conservative government, as a conservative party, and I'm very positive that that's what we will keep on doing. ਧਾਲੀਵਾਲ ਸਾਹਿਬ ਜਦੋਂ ਇਸ ਕੁਐਸਚਨ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਇਮੀਗ੍ਰੇਸ਼ਨ ਦਾ ਹੈ ਨਾ, ਇੱਕ ਐਸਾ ਮੁੱਦਾ ਹੈਗਾ ਕਿ ਇਹ ਕਦੇ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਸਾਰੇ ਹੀ ਬੰਦੇ ਸੈਟੀਸਫਾਈ ਹੋਣ, ਕਿਉਂਕਿ ਇਸ ਮੁਲਕ ਦੇ ਵਿੱਚ 3.5 ਬਿਲੀਅਨ ਬੰਦਾ ਦੁਨੀਆ ਦੇ ਵਿੱਚੋਂ ਆਉਣ ਨੂੰ ਤਿਆਰ ਹੈ ਨਾ। ਉਹਦੇ ਵਿੱਚੋਂ ਅਸੀਂ ਕਿੰਨੇ ਚੂਜ਼ ਕਰਨੇ ਆ? 2,80,000, 2,90,000,
ਵੱਧ ਤੋਂ ਵੱਧ ਸਾਡਾ ਇਹ ਟੀਚਾ ਹੈਗਾ ਵੀ ਅਸੀਂ 1% ਟੋਟਲ ਪਾਪੂਲੇਸ਼ਨ ਅੱਜ ਲਿਆ ਸਕੀਏ ਤੇ ਵਧੀਆ ਜੇ ਸਾਡਾ ਇਮੀਗ੍ਰੇਸ਼ਨ ਸਿਸਟਮ ਉਹਨੂੰ ਪ੍ਰੋਸੈਸ ਕਰਨ ਦੇ ਕਾਬੂ ਹੋ ਜਾਵੇ। ਇਹ ਕਦੇ ਵੀ ਮੇਰੇ ਖਿਆਲ ਨਾਲ ਆਪਾਂ ਸਾਰੇ ਸੈਂਟਰ ਨਹੀਂ ਕਰ ਸਕਦੇ, ਪਰ ਮੈਂ ਇਹ ਨੋਟ ਕਰ ਰਿਹਾ, ਇਹ ਮੈਂ ਤੁਹਾਨੂੰ ਪਾਰਟੀ ਲੈਵਲ ਤੇ ਨਹੀਂ ਕਹਿ ਰਿਹਾ, ਉਂਝ ਪਰਸਨਲ ਲੈਵਲ ਤੇ ਕਹਿ ਰਿਹਾ, ਮੈਂ ਇਹ ਦੇਖ ਰਿਹਾ ਕਿ ਜਿਹੜੇ ਬੰਦੇ ਤਾਂ ਬਹੁਤ ਪੁਰਾਣੇ ਨੇ ਜਿਨ੍ਹਾਂ ਦੀ ਸਾਰੀ ਫੈਮਲੀਆਂ ਤੇ ਆ ਗਈਆਂ, ਉਹਨਾਂ ਦਾ ਕਨੈਕਸ਼ਨ ਇਹਦੇ ਨਾਲ ਹੈ ਇੰਨਾ ਜ਼ਿਆਦਾ ਨਹੀਂ ਹੈ। ਜਿਹੜੇ ਕਿ ਪਿੱਛੇ ਨੇ, ਜੇ ਮੈਨੂੰ ਵੀ ਇਸ ਤਰ੍ਹਾਂ ਮਹਿਸੂਸ ਹੋਵੇਗਾ ਜੇ ਮੇਰਾ ਭਰਾ ਪਿੱਛੇ ਹੈ, ਮੇਰੀ ਮਾਂ ਪਿੱਛੇ, ਮੇਰਾ ਪਿਓ ਪਿੱਛੇ ਹੈ, ਉਹ ਕੰਸਰਨ ਜਿਹੜੇ ਹੈਗੇ ਨੇ ਉਹ ਅਸੀਂ ਜਿੰਨੇ ਵੀ ਇਸ ਮੁਲਕ ਦੀ ਇਕੋਨਮੀ ਨੂੰ, ਇੱਥੋਂ ਦੇ ਮਾਹੌਲ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੰਨਾ ਵੀ ਵੱਧ ਤੋਂ ਵੱਧ ਕਰ ਸਕਦੇ, ਮੇਰਾ ਖਿਆਲ ਹੈ ਕੰਜ਼ਰਵੇਟਿਵ ਗਵਰਨਮੈਂਟ ਨੇ ਉਹ ਸਮਾਂ ਤੇ ਸਾਰਿਆਂ ਨਾਲੋਂ ਵਧੀਆ ਕੀਤਾ। ਉਹਦੇ ਵਿੱਚ ਜਦੋਂ ਜਿਵੇਂ ਇਹਨਾਂ ਨੇ ਬਜਾਜ ਸਾਹਿਬ ਦੱਸਿਆ, ਜਦੋਂ ਉਹਨਾਂ ਨੂੰ ਤੁਸੀਂ ਨੰਬਰ ਦੱਸਦੇ ਹੋ ਫਿਰ ਉਹ ਬੰਦੇ, ਮੈਂ ਐਕਚੁਅਲੀ ਕੱਲ੍ਹ ਹੀ ਇਸ ਤਰ੍ਹਾਂ ਮੇਰੇ ਨਾ ਇੱਥੇ ਸਾਡੇ ਇੱਕ ਕੈਂਡੀਡੇਟ ਨੇ ਇਸ ਤਰ੍ਹਾਂ ਬਜਾਜ ਨੂੰ ਕਾਇਲ ਫੀਡਬੈਕ, ਉਹਨਾਂ ਦੇ ਨਾਲ 70 ਬੰਦਿਆਂ ਦੇ ਨਾਲ ਸਾਡੀ ਮੀਟਿੰਗ ਸੀ ਤੇ ਮੈਂ ਉੱਥੇ ਐਜ਼ ਏ ਫਾਰਮਰ ਸਿਟੀਜ਼ਨਸ਼ਿਪ ਜੱਜ, ਉਹਨਾਂ ਨੇ ਮੈਨੂੰ ਕਾਫੀ ਕੁਐਸਚਨ ਪੁੱਛਦੇ ਰਹੇ। ਉਹ ਕਾਫੀ ਬੰਦੇ ਜਿਹੜੇ ਸੀ ਉਹ ਇਹ ਸਿਰਫ ਬਾਅਦ ਵਿੱਚ ਮੈਨੂੰ ਇਸ ਤਰ੍ਹਾਂ ਕਹਿੰਦੇ, ਭਾਜੀ ਸਾਨੂੰ ਇਸ ਚੀਜ਼ ਦਾ ਤਾਂ ਪਤਾ ਹੀ ਨਹੀਂ ਸੀਗਾ, ਕਿਉਂਕਿ ਲੋਕ ਜਿਹੜਾ ਹੈਗਾ ਇਨਫੋਰਮੇਸ਼ਨ ਜਿਹੜੀ ਉਹਨਾਂ ਨੂੰ ਫੀਡ ਕੀਤੀ ਜਾ ਰਹੀ ਹੈ ਉਹ ਇੱਕ ਗਲਤ ਇਨਫੋਰਮੇਸ਼ਨ ਹੈ। ਇਹ ਅਗਰ ਇਹਨੂੰ ਸਹੀ ਦੱਸਦੇ ਵੀ ਅਸੀਂ ਆਹ ਕਰ ਰਹੇ ਹਾਂ ਤੇ ਇਸੇ ਤਰ੍ਹਾਂ ਇਸ ਫੰਡਾਮੈਂਟਲ ਜਿਹੜਾ ਇਸ ਗੌਰਮੈਂਟ ਦਾ, ਜਿਹੜਾ ਕਿਸੇ ਵੀ ਗੌਰਮੈਂਟ ਦਾ ਇਹ ਹੁੰਦਾ ਪਹਿਲਾਂ ਕੰਮ ਵੀ ਇੱਥੋਂ ਦੇ ਲੋਕਾਂ ਦੀ ਪ੍ਰੋਸਪੈਰਿਟੀ, ਉਹਨਾਂ ਦੀ ਸਿਕਿਉਰਿਟੀ ਤੇ ਸੇਫਟੀ ਤੇ ਉਹਦੇ ਵਾਸਤੇ ਖਿਆਲ ਰੱਖਿਆ ਜਾਵੇ। ਤੇ ਜਦੋਂ ਉਹ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਕਰਦੇ ਆ। ਅਸੀਂ ਦੇਖੋ ਜਿਵੇਂ ਹੁਣ ਸੀਨੀਅਰਸ ਨੇ, ਇਹ ਭਾਵੇਂ ਕੋਈ ਵੀ ਗੌਰਮੈਂਟ ਹੋਵੇ, ਜਿਹੜੇ ਸੀਨੀਅਰ ਤੁਸੀਂ ਦੇਖਣਾ ਵੀ ਅਸੀਂ ਕਿੰਨੇ ਸੀਨੀਅਰ ਅਫੋਰਡ ਕਰ ਸਕਦੇ ਹਾਂ। ਹੁਣ ਜਿਹੜਾ ਡੇਟਾ ਇਸ ਤਰ੍ਹਾਂ ਆਇਆ ਕਿ 2030 ਤੱਕ ਜਿਹੜੇ ਆਪਣੇ ਇਸ ਵਕਤ ਜਿਹੜੇ 14 ਸਾਲ ਤੋਂ ਥੱਲੇ ਬੱਚੇ ਨੇ ਉਹ ਉਹਨਾਂ ਦੀ ਗਿਣਤੀ ਤੇ 65 ਸਾਲ ਤੋਂ ਉੱਪਰ ਨੇ ਉਹਨਾਂ ਦੀ ਬਰਾਬਰ ਹੈ ਨਾ। ਸੋ ਇਹ ਦੇਖਣਾ ਵੀ ਆਉਣ ਵਾਲੇ 15-20 ਸਾਲਾਂ ਵਿੱਚ ਜਿਹੜੇ ਸੀਨੀਅਰ ਦੀ ਗਿਣਤੀ ਬਹੁਤ ਜ਼ਿਆਦਾ ਹੋ ਜਾਊਗੀ। ਜੇ ਹੁਣ ਅਸੀਂ ਸਾਰਿਆਂ ਨੂੰ ਯਾਨੀ 4 ਲੱਖ ਬੰਦੇ ਅਸੀਂ ਸਾਰੇ ਦੇ ਪੇਰੈਂਟਸ ਇੱਥੇ ਲੈ ਆਈਏ ਤਾਂ ਉਹ ਜਿਹੜਾ ਇੱਕ ਅੱਧਾ ਤਾਂ ਮਿਲੀਅਨ ਕਪਲ ਦਾ ਜਿਹੜਾ ਖਰਚਾ ਹੈਗਾ ਆਪਣੇ ਇਹਦਾ ਹੈਲਥ ਕੇਅਰ ਵਗੈਰਾ ਦਾ, ਉਹ ਆਪਣੇ ਤੇ ਪਏਗਾ। ਤੇ ਤੁਸੀਂ ਇਹਨਾਂ ਨੂੰ ਵਿਦਾਊਟ ਸੋਚੇ ਸਮਝੇ ਪਾਲਿਸੀ ਨਹੀਂ ਬਣਾ ਸਕਦੇ। ਜਿਹੜਾ ਤੁਹਾਡਾ ਕੰਪੈਸ਼ਨ ਹੈ ਨਾ, ਇਹ ਤੁਹਾਡੀ ਸਟਰੈਂਥ 'ਚ ਆਉਣਾ ਚਾਹੀਦਾ, ਤੁਹਾਡੀ ਕਮਜ਼ੋਰੀ 'ਚ ਨਹੀਂ ਹੋਣਾ ਚਾਹੀਦਾ ਕਿ ਮੈਂ ਪ੍ਰਾਈਮ ਮਿਨਿਸਟਰ ਬਣਨਾ ਤੇ ਇਸ ਕਰਕੇ ਮੈਂ ਜਿੰਨੇ ਵੀ ਨੰਬਰ ਕਹਿ ਦਿਆਂ ਵੀ ਉਹ ਠੀਕ ਹੈ। ਨਹੀਂ, ਤੁਹਾਡੀ ਜਿਹੜੀ ਕੰਪੈਸ਼ਨ ਹੈ, ਤੁਹਾਡੀ ਜਿਹੜੀ ਸ਼ਕਤੀ ਹੈ ਉਹਦੇ 'ਚ ਆਉਣਾ ਚਾਹੀਦਾ ਕਿ ਮੈਂ ਸ਼ਕਤੀ ਮੇਰੀ ਇਹ ਕੀ ਹੈ, ਮੈਂ ਖੁੱਲ੍ਹ ਕੇ ਕਹਿ ਸਕਦਾ ਕਿ ਅਸੀਂ ਆਪਣੇ ਇਸ ਮੁਲਕ ਦਾ ਧਿਆਨ ਰੱਖਣਾ, ਇੱਥੋਂ ਦੇ ਲੋਕਾਂ ਦਾ ਧਿਆਨ ਰੱਖਣਾ, ਇੱਥੋਂ ਦੀ ਇਕੋਨਮੀ ਦਾ ਧਿਆਨ ਰੱਖਣਾ। ਉਹਨੂੰ ਮੁੱਖ ਨਜ਼ਰ ਰੱਖਦੇ ਹੋਏ ਅਸੀਂ ਫਿਰ ਜਿਹੜੀਆਂ ਪਾਲਿਸੀਜ਼ ਬਣਾਉਂਦੇ ਹਾਂ ਤੇ ਉਹ ਲੋਕਾਂ ਵਾਸਤੇ ਪਾਲਿਸੀਜ਼ ਅੰਤ ਦੇ ਵਿੱਚ ਉਹਨਾਂ ਨੂੰ ਇਹ ਸਮਝ ਲੱਗ ਜਾਂਦੀ ਹੈ ਵੀ ਇਹ ਪਾਲਿਸੀਜ਼ ਠੀਕ ਨੇ। 2 ਹਫ਼ਤਿਆਂ ਤੋਂ ਘੱਟ ਟਾਈਮ ਰਹਿ ਚੁੱਕਿਆ। TPP ਦਾ ਜਿਹੜਾ ਸਭ ਤੋਂ ਫਾਇਦਾ ਹੋ ਰਿਹਾ ਉਹ ਕੰਜ਼ਰਵੇਟਿਵ ਪਾਰਟੀ ਨੂੰ ਹੀ ਹੋਣਾ, ਕਿਉਂਕਿ ਬਹੁਤ ਗਿਣਤੀ ਦੇ ਵਿੱਚ ਲੋਕੀ, ਇੰਡਸਟਰੀ ਵੀ ਤੇ ਆਮ ਲੋਕੀ ਵੀ ਇਸ ਦਾ ਸਪੋਰਟ ਕਰਦੇ ਨਜ਼ਰ ਆ ਰਹੇ ਨੇ। ਉਮੀਦ ਕਰ ਰਹੇ ਨੇ ਕਿ ਬਹੁਤ ਕੈਨੇਡਾ ਨੂੰ ਫਾਇਦਾ ਹੋਊਗਾ। ਕੰਜ਼ਿਊਮਰ ਦੇ ਵਿੱਚ ਜਿਹੜੀਆਂ ਰਿਟੇਲ ਪ੍ਰਾਈਸਿਸ ਨੇ ਉਹ ਵੀ ਡਾਊਨ ਜਾਣਗੀਆਂ, ਇੰਡਸਟਰੀਜ਼ ਨੂੰ ਵੀ ਫਾਇਦਾ ਹੋਊਗਾ। ਅਲਬਰਟਾ ਦੀ ਗੱਲ ਕੀਤੀ ਜਾਵੇ, BC ਦੀ ਗੱਲ ਕੀਤੀ ਜਾਵੇ, ਰੀਜਨਲ ਜਿਹੜੇ ਪੈਸੀਫਿਕ ਰੀਜਨ ਜਿਨ੍ਹਾਂ ਦੀ ਐਕਸਪੋਜ਼ਰ ਹੈਗਾ, ਡੈਫੀਨੇਟਲੀ ਦੇ ਵਿਲ ਗੈਟ ਹੈਲਪ। ਪਰ ਧਾਲੀਵਾਲ ਸਾਹਿਬ, ਇੱਕ ਕੁਐਸਚਨ ਆਖਿਰ ਦੇ ਵਿੱਚ ਪੁੱਛਣਾ ਚਾਹੂੰਗਾ ਕਿ ਅਗਲੇ 2 ਹਫ਼ਤਿਆਂ ਦੇ ਵਿੱਚ ਕੱਲੀ TPP ਦੇ ਸਹਾਰੇ ਹੀ ਕੰਜ਼ਰਵੇਟਿਵ ਪਾਰਟੀ ਹੋਲਡ ਕਰੂਗੀ ਜਾਂ ਕੋਈ ਨਵੀਂ ਪਾਲਿਸੀਜ਼ ਅਨਾਉਂਸਮੈਂਟ ਹੋ ਸਕਦੀਆਂ ਨੇ ਜਿਹੜੇ ਕਿ ਆਉਣ ਵਾਲੇ ਵੋਟਰਾਂ ਨੂੰ ਜਿਹੜੇ ਚੋਣਾਂ ਦੇ ਵਿੱਚ ਭਰਮਾਉਣ ਦੇ ਲਈ ਲਾਹੇਵੰਦ ਸਾਬਤ ਹੋ ਸਕਣ? ਦੇਖੋ ਜੀ, ਜਿਹੜਾ ਕੋਈ ਵੀ ਇਸ਼ੂ ਹੈ ਅਸੀਂ ਤਾਂ ਉਸੇ ਇਸ਼ੂ ਉੱਤੇ ਗੱਲ ਕਰਨ ਨੂੰ ਤਿਆਰ ਹਾਂ ਜਿਹੜੇ ਕਿ ਲੋਕਾਂ ਦੇ ਇਹ ਦੇ ਵਿੱਚ ਹੈ। ਮੇਰਾ ਖਿਆਲ ਹੈ ਜਿਹੜੀ ਸਾਡੀ ਪਾਰਟੀ ਹੈ ਉਹ TPP ਦਾ ਇਸ਼ੂ ਹੈ। ਸਾਨੂੰ ਤਾਂ ਇਮੀਗ੍ਰੇਸ਼ਨ ਦਾ ਇਸ਼ੂ ਵੀ ਤੁਸੀਂ ਲੈ ਲਓ, ਉਹਦੇ ਉੱਤੇ ਅਸੀਂ ਗੱਲ ਕਰਨ ਨੂੰ ਤਿਆਰ ਹੈ। ਬਿਜ਼ਨਸ ਦਾ ਇਸ਼ੂ, ਇਕੋਨਮੀ ਦਾ, ਉਹਦੇ ਉੱਤੇ ਵੀ ਅਸੀਂ ਕਰਨ ਨੂੰ ਤਿਆਰ ਹੈ। ਪਰ ਤੁਸੀਂ ਇਹ ਦੇਖੋਗੇ, ਨੋਟ ਕਰੋਗੇ ਕਿ ਲਿਬਰਲ ਪਾਰਟੀ ਹੈ ਉਹ TPP ਦਾ ਜਿਹੜਾ ਇਸ਼ੂ ਹੈ ਉਸਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰੂਗੀ ਤੇ ਕਰ ਵੀ ਰਹੀ ਹੈ। ਕਿਉਂਕਿ ਜਿਹੜਾ ਉਹਨਾਂ ਦਾ, ਮੈਨੂੰ ਯਾਦ ਹੈ ਵੀ ਜਦੋਂ ਲਿਬਰਲ ਪਾਰਟੀ ਲੀਡਰ ਜਸਟਿਨ ਟਰੂਡੋ ਨੇ ਕਿਹਾ ਵੀ ਜਿਹੜੀ ਲਿਬਰਲ ਪਾਰਟੀ ਪ੍ਰੋ ਬਿਜ਼ਨਸ ਪਾਰਟੀ ਹੈ, ਤੁਸੀਂ ਉਹਨਾਂ ਦਾ ਰੈਕੋਰਡ ਦੇਖੋ। ਕਹਿਣਾ ਇੱਕ ਵੱਖਰੀ ਗੱਲ ਹੈ, ਉਹਨਾਂ ਨੇ ਆਪ ਨੂੰ ਨਹੀਂ ਕਿਹਾ ਵੀ ਮੈਂ ਪ੍ਰੋ ਬਿਜ਼ਨਸ ਹੈ। ਉਹਨਾਂ ਨੇ ਪਹਿਲੀ ਗੱਲ ਤਾਂ ਬੰਦੇ ਨੇ ਕੋਈ ਆਪਣੀ ਲਾਈਫ ਦੇ ਬਿਜ਼ਨਸ ਨਹੀਂ ਸਟਾਰਟ ਕੀਤਾ, ਕਿਸੇ ਬਿਜ਼ਨਸ ਵਿੱਚ ਫੇਲ ਨਹੀਂ ਹੋਇਆ ਤੇ ਇਸ ਕਰਕੇ ਉਹਨਾਂ ਨੂੰ ਬਿਜ਼ਨਸ ਦੀ ਇੰਨੀ ਅੰਡਰਸਟੈਂਡਿੰਗ ਹੈ ਨਹੀਂ ਜੀ। But he used to be engaged in the speaking engagements, right? ਪਾਰਟੀ ਦਾ ਅਨੀ ਉਹ ਮੈਂ ਉਹਦੇ ਤੇ ਤੁਹਾਨੂੰ ਉਹੀ ਸਾਰੀ ਗੱਲ ਦੱਸ ਸਕਦਾ। ਅੱਛਾ, ਜਿਹੜਾ ਉਹਨਾਂ ਦਾ ਪਾਰਟੀ ਉਹ ਕਹਿ ਰਹੇ ਨੇ ਕਿ ਸਾਡੀ ਪਾਰਟੀ ਬਹੁਤ ਹੈ। ਪਾਰਟੀ ਨੇ ਹਮੇਸ਼ਾ ਹੀ ਨੈਫਟਾ ਦਾ ਵਿਰੋਧ ਕੀਤਾ, ਫਿਰ ਉਹਨਾਂ ਨੇ ਫ੍ਰੀ ਟ੍ਰੇਡ ਦਾ ਵਿਰੋਧ ਕੀਤਾ। ਪਾਰਟੀ ਦੀ ਹਿਸਟਰੀ ਹੈ ਕਿ ਉਹਨਾਂ ਨੇ ਹਮੇਸ਼ਾ ਹੀ ਪ੍ਰੋ ਬਿਜ਼ਨਸ ਦਾ, ਤਾਂ ਹੀ ਲਿਬਰਲ ਗਵਰਨਮੈਂਟ
147 ਸਾਲਾਂ ਦੇ ਵਿੱਚੋਂ 83 ਸਾਲ ਰਾਜ ਕਰਨ ਦੇ ਬਾਅਦ ਵੀ 5 ਮੁਲਕਾਂ ਦੇ ਉੱਤੇ ਸਰ ਉਹ ਅਸਾਈਨ ਕਰ ਸਕੀ ਹੈ। ਅਸੀਂ 9.5 ਸਾਲ ਦੇ ਵਿੱਚ 51 ਮੁਲਕਾਂ ਦੇ ਨਾਲ ਅਸੀਂ ਅਸਾਈਨ ਕਰ ਲਿਆ। ਇਹ ਲੋਕਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਉਹਨਾਂ ਗੱਲਾਂ 'ਚ ਨਾ ਆਇਓ, ਉਹ ਕੋਈ ਪ੍ਰੋ ਬਿਜ਼ਨਸ ਨਹੀਂ ਹੈ, ਉਹ ਪ੍ਰੋ ਕੁਰਸੀ ਹੈ, ਉਹ ਪ੍ਰੋ ਗਵਰਨਮੈਂਟ ਨੇ ਵੀ ਅਸੀਂ ਗਵਰਨਮੈਂਟ ਅਸੀਂ ਕਿਸੇ ਤਰੀਕੇ ਨਾਲ ਝੂਠ ਝਾੜ ਬੋਲ ਕੇ ਅਸੀਂ ਲੈ ਲਈਏ। ਅਦਰਵਾਈਜ਼ ਜਿਹੜਾ ਅਸਲੀ ਕੰਮ ਹੈ ਉਹ ਰੈਕਡ ਤੁਸੀਂ ਇਹ ਕੰਜ਼ਰਵੇਟਿਵ ਪਾਰਟੀ ਦਾ ਦੇਖੋਗੇ, ਉਹ ਕੰਜ਼ਰਵੇਟਿਵ ਪਾਰਟੀ ਦਾ ਰੈਕਡ ਸ਼ੋ ਕਰਦਾ ਵੀ ਐਕਚੁਅਲੀ ਪ੍ਰੋ ਬਿਜ਼ਨਸ ਹੈ, ਜਿਹੜੀ ਅਸੀਂ ਪ੍ਰੂਵ ਕਰਕੇ ਦਿਖਾਇਆ 9 साल। देखो मैं तो इंडो कनाडा चैम्बर ऑफ कॉमर्स का प्रेसिडेंट रहा, आपको पता है कि आज कोई भी बिजनेस वाले को पूछो, कोई भी चैम्बर ऑफ कॉमर्स को पूछो, एनीबडी यू आर, everybody will say that when it comes to the free trade, when it comes to the global world, it always benefits. और जब ये बातें आती है ना, and second thing, I at the same time when I was the president and president also, when we are negotiating a free trade agreement with India also, always one thing is watched is that the Canadian interest. So in the same thing, going back on that, when a responsible person is not in the pro of the trade, is not pro of the agreement like TPP, that is something very, very shocking, and which is I think Canadians should be paying attention to. That this type of agreements are very important. Whether we speak about NAFTA, whether we speak about the other, other 39 free trade agreement which this government did, or we speak now about the TPP. ਬਜਾਜ ਸਾਹਿਬ, ਜੇ ਤੁਸੀਂ ਕੱਲ ਨੂੰ MP ਬਣਦੇ ਹੋ, ਜਿੱਤਦੇ ਅਸਾਰ ਤੁਹਾਡੀ ਦੇ ਬਹੁਤ ਜ਼ਿਆਦਾ ਨੇ, ਕੱਲ ਨੂੰ MP ਬਣਦੇ ਹੋ, ਇਕੋਨਮੀ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦਾ, ਜਿਵੇਂ ਢਾਲੀਵਾਲ ਸਾਹਿਬ ਨੇ ਕਿਹਾ, ਟਰੈਕ ਰੈਕਡ ਵੀ ਗੁੱਡ ਆ, ਉਮੀਦ ਵੀ ਕਰਦੇ ਹਾਂ ਕਿ ਇਕੋਨਮੀ ਅੰਡਰ ਕੰਜ਼ਰਵੇਟਿਵ ਪਾਰਟੀ ਇਜ਼ ਇਨ ਗੁੱਡ ਹੈਂਡਸ। ਪਰ ਜੇ ਗੱਲ ਸੋਸ਼ਲ, ਥੋੜੇ ਜਿਹੇ ਮੈਂ ਜਾਣ ਤੋਂ ਪਹਿਲਾਂ ਇੱਕ ਪੁੱਛੂੰਗਾ, ਥੋੜੇ ਜਿਹੇ 2-3 ਸੋਸ਼ਲ ਇਸ਼ੂ ਆ ਜਿਸ ਦੇ ਵਿੱਚ ਤੁਹਾਨੂੰ ਆਪਣੇ ਪਰਸਨਲ ਓਪੀਨੀਅਨ ਜਾਂ ਆਪਣੀ ਪਾਰਟੀ ਦੀ ਪਾਲਿਸੀ ਨੂੰ ਫੋਲੋ ਕਰਨਾ ਪੈਣਾ। ਮੈਂ ਐਗਜ਼ਾਮਪਲ ਦੇ ਦਿੰਦਾ, ਇੱਕ ਅਬੋਰਸ਼ਨ ਇਸ਼ੂ ਆਊਗਾ, ਅਸਿਸਟਡ ਸੁਸਾਈਡ ਦਾ ਆਊਗਾ। ਇਸ ਬਾਰੇ ਤੁਸੀਂ ਆਪਣਾ ਪਰਸਨਲ ਸਟੈਂਡ ਲਾਓਗੇ ਔਰ ਯੂ ਵਿਲ ਸਟਿਕ ਟੂ ਦ ਪਾਰਟੀ ਪਾਲਿਸੀਜ਼? See, always there is a, as you are a representative of the party, you look into the party policies, but you have your own voice also. It's not a democratic process, man. There is never that you don't have your voice. So when the issues comes and when the things come, I will always have my own voice. It's not that I will not have my own voice, but at the same time, the respect of the party policies have to be also considered. So, sir, have you actually ਇਹ ਤੋਂ ਇੱਕ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ, 2011 ਵਿੱਚ ਜੂਨ ਤੋਂ ਲੈ ਕੇ ਤੇ 2013 ਦੀ ਜਨਵਰੀ ਤੱਕ ਇੱਕ ਨਾ ਸਰਵੇ ਹੋਇਆ ਸੀਗਾ, ਗਲੋਬਲ ਮੇਲ ਨੇ ਸਟੱਡੀ ਕੀਤੀ ਸੀ ਕਿ ਕਿਹੜੀਆਂ ਪਾਰਟੀਆਂ ਦੇ MP ਨੇ ਆਪਣੀ ਕੌਂਸ਼ੀਅਸ ਦੇ ਨਾਲ ਵੋਟ ਪਾਉਂਦੇ ਨੇ। ਉਹਨਾਂ ਨੇ 1,62,162,000 ਜਿਹੜੀ ਵੋਟਸ ਹੈ ਸਟੱਡੀ ਕੀਤੀ। ਉਹਦੇ ਵਿੱਚ ਉਹਨਾਂ ਨੇ ਇਹ ਦੇਖਿਆ ਵੀ ਜਿਹੜਾ NDP ਦਾ, ਉਹ 18 ਮਹੀਨਿਆਂ ਵਿੱਚ ਇੱਕ ਵੀ ਵੋਟ ਨਹੀਂ ਪਾਈ ਜਿਹੜਾ NDP ਦੇ ਲੀਡਰ ਤੋਂ ਉਲਟ ਕਿਸੇ ਨੇ। ਉਹ ਸਾਰੇ ਇਟ ਵਾਜ਼ ਆਲ ਵਿਫਟ, ਜਿਹੜੇ ਆਪਣੇ ਆਪ ਨੂੰ ਬਹੁਤ ਲਿਬਰਟੀ ਵਾਲੇ ਕਹਿੰਦੇ ਨੇ ਵੀ ਇੰਡੀਪੈਂਡੈਂਟ ਨੇ, ਜਿਹੜੇ ਲਿਬਰਲ ਵਾਲੇ ਸੀਗੇ, ਇਹਨਾਂ ਨੇ 90% ਬੰਦਿਆਂ ਨੇ ਪਾਰਟੀ ਨਾਲ ਵੋਟਾਂ ਪਾਈਆਂ। ਇੱਕ ਕੰਜ਼ਰਵੇਟਿਵ ਪਾਰਟੀ ਇੱਕ ਐਸੀ ਹੈ ਕਿ ਜਿਹਨੇ ਕਿ 75% ਬੰਦਿਆਂ ਨੇ ਲੀਡਰ ਨਾਲ ਪਾਈਆਂ, 25% ਮੈਕਸਿਮਮ ਫਰੀਡਮ ਜਿਹੜੀ ਹੈ ਮੈਂਬਰ ਆਫ ਪਾਰਲੀਮੈਂਟ ਨੂੰ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਹੈ। ਇਹ ਰੈਕਡ ਦੇ ਵਿੱਚ ਪ੍ਰੂਵ ਹੋ ਚੁੱਕਿਆ। ਪਰ ਇਹ ਤੁਸੀਂ ਦੇਖੋਗੇ ਕਿ ਜਦੋਂ ਕੋਈ ਗੱਲ ਕਰਦਾ ਹੈ ਮੀਡੀਆ ਨਾਲੋਂ, TV ਨਾਲੋਂ, ਜਿਹੜੀ ਕਿ 1.2 ਬਿਲੀਅਨ ਡਾਲਰ ਦੀ ਗਵਰਨਮੈਂਟ ਤੋਂ ਲੈ ਕੇ ਹਾਲੇ ਤੱਕ ਉਹਨਾਂ ਦੀ ਭੁੱਖ ਨਹੀਂ ਮਰਦੀ ਕਿ ਸਟਿਲ ਟਾਕਿੰਗ ਅਗੇਂਸਟ ਗਵਰਨਮੈਂਟ। ਉਹਨਾਂ ਨੂੰ ਮੈਂ ਲੱਗਦਾ ਵੀ ਸਿੰਘ ਹਾਜ਼ਰ ਪਤਾ ਨਹੀਂ ਐਸਾ ਹੋਊਗਾ ਕਿ ਸਾਰਿਆਂ ਨੂੰ, ਮੈਂ ਸਿੰਘ ਹਾਜ਼ਰ ਨੂੰ ਕਿੰਨੀ ਵਾਰੀ ਮਿਲਿਆ, I am able to talk to him, no problem at all. He listens to people and he works with the people and he works with the member of parliament. ਇਹ ਜਿਹੜਾ ਹਵਾ, ਇਹ ਮੈਂ ਪਹਿਲਾਂ ਵੀ ਦੇਖਿਆ ਪ੍ਰੈਸਨ ਹੈਨਿੰਗ ਵੇਲੇ ਵੀ ਲੋਕਾਂ ਨੇ ਇਸ ਤਰ੍ਹਾਂ ਕ੍ਰੀਏਟ ਕੀਤਾ ਹੋਇਆ ਸੀਗਾ ਵੀ ਇਹ ਇਮੀਗ੍ਰੈਂਟ ਹੈ ਜੀ, ਫਲਾਣਾ ਚਿੰਮ ਗਿਆ, ਅਸੀਂ ਉਹਨਾਂ ਨਾਲ ਕੰਮ ਵੀ ਕੀਤਾ, ਮੈਂ ਉਹਦੀ ਪਾਰਟੀ ਵਿੱਚ ਖੜੇ ਹੋਈਆਂ। ਇਹ ਨਾ ਐਕਚੁਅਲੀ ਜਿਹੜਾ ਲਿਬਰਲ ਮੀਡੀਆ ਹੈਗਾ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਲੋਕਾਂ ਦੀ ਸੇਵਾ ਕਰਨ ਲੱਗ ਜਾਓ ਅਸਲੀ, ਤੇ ਉਹਨਾਂ ਨੂੰ ਅਸਲੀ ਜਿਹੜੀ ਗੱਲ ਹੈ ਕੰਜ਼ਰਵੇਟਿਵ ਪਾਰਟੀ ਨੂੰ ਦੱਸੋ ਜਾਂ ਪ੍ਰੋ ਪੀਪਲ ਪਾਰਟੀ। ਜਿਹੜੇ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੇ, ਜਿਵੇਂ ਇੰਤਜ਼ਾਮ ਸਾਹਿਬ ਕਹਿੰਦੇ ਨੇ, ਇਹ ਆਪਣੀ ਕੌਂਸ਼ੀਅਸ ਵਾਸਤੇ, ਕੌਂਸ਼ੀਅਸ ਦੇ ਉੱਤੇ ਖੜ ਕੇ ਵੋਟ ਪਾਉਣ ਦੇ ਜ਼ਿਆਦਾ ਇਹਨਾਂ ਨੂੰ ਅਲਾਉਡ ਹੈਗਾ। ਦੂਸਰੇ ਜਿਹੜੇ ਮੈਂਬਰ ਪਾਰਲੀਮੈਂਟ ਆ, ਤੁਸੀਂ ਦੇਖ ਲਓ ਲਿਬਰਲ ਪਾਰਟੀ ਜਿਹੜਾ ਕਿ ਆਪਣੇ ਆਪ ਨੂੰ ਇੰਡੀਪੈਂਡੈਂਟ ਕਹਿੰਦੇ ਵੀ ਅਸੀਂ ਹੈਗਾ, ਉਹ ਪਾਰਟੀ ਵਿੱਚ MP ਦੀ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ, ਜਿਹੜਾ ਕਿ ਉਹਦੇ ਨਾਲ ਅਬੋਰਸ਼ਨ ਦੇ ਮਾਮਲੇ ਵਿੱਚ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ। ਇਹ ਕਿੱਥੇ ਗਈ ਇੰਡੀਪੈਂਡੈਂਟ ਉੱਥੋਂ ਦੀ? ਇਸ ਕਰਕੇ ਇਹ ਜਿਹੜੀਆਂ ਗੱਲਾਂ ਕਹਿਣੀਆਂ ਹੋ ਰਹੀ ਹੈ,
ਐਕਚੁਅਲੀ ਆਈ ਐਪਰੀਸ਼ੀਏਟ, ਆਈ ਥਿੰਕ ਤੁਹਾਡੇ ਨੰਬਰ ਬਿਲਕੁਲ ਐਗਜ਼ੈਕਟ ਨੇ। ਮੈਂ ਤਾਂ ਹੀ ਕਹਿ ਰਿਹਾ ਸੀ ਕਿ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਜਿਹੜੇ ਐਮਪੀਜ਼ ਨੇ ਉਹਨਾਂ ਨੂੰ ਆਪਣੀ ਕੌਨਸ਼ੀਅਸ ਦੇ ਨਾਲ ਵੋਟ ਪਾਉਣ ਦਾ ਜ਼ਿਆਦਾ ਅਧਿਕਾਰ ਵੀ ਹੈਗਾ ਤੇ ਨੰਬਰ ਵੀ ਹੈ ਤੇ ਐਮਪੀ ਯੂਜ਼ ਵੀ ਕਰਦੇ ਨੇ। ਇਸ ਲਈ ਨਾਲ ਹੀ ਕੁਐਸਚਨ ਆ ਕਿ ਤੁਹਾਡਾ ਅਬੋਰਸ਼ਨ ਤੇ ਅਸਿਸਟਡ ਸੁਸਾਈਡ ਬਾਰੇ ਕੀ ਵਿਚਾਰ ਆ? ਯੂ ਵਿਲ ਯੂ ਸਪੋਰਟ ਅਬੋਰਸ਼ਨ ਔਰ ਨਾਟ? ਤੁਸੀਂ ਇਹ ਕੁਐਸਚਨ ਮੈਨੂੰ ਪੁੱਛ ਰਹੇ ਹੋ? ਨਹੀਂ, ਇਹਨਾਂ ਤੋਂ ਪੁੱਛਦੇ ਤੁਹਾਡਾ ਐਮਪੀ ਤਾਂ ਉਹਨਾਂ ਨੇ ਬਣਨਾ ना। ठीक है, हाँ जी। तो सॉरी, जैसे मैंने आपको ऑलरेडी बोला कि when the issue comes on the table, always I'll have my opinion and I'll never be, I'll never step back to give my personal opinion. At the same time, we will look into the consideration of the ਉਹਨਾਂ ਨੇ ਮੈਨੂੰ ਇਹ ਕੁਐਸਚਨ ਪੁੱਛਿਆ ਸੀਗਾ। ਮੈਨੂੰ ਉਹ ਦੇਖੋ, ਜਿਹੜੇ ਬੰਦਾ ਤੁਹਾਨੂੰ ਕੋਈ ਇੰਟਰਵਿਊ ਕਰਦਾ ਨਾ, ਉਹਦੇ ਬਾਕਸ ਬਣਾ ਕੇ ਰੱਖੇ ਹੁੰਦੇ ਨੇ, ਉਹ ਕੋਸ਼ਿਸ਼ ਕਰਦਾ ਤੁਹਾਨੂੰ ਵੀ ਉਸ ਬਾਕਸ ਦੇ ਵਿੱਚ ਉਹਨੇ ਪਾਉਣਾ। ਮੈਂ ਪਰਸਨਲੀ ਇਹ ਮਹਿਸੂਸ ਕਰਦਾ, ਭਾਵੇਂ ਮੈਂ ਐਮਪੀ ਬਣਨਾ ਨਹੀਂ ਬਣਨਾ, ਪਰ ਮੇਰੇ ਹਰ ਇੱਕ ਮੁੱਦੇ ਉੱਤੇ ਵਿਚਾਰ ਮੈਂ ਉਹਨਾਂ ਨੂੰ ਬੜੇ ਖੁੱਲ੍ਹ ਕੇ ਤੇ ਟੋਕ ਕੇ ਮਤਲਬ ਦੱਸ ਸਕਦਾ। ਮੇਰਾ ਇਹ ਵਿਚਾਰ ਹੈ ਵੀ ਜਿਹੜਾ ਤੁਸੀਂ ਐਵਰੀ ਸਿਚੁਏਸ਼ਨ ਇਜ਼ ਵੈਰੀ ਯੂਨੀਕ। ਜਿਹੜੇ ਇਹ ਜਿਹੇ ਮੋਰਲ ਇਸ਼ੂ ਨੇ ਉਹ ਤੁਸੀਂ ਕੰਡੀਸ਼ਨ ਆਪਣੇ ਸਾਹਮਣੇ ਆਉਣ ਤੋਂ ਪਹਿਲਾਂ ਉਹਦੇ ਵਿਚਾਰ ਦੇ ਦੇਣੇ, ਇਹ ਬਹੁਤ ਹੀ ਕੋਈ ਸਿਆਣੀ ਗੱਲ ਨਹੀਂ ਹੈ। ਮੈਂ ਆਪਣੇ ਇਸ ਸੁਸਾਇਟੀ ਵਿੱਚ ਥੋੜ੍ਹਾ ਵਿਚਰਦਾ, ਕਈਆਂ ਥਾਵਾਂ 'ਤੇ ਐਸੀ ਸਿਚੁਏਸ਼ਨ ਹੈ ਕਿ ਉਹਨਾਂ ਨੂੰ ਅਬੋਰਸ਼ਨ ਕਰਾਉਣ ਤੋਂ ਇਲਾਵਾ ਉਹਨਾਂ ਦਾ ਕੋਈ ਹੱਲ ਕੋਈ ਨਹੀਂ ਹੈ। ਕਈ ਐਸੀਆਂ ਨੇ ਕਿ ਉਹਨਾਂ ਨੂੰ ਨਹੀਂ ਕਰਾਉਣੀ ਚਾਹੀਦੀ, ਉਹਨਾਂ ਨੂੰ ਤੁਸੀਂ ਸਟਾਪ ਵੀ ਕਰ ਸਕਦੇ ਹੋ। ਇਹ ਆਪਾਂ ਇਨਸਾਨ ਹੈ, ਇਨਸਾਨ ਇਹ ਨਹੀਂ ਹੈ ਵੀ ਜਿਹੜਾ ਮੈਂ ਇੱਕ ਵਾਰ ਗੱਲ ਕਹਿ ਦਿੱਤੀ ਤੇ ਮੈਂ ਉਹ ਮੁੜ ਕੇ ਇਹਦੇ ਤੇ ਚੇਂਜ ਨਹੀਂ ਸਕਦਾ। ਧਾਲੀਵਾਲ ਸਾਹਿਬ, ਆਈ ਐਪਰੀਸ਼ੀਏਟ, ਮੈਂ ਰੀਜ਼ਨ ਤਾਂ ਨਹੀਂ ਆਈ ਐਪਰੀਸ਼ੀਏਟ ਤੁਹਾਡੇ ਕੰਸਰਨ ਨੇ। ਮੈਂ ਤਾਂ ਵੈਸੇ ਕੁਐਸਚਨ ਪੁੱਛਿਆ ਸੀ ਕਿ ਜੇ ਕੋਈ ਐਜ ਏ ਇਸ਼ੂ ਆਉਂਦੇ ਨੇ ਦੈਨ ਐਮਪੀਜ਼ ਹੈਵ ਟੂ ਵੋਟ, ਤੇ ਪਬਲਿਕ ਨੂੰ ਵੀ ਓਪੀਨੀਅਨ ਦੇ ਵਿੱਚ ਪਤਾ ਹੁੰਦਾ, ਕਿਉਂਕਿ ਅੱਜ ਕੱਲ੍ਹ ਜਿਹੜੇ ਅਸੀਂ ਕਲਚਰ ਦੇ ਵਿੱਚ ਰਹਿ ਰਹੇ ਹਾਂ, ਵੀ ਹੀਅਰ ਡਿਫਰੈਂਟ ਥਿੰਗਸ। ਤੇ ਅੱਜ ਐਨੀ ਹਾਓ ਮੇਰਾ ਪਰਸਨਲ ਗੱਲ ਨਹੀਂ ਸੀ, ਮੈਂ ਤਾਂ ਆਪ ਕਹਿੰਦਾ ਤੁਸੀਂ ਬਹੁਤ ਵਧੀਆ ਬੁਲਾ ਰਹੇ ਹੋ, ਬਹੁਤ ਜਾਣਕਾਰੀ ਰੱਖਦੇ ਹੋ। ਤੁਸੀਂ ਵੀ ਮੈਂਬਰ ਪਾਰਲੀਮੈਂਟ ਬਣੋ, ਮਿਨਿਸਟਰ ਬਣੋ, ਉਸ ਦੇ ਨਾਲ ਸਾਡੀ ਕਮਿਊਨਿਟੀ ਨੂੰ ਵੀ, ਟੋਰਾਂਟੋ ਨੂੰ ਵੀ ਬਹੁਤ ਫਾਇਦਾ ਹੋਊਗਾ। ਪਰ ਐਨੀ ਹਾਓ ਟਾਈਮ ਕਾਫੀ ਹੋ ਚੁੱਕਿਆ। ਦੋਵੇਂ ਜਾਣੇ ਅਖੀਰ ਵਿੱਚ ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਧਾਲੀਵਾਲ ਸਾਹਿਬ, ਪਹਿਲਾਂ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਸਾਹਿਬ, ਮੈਂ ਤੁਹਾਡੇ ਪ੍ਰੋਗਰਾਮ ਤੇ ਤੀਜੀ ਵਾਰ ਆਇਆ। ਮੈਂ ਬਹੁਤ ਹੀ ਇੱਥੇ ਆ ਕੇ ਮਹਿਸੂਸ ਕਰਦਾ, ਤੁਸੀਂ ਬੜੇ ਖੁੱਲ੍ਹ ਕੇ ਮੈਨੂੰ ਕੁਐਸਚਨ ਪੁੱਛਦੇ ਹੋ ਵਿਦਾਊਟ ਰੈਜ਼ਰਵੇਸ਼ਨ, ਤੇ ਮੈਂ ਉਸੇ ਤਰ੍ਹਾਂ ਹੀ ਉਹਨਾਂ ਦੇ ਖੁੱਲ੍ਹ ਕੇ ਬੜੇ ਜਵਾਬ ਦਿੰਦਾ। ਪਰ ਮੈਂ ਅਖੀਰ ਦੇ ਵਿੱਚ ਇਹੀ ਕਹਾਂਗਾ, ਪਹਿਲੀ ਗੱਲ ਵੀ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਬਹੁਤ ਕਾਮਯਾਬ ਹੋਵੇ, ਤੁਸੀਂ ਤਰੱਕੀਆਂ ਕਰੋ, ਦੁਨੀਆ ਵਿੱਚ ਥਾਂ ਉੱਤੇ ਤੁਹਾਡਾ ਪ੍ਰੋਗਰਾਮ ਦੇਖਿਆ ਜਾਵੇ। ਦੂਸਰਾ ਹੈ, ਮੈਂ ਲੋਕਾਂ ਨੂੰ ਇਹ ਤਾਕੀਦ ਕਰਦਾ ਕਿ ਤੁਸੀਂ ਆਪਣੇ ਆਪ ਨੂੰ ਇਸ ਮੁਲਕ ਦੇ ਵਿੱਚ ਇਸ ਤਰ੍ਹਾਂ ਇਨਵੈਸਟ ਕਰੋ ਹੋਲਸੇਲ ਦੇ ਉੱਤੇ ਕਿ ਅਸੀਂ ਐਸੇ ਕੰਮ ਕਰਨੇ ਨੇ, ਭਾਵੇਂ ਉਹ ਨੋਮੀਨੇਸ਼ਨ ਹੋਵੇ, ਭਾਵੇਂ ਉਹ ਵੋਟਾਂ ਹੋਣ, ਭਾਵੇਂ ਉਹ ਮਿਨਿਸਟਰ ਦੇ ਵੋਟਾਂ ਹੋਣ, ਤੇ ਅਸੀਂ ਇਸ ਮੁਲਕ ਨੂੰ, ਆਪਣੀ ਫੈਮਿਲੀ ਨੂੰ ਸਿਕਿਉਰ ਸੇਫਟੀ ਵਾਸਤੇ ਅਸੀਂ ਇਹਨੂੰ ਚੰਗੀ ਡਾਇਰੈਕਸ਼ਨ ਵੱਲ ਲੈ ਕੇ ਜਾਣਾ। ਇੱਕ ਵਾਰੀ ਤੁਸੀਂ ਉਹ ਜਿਹੜੀ ਸੂਈ ਸੈੱਟ ਕਰ ਲਈ ਨਾ, ਅਸੀਂ ਚੰਗੀ ਡਾਇਰੈਕਸ਼ਨ ਵੱਲ ਲੈ ਜਾਣਾ। ਜਿਹੜੀਆਂ ਹੇਠਲੀਆਂ ਚੀਜ਼ਾਂ ਨੇ, ਜਿਹੜੇ ਇਸ ਵਿਸ਼ੇ ਤੇ ਮੇਰੇ ਕੀ ਵਿਚਾਰ ਨੇ, ਮੈਂ ਕਿਹਨੂੰ ਵੋਟ ਪਾਉਣੀ ਹੈ, ਕੀ ਕਰਨਾ ਹੈ, ਕੀ ਨਹੀਂ ਕਰਨਾ, ਉਹ ਆਪਣੇ ਆਪ ਹੀ ਰਿਜ਼ੋਲਵ ਹੋ ਜਾਣਗੇ। ਤੁਸੀਂ ਜਿਹੜੇ ਆਪਣੇ ਫੈਸਲੇ ਨੇ ਆਪਣੀ ਲੋਚ ਨੂੰ ਛੱਡਣ ਤੋਂ ਛੱਡ ਕੇ ਆਪਣੀ ਸੋਚ ਦੇ ਮੁਤਾਬਕ ਤੁਸੀਂ ਜਿਹੜੇ ਆ ਉਹ ਪਾਓ, ਜਾਂ ਜਿਹੜੀ ਪਾਰਟੀਆਂ ਦੀ ਸੋਚ ਨਾਲ ਜੁੜੋ। ਆਪਣੀ ਜਿਹੜੀ ਪਰਸਨਲ ਜਿਹੜੀ ਲੋਚ ਹੈ ਉਹਨੂੰ ਛੱਡ ਕੇ ਜਿਹੜਾ ਕੰਟਰੀ ਦੀ ਬੈਟਰਮੈਂਟ ਹੈ ਉਹਨੂੰ ਦੇਖੋ, ਤੇ ਉਹ ਤੁਸੀਂ ਦੇਖੋ ਕਿ ਤੁਹਾਡੇ ਉਹ ਜਿਹੜੇ ਸਾਰੇ ਫੈਸਲੇ ਨੇ ਤੁਹਾਡੇ ਵਾਸਤੇ ਵੀ ਚੰਗੇ ਹੋਣਗੇ, ਤੁਹਾਡੇ ਬੱਚਿਆਂ ਵਾਸਤੇ ਵੀ ਚੰਗੇ ਹੋਣਗੇ, ਤੇ ਤੁਹਾਡੇ ਕੰਟਰੀ ਵਾਸਤੇ ਵੀ ਚੰਗੇ ਹੋਣਗੇ, ਤੇ ਉਹ ਦੁਨੀਆ ਵਾਸਤੇ ਵੀ ਚੰਗੇ ਹੋਣਗੇ। ਮੈਂ ਇਹ ਲੋਕਾਂ ਨੂੰ ਇਹ ਤਾਕੀਦ ਕਰਾਂਗਾ, ਉਹਨਾਂ ਨੂੰ ਬੇਨਤੀ ਕਰਾਂਗਾ, ਕੋਈ ਵੀ ਫੈਸਲਾ ਹੈ ਉਹ ਬਿਲਕੁਲ ਸੋਚ ਸਮਝ ਕੇ ਕਰੋ। ਤੇ ਮੇਰੀ ਪਾਰਟੀ ਦੀਆਂ ਨੈਸ਼ਨਲ ਪਾਲਿਸੀਆਂ ਦੱਸੀਆਂ, ਪਰ ਇਹ ਗੱਲਾਂ ਦੀ ਪਾਰਟੀ ਤੁਸੀਂ ਮਤਲਬ ਪਾਓ, ਵੋਟ ਜ਼ਰੂਰ ਪਾਓ, ਤੇ ਇਸਤੇਮਾਲ ਕਰੋ। ਤੇ ਥੈਂਕ ਯੂ ਵੈਰੀ ਮਚ। ਹਾਂਜੀ ਬਜਾਜ ਸਾਹਿਬ। सबसे पहले तो I will request every Canadian citizen to make sure you need to vote. That's our right. We need to exercise the right. Second point is on my personal side. I came to this country more than now a decade. That's also I came to this country with a very little money into my pocket. There was a time when I lifted the boxes. There was a time when I swept the floor. There was a time when I had to walk for a few kilometers. But one thing is there, that under this government, under the policies of this government, and under the environment which I got overall in the Canada,
me and my family, we worked hard, we prospered. Today we live a good life, and I also believe in 3 stages of life, which is learning, earning, and returning. And as a returning phase of the life, I stepped into the public life, which didn't start today. It started many years ago. My association with Panorama India, my association with Rana, my association with Independent Chamber of Commerce was always giving back to the community, whether it's a social, whether it's a cultural, whether it's a business community. And now stepping into this to overall to work on a larger platform to give back to the community, back to the community at large. Want to request and appeal everyone to calm their precious diet to myself and to my government, my party, so that we can have a majority in the upcoming elections on October 19th. So our government has really done a good job in serving the Canadians in the tough times also, and we really like to keep on doing a good work which we have done, and we want to serve Canadians at large and make sure all the Canadians are paid. That's the most important. They prosper. We take care of, in other words, in very short, we take care of the Canadian family. And I stand for Canadian families. I always believe in families, and I stand for them very firmly. So let's make sure all of us work together to make a strong, safe, prosperous Canada. Thank you. ਧਾਲੀਵਾਲ ਸਾਹਿਬ ਤੇ ਬਜਾਜ ਸਾਹਿਬ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ, ਕਾਫੀ ਬਹੁਤ ਵਧੀਆ ਜਾਣਕਾਰੀ ਦਿੱਤੀ ਪਾਰਟੀ ਪਾਲਿਸੀਜ਼ ਤੇ 3-4 ਪਾਰਟੀਆਂ ਬਾਰੇ ਤੁਸੀਂ ਗੱਲਬਾਤ ਕੀਤੀ, ਜਾਣਕਾਰੀ ਦੇ ਵਿੱਚ ਕਾਫੀ ਵਾਧਾ ਹੋਇਆ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਵੀ ਸਾਡੀ ਇਹ ਕੋਸ਼ਿਸ਼ ਪਸੰਦ ਆਈ ਹੋਊਗੀ। ਜਿੰਨੀ ਜਾਣਕਾਰੀ ਧਾਲੀਵਾਲ ਸਾਹਿਬ ਤੇ ਬਜਾਜ ਸਾਹਿਬ ਨੇ ਦਿੱਤੀ ਆ, ਕਿਸੇ ਨੂੰ ਵੋਟਾਂ ਦੇ ਡਿਸੀਜਨ ਲੈਣ ਦੇ ਵਿੱਚ ਕਾਫੀ ਲਾਭਦਾਇਕ ਸਿੱਧ ਹੋ ਸਕਦੀ ਆ। ਸੋ ਅਖੀਰ ਦੇ ਵਿੱਚ ਜਾਂਦੇ ਇੱਕ ਵਾਰੀ ਧਾਲੀਵਾਲ ਸਾਹਿਬ ਤੇ ਬਜਾਜ ਸਾਹਿਬ ਤੁਹਾਡਾ ਬਹੁਤ ਧੰਨਵਾਦ। ਦਰਸ਼ਕਾਂ ਦਾ ਵੀ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਕੋਸ਼ਿਸ਼ ਪਸੰਦ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ।